साहिब जी। गौड़ी महला पंजवा। काकी माई काको बाप, नाम तारीक झूठे सब साक। काकी माई काको बाप, नाम तारीक झूठे सब साक। काहे को मूरख भख लाया, मिल संजोग हुक्म तू आया। रहा एका माटी एका जोत, एको पवन कहाँ कौन रोत। मेरा मेरा कर बिललाही, मरणहार एहो जियरा नाही। कहो नानक गुर खोले कपाट, मुक्त पए बिन से ब्रह्म ठाट। कहो नानक गुर खोले कपाट, मुक्त पए बिन से ब्रह्म ठाट। वाहिगुरु जी का खालसा, वाहिगुरु जी की फतेह। सतगुरु सच्चे पातशाह कलगीधर दशमेश पिता पंथ दे वाली अमृत के दाते, चोजी प्रीतम सरबंस दानी, तख्तां वाले ताजा वाले फौजा वाले बाजा वाले नीले दे शाह असवार, दैंता धर्म दे दोखियां दा संघार करता, साहिबे कमाल श्री गुरु गोबिंद सिंह सच्चे पातशाह जी महाराज सरबत जीवां दे उपर किरपालता करके अपने पावन सतयुगी तप स्थान तख्त सचखंड श्री हजूर श्री अबचल नगर साहिब जी विखे दसां ही पातशाहियां जी दी पावन आत्मिक जोत जुगो जुग अटल गुरता गद्दी ते सुभाईमान श्री गुरु ग्रंथ साहिब सच्चे पातशाह महाराज साहब जी दी पाक मुकद्दस हजूरी दे अंदर सानू अपनी संगत बख्श करके निहाल किरतार्थ कर रहे ने। वडभागी जना ने सतगुरु जी दे प्यार वालियां ने सतगुरु जी दे दर ते आ करके हाजरियां भर के दर्शन दीदार करके अमृत गुरबाणी नू पढ़ श्रवण गायन करके सतगुरु जी दी अमृतमई गुरबाणी दे अमृत आनंद नू मनना कीता है। हुण वक्त है सतगुरु जी दी पावन अमृतमई गुरबाणी दी चल रही लड़ीवार कथा विचार श्रवण करने दा। मन चित बिरतियां एकागर करके गुर चरना दा ध्यान धरदियां होयां सतगुरु जी दा जस श्रवण करिए, सहत प्यार दे बोलना करिए जी। सतनाम श्री वाहिगुरु साहिब जी। सतनाम श्री वाहिगुरु साहिब जी। गौड़ी महला पंजवा। गुरु गरीब निवाज धीरज धारी पर उपकारी शहीदां दे सिरताज शांति दे पुंज गुरबाणी दे मुजस्मे पंजवें पातशाह श्री गुरु अर्जन देव साहब जी महाराज गौड़ी राग दे अंदर पावन उपदेश दी बख्शिश कर रहे हैं जी। काकी माई काको बाप। साध संगत जी एक वड्डा भारी शाहूकार सी, उसका बेटा उसका सपुत्र चढ़ाई कर गया। शाहूकार ने बहुत वैराग किया है, बड़ा विजोग मनाया है।
ਪੁੱਤਰ ਦੀ ਯਾਦ ਵਿੱਚ ਬਹੁਤ ਜ਼ਿਆਦਾ ਰੋਂਦਾ ਹੈ, ਰੋਈ ਹੀ ਜਾਂਦਾ ਹੈ, ਰੋਈ ਹੀ ਜਾਂਦਾ ਹੈ, ਧੀਰਜ ਨਹੀਂ ਧਾਰਦਾ, ਚੁੱਪ ਨਹੀਂ ਕਰਦਾ। ਅਕਸਰ ਮੋਹ ਦੇ ਮਾਰੇ ਲੋਕ, ਦੁਨਿਆਵੀ ਪੱਧਰ ਤੇ ਜਾਂ ਬੁੱਧੀ ਦੇ ਤਲ ਤੇ ਸੋਚਣ ਵਾਲੇ, ਮੋਹ ਦੀਆਂ ਤੰਦਾਂ ਦੇ ਅੰਦਰ ਜਿਨ੍ਹਾਂ ਦੇ ਹਿਰਦੇ ਜਕੜੇ ਹੋਏ ਹੁੰਦੇ ਨੇ, ਉਹ ਕਹਿੰਦੇ ਨੇ ਜੇ ਜਵਾਨ ਪੁੱਤ ਮਰ ਜਾਵੇ ਨਾ ਤੇ ਮਾਪਿਆਂ ਦਾ ਲੱਕ ਟੁੱਟ ਜਾਂਦਾ। ਗੁਰਮੁਖਾਂ ਦੀ ਬਿਰਤੀ ਹੋਰ ਹੁੰਦੀ ਹੈ, ਗੁਰਮੁਖ ਆਵੈ ਜਾਏ ਨਿਸੰਗ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਹੁਣ ਭਾਈ ਭਿਖਾਰੀ ਜੀ ਵਾਂਗੂ ਭਾਣੇ ਨੂੰ ਮਿੱਠਾ ਕਰਕੇ ਸਾਰੇ ਤੇ ਨਹੀਂ ਨਾ ਮੰਨ ਸਕਦੇ। ਹੁਣ ਮੋਹ ਦਾ ਮਾਰਿਆ ਹੋਇਆ ਇਹ ਸੇਠ ਹੈ, ਇਹ ਸ਼ਾਹੂਕਾਰ ਹੈ, ਰਾਤ ਦਿਨ ਰੋਂਦਾ ਹੈ, ਰਾਤ ਦਿਨ ਆਪਣੇ ਪੁੱਤ ਨੂੰ ਚੇਤੇ ਕਰਦਾ ਹੈ। ਅੱਖਾਂ ਚੋਂ ਹੰਝੂ ਕਦੇ ਸੁੱਕਦੇ ਹੀ ਨਹੀਂ, ਅੱਖਾਂ ਸਦਾ ਹੀ ਨਮ ਰਹਿੰਦੀਆਂ ਨੇ। ਬੜਾ ਵਿਜੋਗ ਕਰਦਾ, ਬੜਾ ਵਿਰਲਾਪ ਕਰਦਾ ਹੈ। ਰਾਤ ਨੂੰ ਸੁੱਤਾ ਹੁੰਦਾ ਹੈ ਤਾਂ ਵੀ ਬੜਾ ਬੜਾ ਕੇ ਹਾਏ ਮੇਰਾ ਪੁੱਤ, ਹਾਏ ਮੇਰਾ ਪੁੱਤ ਕਹਿ ਕੇ ਉੱਠਦਾ ਹੈ। ਸਕੇ ਸੰਬੰਧੀਆਂ ਨੇ, ਮਿੱਤਰਾਂ ਨੇ ਬੜਾ ਸਮਝਾਉਣ ਦਾ ਯਤਨ ਕੀਤਾ। ਤੇਰਾ ਪੁੱਤ ਉਤਨਾ ਸਮਾਂ ਸੀ ਜਿਤਨਾ ਦਿਨ ਤੇਰੇ ਕੋਲ ਸੀ। ਜਿਵੇਂ ਸਤਿਗੁਰੂ ਜੀ ਦਾ ਬਚਨ ਹੈ ਨਾ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਓ ਕੀਚੈ। ਜਿਸ ਨਿਰੰਕਾਰ ਜੀ ਦੀ ਵਸਤੂ ਸੀ, ਜਿਸ ਵਾਹਿਗੁਰੂ ਦੀ ਜੀ ਦਾਤ ਸੀ, ਜਿਸ ਵਾਹਿਗੁਰੂ ਨੇ ਭੇਜਿਆ ਸੀ, ਉਸਨੇ ਵਾਪਸ ਬੁਲਾ ਲਿਆ। ਜੀਵ ਹੁਕਮ ਦੇ ਅਨੁਸਾਰ ਆਉਂਦਾ ਹੈ ਤੇ ਹੁਕਮ ਦੇ ਅਨੁਸਾਰ ਚਲਿਆ ਜਾਂਦਾ ਹੈ। ਪਰ ਸਾਧ ਸੰਗਤ ਜੀ, ਸਧਾਰਨ ਮਨੁੱਖ ਦੇ ਉਪਦੇਸ਼ਾਂ ਦੇ ਨਾਲ ਹਿਰਦੇ 'ਚ ਕੋਈ ਮੋਹ ਥੋੜਾ ਮੁੱਕ ਜਾਂਦਾ ਹੈ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਅੰਮ੍ਰਿਤ ਬਚਨ ਨੇ, ਅਮੋਘ ਬਾਣ ਨੇ, ਹਿਰਦਾ ਵਿੰਨ ਦਿੰਦੇ ਨੇ, ਪ੍ਰੋ ਦਿੰਦੇ ਨੇ। ਸਤਿਗੁਰੂ ਜੀ ਗੁਰੂ ਉਪਦੇਸ਼ ਦੇ ਨਾਲ ਹਿਰਦਾ ਤੇ ਤਾਂ ਹਿਰਦੇ 'ਚੋਂ ਮੋਹ ਮਾਇਆ ਦਾ ਜਾਲ ਕੱਟਿਆ ਜਾਂਦਾ ਹੈ। ਸਧਾਰਨ ਬੰਦੇ ਦੇ ਸਮਝਾਉਣ ਦੇ ਨਾਲ ਕਿੱਥੇ ਮੋਹ ਮਿਟਦਾ ਹੈ। ਸੰਬੰਧੀਆਂ ਨੇ ਸਮਝਾਇਆ, ਰਿਸ਼ਤੇਦਾਰਾਂ ਨੇ ਸਮਝਾਇਆ, ਮਿੱਤਰਾਂ ਦੋਸਤਾਂ ਨੇ ਸਮਝਾਇਆ, ਪਰ ਮੋਹ ਦਾ ਮਾਰਿਆ ਹੋਇਆ ਸੇਠ ਧੀਰਜ ਨਹੀਂ ਧਾਰਦਾ ਤੇ ਚੁੱਪ ਨਹੀਂ ਕਰਦਾ। ਹਾਏ ਮੇਰਾ ਪੁੱਤ, ਹਾਏ ਮੇਰਾ ਪੁੱਤ ਯਾਦ ਕਰ ਕਰਕੇ ਰੋਂਦਾ ਹੈ। ਸਕੇ ਸੰਬੰਧੀਆਂ ਨੇ ਵਿਚਾਰ ਕਰਨਾ ਕੀਤੀ ਏ, ਜਿੰਨਾ ਆਪਣੇ ਪੁੱਤਰ ਦੇ ਮਰਨ ਨੂੰ ਚੇਤੇ ਕਰਕੇ ਰੋਂਦਾ ਹੈ, ਵਿਜੋਗੀ ਹੋ ਬੈਠਾ ਹੈ। ਕਿਧਰੇ ਪੁੱਤ ਦੇ ਵਿਛੋੜੇ ਵਿੱਚ ਇਹਦੀ ਜਾਨ ਹੀ ਨਾ ਚਲੀ ਜਾਏ, ਹੌਕੇ ਨਾਲ ਮਾਰੀ ਨਾ ਜਾਵੇ। ਇਸ ਨੂੰ ਸਤਿਗੁਰੂ ਜੀ ਦੇ ਚਰਨਾਂ ਵਿਖੇ ਲੈ ਕਰਕੇ ਜਾਈਏ। ਸਤਿਗੁਰੂ ਜੀ ਹੀ ਇਸ ਦੇ ਮੋਹ ਦੀ ਨਿਵਰਤੀ ਕਰਨਗੇ। ਸਕੇ ਸੰਬੰਧੀ ਸਾਧ ਸੰਗਤ ਜੀ ਫਿਰ ਇਸ ਸੇਠ ਨੂੰ ਨਾਲ ਲੈ ਕਰਕੇ ਨਾ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿਖੇ ਪੁੱਜੇ ਨੇ। ਆ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕੀਤੇ ਨੇ। ਗਰੀਬ ਨਵਾਜ ਸਤਿਗੁਰੂ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਉੱਪਰ ਨਤਮਸਤਕ ਹੋਏ ਨੇ, ਮੱਥਾ ਟੇਕਿਆ ਹੈ, ਡੰਡੌਤ ਬੰਦਨਾ ਕੀਤੀ ਹੈ, ਨਮਸਕਾਰਾਂ ਕੀਤੀਆਂ ਨੇ, ਪਰਿਕਰਮਾ ਕੀਤੀਆਂ ਨੇ, ਤਾਂ ਸੱਚੇ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਗਏ ਨੇ। ਫਿਰ ਇਹਨਾਂ ਨੇ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਵਿਖੇ ਅਰਜ਼ੋਈ ਕੀਤੀ ਹੈ, ਸੱਚੇ ਪਾਤਸ਼ਾਹ ਇਹ ਸ਼ਾਹੂਕਾਰ ਜੀ ਨੇ, ਇਹਨਾਂ ਦਾ ਪੁੱਤਰ ਚੜ੍ਹਾਈ ਕਰ ਗਿਆ। ਪੁੱਤਰ ਦੀ ਯਾਦ ਵਿੱਚ ਬੜਾ ਵਿਜੋਗ ਕਰਦਾ ਸ਼ਾਹੂਕਾਰ। ਮਹਾਰਾਜ ਇਹ ਤਾਂ ਧੀਰਜ ਹੀ ਨਹੀਂ ਧਾਰਦਾ ਹੈ, ਸਹਿਜ ਵਿੱਚ ਆਉਂਦਾ ਹੀ ਨਹੀਂ, ਹਰ ਵੇਲੇ ਰੋਈ ਜਾਂਦਾ ਹੈ। ਮਹਾਰਾਜ ਇਸਨੇ ਖਾਣਾ ਪੀਣਾ ਵੀ ਭੁਲਾ ਛੱਡਿਆ, ਕਿਰਪਾਲਤਾ ਕਰੋ, ਇਸ ਦੇ ਹਿਰਦੇ ਦੇ ਵਿੱਚੋਂ ਮੋਹ ਦੀ ਨਿਵਰਤੀ ਕਰੋ। ਇਸ ਨੂੰ ਹਰ ਵੇਲੇ ਰੋਂਦਿਆਂ ਦੇਖ ਕਰਕੇ ਸਾਡਾ ਵੀ ਹਿਰਦਾ ਦੁਖਦਾ ਹੈ। ਮਹਾਰਾਜ ਇਸ ਦੇ ਮੋਹ ਦੀ ਨਿਵਰਤੀ ਹੋਵੇਗੀ, ਇਹ ਰੋਣਾ ਬੰਦ ਕਰੇਗਾ, ਸਾਡੇ ਹਿਰਦੇ ਨੂੰ ਵੀ ਕੁਝ ਸ਼ਾਂਤੀ ਆਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਸ਼ਾਹੂਕਾਰ ਨੂੰ ਪੁੱਛਿਆ, ਹੇ ਸ਼ਾਹੂਕਾਰ ਦੱਸ ਤੂੰ ਕੀ ਚਾਹੁੰਦਾ ਹੈ, ਕਿਉਂ ਇਤਨਾ ਵਿਰਲਾਪ ਕਰਦਾ ਹੈ? ਕਹਿਣ ਲੱਗਾ, ਮਹਾਰਾਜ ਪੁੱਤ ਦਾ ਵਿਜੋਗ ਸਹਾਰਿਆ ਨਹੀਂ ਜਾਂਦਾ। ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਭਾਈ ਜਿਤਨੀ ਉਸਦੀ ਪਰਾ ਲਬਦ ਸੀ ਭੋਗ ਕਰਕੇ ਚਲਿਆ ਗਿਆ। ਉਸ ਦੇ ਕਰਮਾਂ ਦਾ ਸੰਜੋਗ ਹੀ ਤੇਰੇ ਨਾਲ ਇਤਨਾ ਸੀ, ਚਲਿਆ ਗਿਆ। ਜਿਸ ਦੀ ਵਸਤੂ ਸੀ ਵਾਪਸ ਬੁਲਾ ਲਈ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਜਿਹੜਾ ਦਿਨ ਤੇਰੇ ਪੁੱਤਰ ਤੇ ਆਇਆ ਉਹ ਤੇਰੇ ਤੇ ਵੀ ਆਉਣਾ ਹੈ, ਉਹ ਸਭਨਾਂ ਤੇ ਹੀ ਆਉਣਾ ਹੈ। ਆਪੋ ਆਪਣੀ ਵਾਰੀ ਅਨੁਸਾਰ ਹਰ ਕਿਸੇ ਦੇ ਘਰ ਸੁਨੇਹੇ ਪਹੁੰਚ ਰਹੇ ਨੇ, ਮੌਤ ਦੇ ਸਦੜੇ ਪੈ ਰਹੇ ਨੇ। ਤੇ ਜਦੋਂ ਸਦੜਾ ਤੇਰੇ ਪੁੱਤ ਨੂੰ ਪੈ ਗਿਆ, ਤੇਰੇ ਪੁੱਤ ਨੇ ਚਲੇ ਜਾਣਾ ਕੀਤਾ। ਜਦੋਂ ਤੈਨੂੰ ਪੈ ਗਿਆ ਤੂੰ ਵੀ ਚਲੇ ਜਾਣਾ, ਰਹਿਣਾ ਥੋੜਾ ਨਾ ਕਿਸੇ ਨੇ। ਮਹਾਰਾਜ ਮੇਰੇ ਹਿਰਦੇ ਨੂੰ ਧੀਰਜ ਨਹੀਂ ਆਉਂਦੀ। ਤੇ ਹਜ਼ੂਰ ਕਹਿੰਦੇ, ਦੱਸ ਫਿਰ ਕਿਵੇਂ ਧੀਰਜ ਧਾਰਨ ਕਰੇਗਾ, ਕਿਵੇਂ ਤੈਨੂੰ ਹੌਸਲਾ ਆਵੇ? ਤੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, ਸੱਚੇ ਪਾਤਸ਼ਾਹ ਅਸੀਂ ਤੇ ਅਲਪਾਗਾ, ਪਰ ਆਪ ਜੀ ਤੇ ਸਰਬੱਗ ਹੋ, ਸਰਬ ਸ਼ਕਤੀਮਾਨ ਹੋ, ਹਰ ਇੱਕ ਕਾਰਜ ਨੂੰ ਕਰਨੇ ਦੇ ਸਮਰੱਥ ਹੋ।
ਹਜ਼ੂਰ ਫਰਮਾਉਂਦੇ ਨੇ, ਭਾਈ ਦੱਸ ਕਿਹੜਾ ਕਾਰਜ ਸਾਡੇ ਤੋਂ ਕਰਾਉਣਾ ਲੋੜਦਾ ਹੈ? ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਮੇਰੇ ਪੁੱਤਰ ਦੀ ਆਤਮਾ ਨੂੰ ਇੱਕ ਵਾਰ ਬੁਲਾ ਦੇਵੋ, ਮੈਂ ਆਪਣੇ ਪੁੱਤਰ ਦੀ ਆਤਮਾ ਨੂੰ ਦੇਖ ਕਰਕੇ ਤ੍ਰਿਪਤ ਹੋਣਾ ਚਾਹੁੰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ। ਹਰ ਇੱਕ ਲੋਕ, ਹਰ ਇੱਕ ਜੀਵ ਤੇ ਆਪ ਜੀ ਦਾ ਹੁਕਮ ਚੱਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਤਰ ਧਿਆਨ ਹੋ ਕਰਕੇ ਬੁਲਾਇਆ ਉਸਦੇ ਪੁੱਤਰ ਦੀ ਆਤਮਾ ਨੂੰ। ਉਸਦੇ ਪੁੱਤਰ ਦੀ ਜਿਹੜੀ ਆਤਮਾ ਸੀ ਉਹ ਸ਼ਾਹੂਕਾਰ ਦੇ ਸਾਹਮਣੇ ਆਣ ਖੜੀ ਹੋਈ ਹੈ। ਆਪਣੇ ਪੁੱਤਰ ਦੀ ਆਤਮਾ ਨੂੰ ਦੇਖ ਕਰਕੇ ਕੁਝ ਕੁ ਪ੍ਰਸੰਨਤਾ ਧਾਰਨ ਕੀਤੀ ਹੈ। ਮੇਰਾ ਪੁੱਤ ਤੂੰ ਮੇਰਾ ਪੁੱਤਰ ਹੈ। ਜਦੋਂ ਇਸ ਪ੍ਰਕਾਰ ਬੋਲਿਆ, ਉਸ ਆਤਮਾ ਨੇ ਕਹਿਣਾ ਕੀਤਾ, ਸ਼ਾਹੂਕਾਰ ਜੀ ਕੌਣ ਪੁੱਤਰ? ਕਿਸ ਦਾ ਪੁੱਤਰ? ਮੈਂ ਆਤਮਾ ਹਾਂ। ਆਤਮਾ ਕਿਸੇ ਦੀ ਪੁੱਤਰ ਨਹੀਂ ਹੋਇਆ ਕਰਦੀ। ਤੁਹਾਡਾ ਪੁੱਤਰ ਉਹ ਸੀ ਜਿਹੜਾ ਮੈਨੂੰ ਇਸ ਆਤਮਾ ਨੂੰ ਕੱਪੜਾ ਪ੍ਰਾਪਤ ਹੋਇਆ ਸੀ, ਜਿਹੜਾ ਇਸ ਆਤਮਾ ਨੇ ਜਾਮਾ ਧਾਰਨ ਕੀਤਾ ਸੀ, ਸਰੀਰ ਰੂਪੀ ਚੋਲਾ ਧਾਰਨ ਕੀਤਾ ਸੀ ਨਾ, ਉਹ ਸਰੀਰ ਤੁਹਾਡਾ ਪੁੱਤਰ ਸੀ। ਮੇਰੀ ਮਾਤਾ ਤੇ ਤੁਹਾਡੇ ਸੰਬੰਧ ਕਰਕੇ ਮੇਰਾ ਸਰੀਰ ਉਤਪੰਨ ਹੋਇਆ ਸੀ, ਮੇਰੀ ਆਤਮਾ ਨਹੀਂ। ਸਰੀਰ ਉਤਪੰਨ ਹੋਇਆ ਸੀ, ਸਰੀਰ ਤੁਹਾਡਾ ਪੁੱਤ ਸੀ। ਤੇ ਜਦੋਂ ਸਰੀਰ ਚੜਾਈ ਕਰ ਗਿਆ, ਸਰੀਰ ਮਰ ਗਿਆ, ਤੁਹਾਡਾ ਪੁੱਤ ਤੇ ਉਦੋਂ ਅਭਾਵ ਹੋ ਗਿਆ, ਉਦੋਂ ਮਿਟ ਗਿਆ। ਇਹ ਆਤਮਾ ਹੁਣ ਮੈਂ ਤੁਹਾਡਾ ਪੁੱਤਰ ਨਹੀਂ ਆ। ਨਾ ਪੁੱਤਰ ਇਸ ਤਰ੍ਹਾਂ ਨਾ ਬੋਲ, ਮੇਰਾ ਤੇਰੇ ਨਾਲ ਪਿਆਰ ਹੈ, ਲਾਡ ਹੈ, ਮੋਹ ਹੈ। ਇਤਨੇ ਲਾਡ ਲਡਾਏ ਨੇ ਤੇ ਅੱਜ ਤੂੰ ਕਹਿੰਦਾ ਤੂੰ ਮੇਰਾ ਪੁੱਤ ਹੀ ਨਹੀਂ। ਉਸ ਆਤਮਾ ਨੇ ਕਹਿਣਾ ਕੀਤਾ, ਸ਼ਾਹੂਕਾਰ ਜੀ ਪਤਾ ਨਹੀਂ ਕਿੰਨੀ ਕੁ ਵਾਰ ਤੁਸੀਂ ਮੇਰੇ ਪਿਤਾ ਬਣੇ ਤੇ ਮੈਂ ਤੁਹਾਡਾ ਪੁੱਤ ਬਣਿਆ, ਤੇ ਪਤਾ ਨਹੀਂ ਕਿੰਨੀ ਕੁ ਵਾਰ ਮੈਂ ਤੁਹਾਡਾ ਪਿਤਾ ਬਣਿਆ ਤੇ ਤੁਸੀਂ ਮੇਰੇ ਪੁੱਤ ਬਣੇ। ਇਹ ਕੋਈ ਗਿਣਤੀ ਥੋੜਾ ਹੈ, ਕਿਉਂਕਿ ਇਹ ਸਰਬਗਤਾ ਸਤਿਗੁਰੂ ਜੀ ਨੇ ਇਹ ਗਿਆਨ ਉਸ ਆਤਮਾ ਨੂੰ ਸਤਿਗੁਰੂ ਜੀ ਨੇ ਬਖਸ਼ਿਆ ਸੇਠ ਨੂੰ ਧੀਰਜ ਦੇਣ ਵਾਸਤੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ, ਕੇਤੇ ਗੁਰ ਚੇਲੇ ਹੁਏ, ਆਗੇ ਪਾਸ਼ੈ ਗਣਤ ਨਾ ਆਵੈ। ਕਿੰਨਿਆਂ ਕੱਚਿਆਂ ਪਿੱਲਿਆਂ ਦੇ ਚੇਲੇ ਬਣੇ, ਉਹਨਾਂ ਨੂੰ ਗੁਰੂ ਧਾਰਨ ਕਰਕੇ ਪਰ ਮੁਕਤ ਨਾ ਹੋਏ, ਕਿਉਂਕਿ ਉਹ ਪੂਰੇ ਨਹੀਂ ਸੀ। ਬਾਰ-ਬਾਰ ਜਨਮ ਲਿਆ, ਕਿੰਨਿਆਂ ਕੋ ਦੇ ਬਾਪ ਬਣੇ, ਕਿੰਨਿਆਂ ਕੋ ਦੇ ਬੇਟੇ ਬਣੇ, ਆਗੇ ਪਾਛੈ ਗਣਤ ਨਾ ਆਵੈ। ਅੱਗੇ ਪਿੱਛੇ ਗਿਣਤੀ ਹੋਈ ਕੋਈ ਨਹੀਂ ਆਉਂਦੀ। ਸਾਧ ਸੰਗਤ ਜੀ, ਕੋਈ ਇੱਕ ਵਾਰ ਥੋੜਾ ਜਨਮ ਲੈ ਕੇ ਆਏ ਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜਦੋਂ ਤੋਂ ਸ੍ਰਿਸ਼ਟੀ ਮੁੱਢ ਤੋਂ ਰਚੀ ਹੈ। ਜੋਤ ਰਾਖੀ, ਉਦੋਂ ਤੋਂ ਹੀ ਜੋਤ ਰੱਖੀ ਹੈ। ਤਾ ਤੂੰ ਜਗ ਮਹਿ ਆਇਆ ਜੀਵ, ਉਦੋਂ ਦਾ ਹੀ ਤੂੰ ਸੰਸਾਰ ਤੇ ਆ। ਕਿਸੇ ਦਾ ਪੁੱਤ ਬਣ ਗਿਆ, ਕਿਸੇ ਦਾ ਬਾਪ ਬਣ ਗਿਆ, ਕਿਸੇ ਦਾ ਭਾਈ ਬਣ ਗਿਆ। ਹਰ ਵਾਰ ਕਰਮਾਂ ਦੇ ਸੰਜੋਗ ਕਰਕੇ ਸਰੀਰਾਂ ਦੇ ਸੰਬੰਧ ਆ ਕਰਕੇ ਬਣਦੇ ਨੇ। ਪਰਾਲਬਧ ਸਮਾਪਤ ਹੋ ਜਾਂਦੀ, ਜੀਵ ਚਲਿਆ ਜਾਂਦਾ ਹੈ। ਕਹਿਣ ਲੱਗਾ, ਸ਼ਾਹੂਕਾਰ ਜੀ ਪਤਾ ਨਹੀਂ ਕਿੰਨੀ ਕੁ ਵਾਰ ਮੈਂ ਤੁਹਾਡਾ ਬਾਪ ਬਣਿਆ ਤੇ ਤੁਸੀਂ ਮੇਰੇ ਪੁੱਤ ਬਣੇ, ਕਿੰਨੀ ਕੁ ਵਾਰ ਤੁਸੀਂ ਮੇਰੇ ਬਾਪ ਬਣੇ ਤੇ ਮੈਂ ਤੁਹਾਡਾ ਪੁੱਤ ਬਣਿਆ। ਇਹਦੀ ਕੋਈ ਗਿਣਤੀ ਥੋੜੀ ਹੈ। ਤੁਸੀਂ ਤੇ ਇੱਕ ਰਿਸ਼ਤੇ, ਇੱਕ ਜਨਮ ਦੇ ਰਿਸ਼ਤੇ ਨੂੰ ਰੋਈ ਜਾਂਦੇ ਹੋ, ਇੱਥੇ ਤੇ ਗਿਣਤੀ ਕੋਈ ਨਹੀਂ ਆਉਂਦੀ। ਪਰ ਮੋਹ ਦਾ ਮਾਰਿਆ ਇਨਸਾਨ ਏਡੀ ਛੇਤੀ ਥੋੜਾ ਨਾ ਸਮਝਿਆ ਕਰਦਾ। ਪੁੱਤ ਦੀ ਰੂਹ ਵੀ ਦੇਖ ਲਈ, ਉਸਦੇ ਨਾਲ ਗੱਲਾਂ ਵੀ ਕਰ ਲਈਆਂ, ਪਰ ਧੀਰਜ ਤਾਂ ਵੀ ਨਹੀਂ ਆਈ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਤੇ ਅਜੇ ਵੀ ਨਹੀਂ ਸਮਝਦਾ, ਕਿਰਪਾਲਤਾ ਕਰਕੇ ਆਪ ਜੀ ਆਪਣੇ ਅੰਮ੍ਰਿਤ ਬਚਨਾਂ ਦੇ ਨਾਲ ਇਸ ਦੇ ਤਪਦੇ ਹਿਰਦੇ ਨੂੰ ਠੰਡ ਪਾਓ, ਤਾਂ ਇਸ ਦਾ ਜਿਹੜਾ ਮੋਹ ਦਾ ਪਰਦਾ ਚੱਕਿਆ ਜਾਵੇਗਾ, ਤਾਂ ਹਿਰਦੇ ਚੋਂ ਮੋਹ ਮਿਟੇਗਾ। ਮਹਾਰਾਜ ਇਹਨੇ ਹੌਕੇ ਲੈਂਦੇ ਨੇ, ਵਰ ਜਾਣਾ ਨਹੀਂ ਤੇ। ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਬਖਸ਼ੋ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਉਸ ਦੇ ਹਿਰਦੇ ਨੂੰ ਧੀਰਜ ਦੇਣ ਵਾਸਤੇ ਤੇ ਸਰਬਤ ਸੰਸਾਰ ਨੂੰ ਸੱਚ ਦਾ ਉਪਦੇਸ਼ ਆਪਣੇ ਮੁਖਾਰ ਬਿੰਦ ਚੋਂ ਪ੍ਰਗਟ ਕਰਕੇ ਸਰਵਣ ਕਰਾਵਨੇ ਦੀ ਕਿਰਪਾਲਤਾ ਕਰ ਰਹੇ ਹਨ ਜੀ। ਕਾ ਕੀ ਮਾਈ ਕਾ ਕੋ ਬਾਪ। हे ਸ਼ਾਹੂਕਾਰ ਜੀ ਅਥਵਾ हे ਭਾਈ, ਇਸ ਦੁਨੀਆ ਦੇ ਵਿੱਚ ਸਰੀਰ ਦੀ ਪਰਾਲਬਧ ਸਮਾਪਤ ਹੋਣ ਤੋਂ ਕਾ ਕੀ ਮਾਈ, ਕੌਣ ਕਿਸੇ ਦੀ ਮਾਂ ਹੈ, ਕਾ ਕੋ ਬਾਪ, ਕੌਣ ਕਿਸੇ ਦਾ ਪਿਤਾ ਹੈ। ਇਹ ਰਿਸ਼ਤੇ, ਇਹ ਸੰਬੰਧ ਸਾਰੇ ਉਦੋਂ ਤੱਕ ਦੇ ਨੇ ਜਦੋਂ ਤੱਕ ਸਰੀਰ ਦੀ ਪਰਾਲਬਧ ਬਣੀ ਹੋਈ ਹੈ। ਸਰੀਰ ਜਿਉਂਦਾ ਹੈ, ਸਰੀਰ ਚੱਲਦਾ ਹੈ, ਸਰੀਰ ਦੇ ਅੰਦਰ ਸਾਖੀ ਚੇਤਨ ਹੋ ਕਰਕੇ ਪ੍ਰਮਾਤਮਾ ਜੀ ਵਸੇ ਨੇ, ਉਦੋਂ ਤੱਕ ਦੇ ਹੀ ਇਹ ਸਾਰੇ ਸੰਬੰਧ ਹਨ। ਨਾਮ ਧਾਰੀਕ ਝੂਠ
ਝੂਠੇ ਸਭ ਸਾਕ। ਜਿਤਨੇ ਕੁ ਸਾਕ, ਜਿਤਨੇ ਕੁ ਰਿਸ਼ਤੇ ਦੁਨੀਆਦਾਰੀ ਦੇ ਅੰਦਰ ਕਹੇ ਸੁਣੇ ਤੇ ਨਿਭਾਏ ਜਾਂਦੇ ਨੇ ਨਾ, ਇਹ ਸਾਰੇ ਨਾਮ ਧਾਰੀਕ ਨੇ। ਨਾਮ ਧਾਰੀਕ ਜਿਨ੍ਹਾਂ ਦਾ ਨਾਮ ਧਰ ਲਿਆ ਗਿਆ, ਨਾਮ ਮਿਥ ਲਿਆ ਗਿਆ, ਨਾਮ ਬਣਾ ਲਿਆ ਗਿਆ, ਇਹ ਤੇ ਨਾਮ ਮਾਤਰ ਦੇ ਰਿਸ਼ਤੇ ਨੇ। ਝੂਠੇ ਸਭ ਸਾਕ, ਇਹ ਸਾਰੇ ਹੀ ਸਾਕ ਜਿਹੜੇ ਨੇ ਝੂਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਸਾਕ ਸਾਡਾ ਜਨਮ ਤੋਂ ਲੈ ਕਰਕੇ ਮੌਤ ਤੱਕ ਨਿਭਦਾ, ਉਸ ਨੂੰ ਝੂਠਾ ਕਿਉਂ ਕਿਹਾ ਹੈ? ਤੇ ਹਜ਼ੂਰ ਫਰਮਾਨ ਕਰਦੇ ਨੇ, ਪਿਆਰਿਓ ਸੱਚ ਤੇ ਉਹ ਹੁੰਦਾ ਜਿਹੜਾ ਸਦੀਵ ਕਾਲ ਰਵੇ। ਪਰ ਇਹ ਜਿਹੜੇ ਰਿਸ਼ਤੇ ਨੇ, ਇਹ ਜਨਮ ਤੋਂ ਪਹਿਲਾਂ ਵੀ ਨਹੀਂ ਸੀ ਹੈਗੇ ਤੇ ਮੌਤ ਤੋਂ ਬਾਅਦ ਵੀ ਨਹੀਂ ਰਹਿਣੇ। ਥੋੜਾ ਜਿਹਾ ਸਮਾਂ ਰਹਿਣੇ ਨੇ, ਤੇ ਜਿਹੜੀ ਚੀਜ਼ ਥੋੜਾ ਚਿਰ ਰਹਿਣ ਵਾਲੀ ਹੋਵੇ ਉਹ ਝੂਠੀ ਹੁੰਦੀ ਹੈ। ਸੱਚ ਵਸਤੂ ਉਹ ਹੁੰਦੀ ਹੈ ਜਿਹੜੀ ਤਰੇਈ ਕਾਲ ਆਬਾਦ ਹੋਵੇ, ਜਿਹੜੀ ਸਦੀਵ ਸਥਿਰ ਹੋਵੇ। ਇਸ ਕਰਕੇ ਪ੍ਰਮਾਤਮਾ ਜੀ ਹੀ ਸੱਚ ਹੈ। ਆਦਿ ਦੇ ਸੱਚ, ਜੁਗਾਦ ਦੇ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਦਾ ਨਾਮ ਵੀ ਸੱਚਾ ਹੈ, ਉਸ ਦੇ ਨਾਲ ਸੰਬੰਧ ਵੀ ਸੱਚਾ ਹੈ। ਬਿਨਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਜਿਤਨੇ ਦੁਨੀਆਦਾਰੀ ਦੇ ਸਾਕ ਨੇ, ਰਿਸ਼ਤੇਦਾਰ ਨੇ ਨਾ, ਸਾਰੇ ਨਾਮ ਧਾਰੀਕ ਨੇ। ਨਾਮ ਮਾਤਰ, ਕਹਿਣ ਮਾਤਰ ਹੀ ਨੇ, ਸੱਚੇ ਨਹੀਂ, ਕਿਉਂਕਿ ਅੰਤਮ ਸਮੇਂ ਨਾਲ ਨਹੀਂ ਨਿਭਣਾ। ਕਾਕੀ ਮਾਈ ਕਹਿਣਾ ਕਰੋ ਖਾਂ, ਕਿਸ ਦੀ ਮਾਈ ਅੱਜ ਤੱਕ ਦਰਗਾਹ ਵਿੱਚ ਲੇਖਾ ਦੇਣ ਨਾਲ ਗਈ ਹੈ? ਕਾਕੋ ਬਾਪ, ਕਿਸ ਦਾ ਪਿਤਾ ਦੁਨਿਆਵੀ ਬਾਪ ਕਿਹਦਾ ਦਰਗਾਹ ਵਿੱਚ ਲੇਖੇ ਜੋ ਛਡਾਉਣ ਗਿਆ? ਨਾਮ ਧਾਰੀਕ ਜਿਤਨੇ ਵੀ ਸਾਕ ਕਹੇ ਜਾਂਦੇ ਨੇ, ਸਾਰੇ ਝੂਠੇ ਨੇ। ਕਦੇ ਕੋਈ ਸੰਬੰਧੀ ਗਿਆ, ਧੀ ਦਾ ਆਨੰਦ ਕਾਰਜ ਹੋਵੇ, ਬੜੇ ਖਰਚੇ ਕੀਤੇ ਜਾਂਦੇ ਜੀ, ਸਾਡੇ ਕੁੜਮ ਨੇ, ਲੱਖਾਂ ਰੁਪਏ ਖਰਚ ਦਿੱਤੇ ਜਾਂਦੇ ਨੇ। ਦੁਨੀਆਦਾਰੀ ਦੀਆਂ ਝੂਠੀਆਂ ਰਸਮਾਂ ਵਾਸਤੇ ਸਿਰਾਂ ਤੇ ਕਰਜ਼ੇ ਵੀ ਚੜਾ ਲਏ ਜਾਂਦੇ ਨੇ ਜੀ, ਸਾਡਾ ਸਤਿਕਾਰਯੋਗ, ਸਾਡਾ ਸੰਬੰਧੀ ਹੈ। ਪਰ ਜਿਸ ਵੇਲੇ ਸਮਾਂ ਬਣ ਜਾਂਦਾ ਹੈ, ਜਿਸ ਤੇ ਇੰਨਾ ਖਰਚ ਕੀਤਾ ਗਿਆ, ਇੰਨਾ ਮੋਹ ਦਿਖਾਇਆ ਗਿਆ, ਕਦੇ ਕੋਈ ਕੁੜਮ, ਕਦੇ ਕੋਈ ਸੰਬੰਧੀ ਨਾਲ ਗਿਆ, ਮੈਂ ਲੇਖਾ ਦੇ ਕੇ ਆਵਾਂ। ਦੁਨੀਆਦਾਰੀ ਦੇ ਜਿਤਨੇ ਕੁ ਸਾਕ ਨੇ, ਜਿਤਨੇ ਕੁ ਸੰਬੰਧੀ ਨੇ, ਹਜ਼ੂਰ ਫਰਮਾਉਂਦੇ, ਭਾਵੇਂ ਸੱਸ ਦਾ ਸਾਕ, ਭਾਵੇਂ ਸਹੁਰੇ ਦਾ, ਭਾਵੇਂ ਧੀ ਦਾ, ਭਾਵੇਂ ਪੁੱਤ ਦਾ, ਭਾਵੇਂ ਜਵਾਈ ਦਾ, ਭਾਵੇਂ ਨੂੰਹ ਦਾ, ਭਾਵੇਂ ਪੁੱਤਾਂ ਭਤੀਜਿਆਂ ਦਾ, ਜਿਤਨੇ ਵੀ ਰਿਸ਼ਤੇਦਾਰੀਆਂ ਸਾਕ ਨੇ, ਸਾਰੀਆਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਨਾਮ ਧਾਰੀਕ ਨੇ, ਨਾਮ ਧਰੇ ਹੋਏ ਨੇ। ਜਦੋਂ ਤੱਕ ਸਰੀਰ ਦਾ ਸੰਬੰਧ, ਸਰੀਰ ਵਿੱਚ ਪ੍ਰਾਣ ਚੱਲਦੇ ਨੇ, ਉਦੋਂ ਤੱਕ ਦੇ ਸਾਕ ਨੇ, ਬਾਅਦ ਵਿੱਚ ਕੋਈ ਨਹੀਂ। ਤੇ ਸਾਧ ਸੰਗਤ ਜੀ, ਦੁਨੀਆਦਾਰੀ ਵਿੱਚ ਜਿਹਦੇ ਵਿੱਚ ਤਾਂ ਇਵੇਂ ਵੀ ਦੇਖਿਆ ਜਾਂਦਾ, ਬਹੁਤ ਸਾਰੀਆਂ ਰਿਸ਼ਤੇਦਾਰੀਆਂ ਜਿਉਂਦੇ ਜਿਹੀ ਟੁੱਟ ਜਾਂਦੀਆਂ ਨੇ, ਮੁੱਖ ਮੋੜ ਲਏ ਜਾਂਦੇ ਨੇ। ਜੇ ਤੇ 4 ਟਕੇ ਕੋਲ ਹੋਣ ਤੇ ਫਿਰ ਮਿੱਤਰ ਸੰਬੰਧੀ ਆ ਜਾਂਦੇ ਨੇ, ਜੇ ਨਾ ਕੋਲ ਹੋਣ ਤੇ ਫਿਰ ਰਿਸ਼ਤੇਦਾਰੀਆਂ ਨਹੀਂ ਨਿਭਦੀਆਂ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਨਾਮ ਮਾਤਰ ਦੇ ਰਿਸ਼ਤੇ ਤੇ ਨਾਮ ਮਾਤਰ ਦੇ ਸਾਰੇ ਝੂਠੇ ਸਾਕ ਹਨ। ਕਾਹੇ ਕੋ ਮੂਰਖ ਭਖ ਲਾਇਆ। ਤੇ ਬੇਨਤੀ ਕਰਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੇਰਾ ਪੁੱਤ ਦੇ ਨਾਲ ਮੋਹ ਬੜਾ ਸੀ, ਮੇਰੇ ਪਾਸੋਂ ਨਹੀਂ ਰਿਹਾ ਜਾਂਦਾ। ਤੇ ਸੰਬੰਧੀਆਂ ਨੇ ਦੱਸਣਾ ਕੀਤਾ, ਮਹਾਰਾਜ ਇਹ ਤੇ ਰਾਤ ਨੂੰ ਵੀ ਬਰੜਾ ਬਰੜਾ ਕੇ ਉੱਠਦਾ, ਹਾਏ ਮੇਰਾ ਪੁੱਤ, ਹਾਏ ਮੇਰਾ ਪੁੱਤ ਪੁਕਾਰ ਕੇ ਉੱਠ ਕੇ ਬੈਠ ਜਾਂਦਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਕੋਈ ਗੁਰਮੁਖਤਾਈ ਥੋੜੀ ਹੈ, ਇਹ ਤੇ ਮਨਮੁਖਤਾਈ ਹੈ ਨਾ, ਇਹ ਸਿਆਣਪਤਾ ਥੋੜੀ ਹੈ, ਇਹ ਤੇ ਮੂਰਖਤਾਈ ਹੈ ਨਾ। ਕਾਹੇ ਕੋ ਮੂਰਖ ਪਖਲਾਇਆ, ਜਿਹੜਾ ਵਾਹਿਗੁਰੂ ਜੀ ਦੇ ਭਾਣੇ ਤੋਂ ਬੇਮੁਖ ਹੋ ਜਾਵੇ ਨਾ, ਉਹ ਮੂਰਖ ਹੁੰਦਾ ਹੈ। ਸਤਿਗੁਰੂ ਜੀ ਦੇ ਨਾਮ ਤੋਂ ਬੇਮੁਖਾਂ ਨੂੰ ਵੀ ਬਚਨ ਨੇ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾ ਹੀ ਨਾਓ। ਜਿਹੜਾ ਨਾਮ ਨੂੰ ਨਹੀਂ ਮੰਨਦਾ, ਨਾਮ ਬਾਣੀ ਦੇ ਉਪਦੇਸ਼ ਨੂੰ ਨਹੀਂ ਮੰਨਦਾ, ਉਹ ਤੇ ਮੂਰਖਾਂ ਸਿਰ ਮੂਰਖ, ਮਹਾਮੂਰਖ ਹੈ। ਤੇ ਸਤਿਗੁਰੂ ਜੀ ਨਾਮ ਬਾਣੀ ਦੁਆਰਾ ਸਮਝ ਦਿੰਦੇ ਨੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਤੇ ਜਿਹੜਾ ਉਪਦੇਸ਼ਾਂ ਨੂੰ ਪੜ੍ਹ ਕਰਕੇ, ਸੁਣ ਕਰਕੇ ਮੰਨਦਾ ਹੀ ਨਹੀਂ, ਫਿਰ ਵੀ ਹਾਏ ਮੇਰਾ ਕਰੀ ਜਾਂਦਾ ਹੈ, ਤੇ ਹਜ਼ੂਰ ਫਰਮਾਉਂਦੇ ਫਿਰ ਤੋਂ ਮੂਰਖ ਹੀ ਹੈ, ਮੂਰਖਾਂ ਸਿਰ ਮੂਰਖ ਹੈ। ਇਸ ਕਰਕੇ ਹਜ਼ੂਰ ਫਰਮਾਵਣਾ ਕਰਦੇ ਨੇ, ਕਾਹੇ ਕੋ ਮੂਰਖ ਪਖਲਾਇਆ। ਹੇ ਮੂਰਖਾ, ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਨਾ ਮੰਨਣ ਵਾਲਿਆ, ਭਾਣੇ ਤੋਂ ਮੁਨਕਰ ਹੋਣ ਵਾਲਿਆ, ਵਾਹਿਗੁਰੂ ਜੀ ਦੀ ਬੰਦਗੀ ਨੂੰ ਛੱਡ ਕੇ, ਵਾਹਿਗੁਰੂ ਜੀ ਦੇ ਪਿਆਰ ਨੂੰ ਛੱਡ ਕੇ, ਮਰ ਚੁੱਕੇ ਸਰੀਰ ਦੇ ਮੋਹ ਦੇ ਵਿੱਚ ਬਰੜਾ ਬਰੜਾ ਕੇ ਉੱਠ ਕੇ ਬਹਿਣ ਵਾਲਿਆ, ਆਪਣੇ ਮਨ ਦੇ ਹਿਰਦੇ ਦੇ ਭਰਮ ਨੂੰ ਤਿਆਗ ਕਿਉਂ ਨਹੀਂ ਦਿੰਦਾ? ਮੂਰਖਾ, ਕਿਉਂ ਬਰੜਾ ਬਰੜਾ ਕੇ ਮੋਹਦਾ ਮਾਰਿਆ ਤੂੰ ਉੱਠਦਾ ਹੈ? ਮਿਲ ਸੰਜੋਗ ਹੁਕਮ ਤੂੰ ਆਇਆ।
ਇਹ ਤੇ ਤੂੰ ਤੇਰੇ ਨਾਲ ਮਿਲ ਸੰਜੋਗ ਉਹਦੇ ਕਰਮਾਂ ਦੇ ਪੂਰਬਲੇ ਕਰਮਾਂ ਦਾ ਇਤਨਾ ਕੁ ਸੰਜੋਗ ਸੀ, ਉਹਨਾਂ ਕਰਮਾਂ ਦੇ ਸੰਬੰਧ ਕਰਕੇ ਸੰਜੋਗ ਕਰਕੇ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਉਸਨੇ ਤੇਰਾ ਪੁੱਤਰ ਬਣ ਕੇ ਤੇਰੇ ਘਰ ਦੇ ਵਿੱਚ ਜਨਮ ਲਿਆ ਸੀ। ਲੈਣਾ ਦੇਣਾ ਹੀ ਇੰਨਾ ਸੀ, ਸੰਜੋਗ ਹੀ ਇੰਨਾ ਸੀ, ਇਸ ਤੋਂ ਜ਼ਿਆਦਾ ਨਹੀਂ ਸੀ। ਮਿਲ ਸੰਜੋਗ ਤੇਰੀ ਪਰਾਲਬਧ ਦੇ ਅਨੁਸਾਰ ਤੇਰੇ ਕਰਮਾਂ ਦੇ ਨਾਲ ਤੇਰਾ ਸੰਜੋਗ ਹੋਇਆ ਤੇ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਤੂੰ ਆਇਆ, ਤੂੰ ਇਸ ਸੰਸਾਰ ਦੇ ਵਿੱਚ ਆਇਆ। ਤੇ ਜਦੋਂ ਤੇਰੇ ਕਰਮਾਂ ਦਾ ਸੰਜੋਗ ਪੂਰਾ ਹੋ ਗਿਆ, ਸੰਬੰਧੀਆਂ ਦੇ ਨਾਲੋਂ ਤੇਰਾ ਵੀ ਵਿਜੋਗ ਪੈ ਜਾਣਾ ਤੇ ਤੂੰ ਵੀ ਚੱਲਿਆ ਜਾਣਾ। ਇੱਥੇ ਰਹਿਣਾ ਥੋੜਾ ਕਿਸੇ ਨੇ। ਜਿਤਨਾ ਜਿਤਨਾ ਸੰਬੰਧਾਂ ਦਾ ਸੰਜੋਗ ਹੈ, ਕਰਮਾਂ ਦਾ ਲੈਣ ਦੇਣਾ, ਉਤਨਾ ਉਤਨਾ ਲੈਣਾ ਦੇਣਾ ਆਪਣਾ ਲੈ ਕਰਕੇ ਸਾਰੇ ਆਪੋ ਆਪਣੀ ਵਾਰੀ ਅਨੁਸਾਰ ਤੁਰੇ ਜਾਂਦੇ ਨੇ। ਸਾਧ ਸੰਗਤ ਜੀ, ਇੱਕ ਬੜਾ ਵੱਡਾ ਭਾਰੀ ਵਿਦਵਾਨ ਜੋਤਸ਼ੀ ਸੀ। ਉਸ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਤੇ ਇਸ ਨੇ ਜੋਤਿਸ਼ ਦੀ ਵਿਦਿਆ ਦੇ ਅਨੁਸਾਰ ਜੋਤਿਸ਼ ਕਲਾ ਕਰਕੇ ਦੇਖਿਆ ਕਿ ਇਸ ਪੁੱਤਰ ਦੇ ਨਾਲ ਪਿਛਲੇ ਜਨਮ ਦਾ ਮੇਰਾ ਲੈਣ ਦੇਣ 1000 ਰੁਪਏ ਦਾ ਰਹਿੰਦਾ ਤੇ ਜਦੋਂ ਇਸ ਨੇ ਮੈਨੂੰ 1000 ਰੁਪਇਆ ਕਮਾ ਕੇ ਦੇ ਦਿੱਤਾ, ਉਦੋਂ ਮੇਰਾ ਲੈਣਾ ਦੇਣਾ ਪੂਰਾ ਹੋ ਜਾਣਾ ਔਰ ਉਦੋਂ ਇਹਦੀ ਪਰਾਲਬਧ ਮੁੱਕ ਜਾਣੀ ਹੈ, ਚੜ੍ਹਾਈ ਕਰ ਜਾਣਾ ਇਸਨੇ। ਕਿਉਂਕਿ ਜਿਹੜਾ ਜੋਤਿਸ਼ ਮਤ ਹੈ ਅੱਜ ਤੇ ਭਾਵੇਂ ਦੁਨੀਆ ਦੇ ਅੰਦਰ ਕਿਧਰੇ ਲੱਭਦਾ ਨਹੀਂ, ਪਖੰਡ ਜ਼ਿਆਦਾ ਹੋ ਗਿਆ, ਝੂਠ ਹੋ ਗਿਆ ਸਾਰੇ ਪਾਸੇ। ਪਰ ਪੁਰਾਤਨ ਸਮੇਂ ਦੇ ਵਿੱਚ ਕੁਝ ਹੱਦ ਤੱਕ ਹੋਇਆ ਕਰਦਾ ਸੀ। ਬੇਨਤੀ ਸਰਵਣ ਕਰਿਓ, ਕੁਝ ਹੱਦ ਤੱਕ। ਪਰ ਉਹਦੇ ਨਾਲ ਵੀ ਕਿਸੇ ਗੱਲ ਨੂੰ ਬੁੱਝ ਸਮਝ ਤੇ ਸਕਦੇ ਸਨ, ਪਰ ਉਸ ਨੂੰ ਬਦਲਿਆ ਨਹੀਂ ਸੀ ਜਾ ਸਕਦਾ। ਜੇ ਸਾਧ ਸੰਗਤ ਜੀ ਬਦਲਿਆ ਜਾ ਸਕਦਾ ਹੁੰਦਾ ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਵਿਆਹ ਹੋਣਾ ਸੀਤਾ ਜੀ ਦੇ ਨਾਲ। ਤੇ ਜੋਤਿਸ਼ ਲਾਇਆ ਹੈ ਦੋ ਮਹਾਂਪੁਰਖਾਂ ਨੇ, ਰਾਮਚੰਦਰ ਦੇ ਦੋਵਾਂ ਗੁਰੂਆਂ ਨੇ, ਵਸ਼ਿਸ਼ਟ ਜੀ ਨੇ ਤੇ ਵਿਸ਼ਵਾਮਿੱਤਰ ਜੀ ਨੇ, ਦੋਵੇਂ ਮਹਾਂਵਿਦਵਾਨ। ਇੱਕ ਰਾਮਚੰਦਰ ਜੀ ਨੂੰ ਬ੍ਰਹਮ ਵਿਦਿਆ ਪੜ੍ਹਾਉਂਦੇ ਨੇ, ਦੂਸਰੇ ਨੇ ਸ਼ਸਤਰ ਵਿਦਿਆ ਸਿਖਾਈ ਹੈ, ਦੋਵੇਂ ਰਾਮਚੰਦਰ ਜੀ ਦੇ ਗੁਰੂ। ਦੋਵਾਂ ਨੇ ਸਾਹਾ ਸੋਧ ਕਰਕੇ, ਗ੍ਰਹਿ ਨਛੱਤਰ ਦੇਖ ਕਰਕੇ ਮੁਹੂਰਤ ਕੱਢਿਆ। ਰਾਮਚੰਦਰ ਜੀ, ਫਲਾਣੇ ਮੁਹੂਰਤ ਤੇ ਤੁਹਾਡਾ ਵਿਆਹ ਹੋਵੇਗਾ ਤੇ ਬੜਾ ਸੁੱਖ ਪਾਓਗੇ। ਪਰ ਸਾਧ ਸੰਗਤ ਜੀ, ਇਤਿਹਾਸ ਗਵਾਹ ਇਸ ਗੱਲ ਦਾ, ਕੁੱਲ ਦੁਨੀਆ ਜਾਣਦੀ ਏ, ਰਾਮਚੰਦਰ ਜੀ ਨੇ ਤੇ ਸੀਤਾ ਜੀ ਨੇ ਵਿਆਹ ਦੇ ਮਗਰੋਂ ਸੁੱਖ ਨਹੀਂ ਪਾਇਆ। ਰਾਜ ਗੱਦੀ ਤੇ ਬੈਠਣਾ ਸੀ ਤੇ ਬਨਵਾਸ ਮਿਲ ਗਿਆ। ਬਨਵਾਸ ਵਿੱਚੋਂ ਸੀਤਾ ਜੀ ਨੂੰ ਰਾਵਣ ਚੁੱਕ ਕੇ ਲੈ ਗਿਆ, ਪਰਾਏ ਵਸ ਪੈ ਗਈ। ਵੱਡੀ ਭਾਰੀ ਜੰਗ ਰਾਵਣ ਦੇ ਨਾਲ ਹੋਈ। ਰਾਮਚੰਦਰ ਜੀ ਨੂੰ, ਲక్ష్మణ ਜੀ ਨੂੰ ਮੂਰਛਿਤ ਕਰ ਦਿੱਤਾ। ਪਤਾਲ ਵਿੱਚੋਂ ਜਾ ਕਰਕੇ ਹਨੂਮਾਨ ਜੀ ਨੇ ਨਾਗਲੋਕ ਵਿੱਚ ਜਾ ਕਰਕੇ ਇਹਨਾਂ ਦਾ ਜ਼ਹਿਰ ਉਤਾਰ ਕਰਕੇ ਠੀਕ ਕਰਕੇ ਲੈ ਕੇ ਆਂਦਾ। ਮੇਘਨਾਥ ਨੇ ਬਰਸ਼ੀ ਮਾਰੀ, ਇਸੇ ਪ੍ਰਕਾਰ ਲక్ష్మణ ਨੂੰ ਮੂਰਛਿਤ ਕਰ ਦਿੱਤਾ। ਹਨੂਮਾਨ ਨੇ ਸੰਜੀਵਨੀ ਬੂਟੀ ਦੁਆਰਾ ਫਿਰ ਸੁਖੈਨ ਵੈਦ ਰਾਹੀਂ ਉਸ ਨੂੰ ਠੀਕ ਕੀਤਾ। ਵੱਡੇ ਭਾਰੀ ਕਸ਼ਟ ਝੱਲੇ, ਰਾਵਣ ਨੂੰ ਮਾਰਿਆ, ਜੰਗ ਜਿੱਤੀ, ਵਾਪਸ ਲੈ ਕੇ ਆਇਆ ਤੇ ਮਹਿਲਾਂ ਚ ਰਹਿਣਾ। ਫਿਰ ਵੀ ਸੀਤਾ ਜੀ ਨੂੰ ਨਹੀਂ ਮਿਲਿਆ, ਫਿਰ ਵੀ ਬਨਵਾਸ ਦੇ ਦਿੱਤਾ। ਲਵ ਤੇ ਕੁਸ਼ ਦੋਵੇਂ ਪੁੱਤਰ ਜੰਗਲ ਵਿੱਚ ਹੀ ਪੈਦਾ ਹੋਏ। ਰਾਮਚੰਦਰ ਜੀ ਦੀ ਸੈਨਾ ਨਾਲ ਯੁੱਧ ਕੀਤਾ। ਲਵ ਕੁਸ਼ ਨੇ ਸਾਰੀ ਸੈਨਾ ਨੂੰ ਸ਼ਤਰੂਗਨ, ਲక్ష్మణ ਤੇ ਹਨੂਮਾਨ ਦੇ ਸਮੇਤ ਹਰਾ ਦਿੱਤਾ। ਰਾਮਚੰਦਰ ਜੀ ਜੰਗ ਕਰਨ ਵਾਸਤੇ ਆਏ, ਬੱਚੇ ਵੇਖ ਕੇ ਲੜਦੇ ਨਹੀਂ, ਬਾਲਕਾਂ ਨਾਲ ਕੀ ਜੰਗ ਕਰਾਂ। ਪਤਾ ਲੱਗ ਗਿਆ ਮੇਰੇ ਸੁਪੁੱਤਰ ਨੇ। ਘਰ ਲੈ ਕਰਕੇ ਆਇਆ, ਸੀਤਾ ਦੀ ਫਿਰ ਅਗਨੀ ਪ੍ਰੀਖਿਆ ਲਈ, ਵਿਸ਼ਵਾਸ ਫਿਰ ਵੀ ਨਹੀਂ ਕੀਤਾ। ਆਖਰਕਾਰ ਉਸਨੇ ਧਰਤੀ ਦੇ ਅੱਗੇ ਪੁਕਾਰ ਕੀਤੀ, ਹੈ ਧਰਤੀ ਮਾਂ, ਇੰਨੀ ਬੇਅਦਬੀ ਦੇ ਨਾਲੋਂ ਕਿ ਮੇਰਾ ਪਤੀ ਮੈਨੂੰ ਅੱਜ ਵੀ ਪਾਕ ਦਮਨ ਨਾ ਸਮਝੇ, ਪਾਕ ਪਵਿੱਤਰ ਨਾ ਸਮਝੇ, ਤੇ ਐਸੇ ਕਲੰਕ ਦੇ ਨਾਲੋਂ ਤਾਂ ਮੈਂ ਤੇਰੀ ਗੋਦ ਵਿੱਚ ਸਮਾ ਜਾਵਾਂ, ਚੰਗਾ ਮੈਨੂੰ ਆਪਣੀ ਗੋਦ 'ਚ ਥਾਂ ਦੇ ਦੇ। ਤੇ ਸਾਧ ਸੰਗਤ ਜੀ, ਫਿਰ ਰਾਮਾਇਣ ਵਿੱਚ ਲਿਖਿਆ ਧਰਤੀ ਫਟ ਗਈ ਤੇ ਸੀਤਾ ਜੀ ਧਰਤੀ ਦੇ ਵਿੱਚ ਹੀ ਸਮਾ ਗਏ। ਇਸ ਪ੍ਰਕਾਰ ਮਹਿਲਾਂ ਵਿੱਚ ਜਾਂ ਸੁੱਖਾਂ ਦੇ ਪੂਰਵਕ ਦੋਵਾਂ ਜੀਆਂ ਨੂੰ ਰਹਿਣਾ ਫਿਰ ਵੀ ਨਹੀਂ ਮਿਲਿਆ। ਜਿੱਥੇ ਵਸ਼ਿਸ਼ਟ ਵਰਗੇ, ਇਸੇ ਪ੍ਰਕਾਰ ਵਿਸ਼ਵਾਮਿੱਤਰ ਵਰਗੇ ਬ੍ਰਹਮ ਗਿਆਨੀ ਮਹਾਤਮਾ ਨੇ ਵੀ ਜੋਤਿਸ਼ ਲਾਇਆ, ਪੰਡਤਾਂ ਬ੍ਰਾਹਮਣਾਂ ਨੇ, ਪਰ ਰਾਸਤੇ ਤਾਂ ਵੀ ਨਹੀਂ ਆਇਆ। ਹਜ਼ੂਰ ਨੇ ਤਾਂ ਹੀ ਫਰਮਾਨ ਕੀਤਾ, ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ ਪਿਆਰਿਓ। ਜੋਤਸ਼ੀਆਂ ਦੇ ਪਾਸੋਂ ਸੁੱਖ ਨਹੀਂ ਜੇ ਮਿਲਨੇ। ਸਾਰੇ ਹੀ ਦਿਨ, ਸਾਰੇ ਮੁਹੂਰਤ, ਸਾਰੇ ਵਾਰ, ਸਾਰੀਆਂ ਥਿੱਤਾਂ ਉਸਦੇ ਵਾਸਤੇ ਚੰਗੀਆਂ ਨੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਨੇ ਨਦਰ ਕਰ ਦਿੱਤੀ। ਇਸ ਕਰਕੇ ਨਦਰ ਦੇ ਵਿੱਚ ਆ ਜਾਓ, ਦਿਨ ਸਾਰੇ ਭਲੇ ਹੋ ਜਾਣੇ ਆ, ਸਾਰੇ ਸੁੱਖ ਆਪੇ ਮਿਲ ਜਾਣੇ ਨੇ। ਸੁੱਖ ਬਾਹਮਣਾ ਦੇ ਕੋਲ ਥੋੜੇ ਨੇ ਕਿਧਰੇ, ਇਹ ਤਾਂ ਸਭ ਸੁੱਖ ਦਾਤਾ ਰਾਮ ਹੈ। ਸਾਰਿਆਂ ਸੁੱਖਾਂ ਦਾ ਦਾਤਾ ਤੇ ਰਾਮ ਹੈ।
ਜੋਤਸ਼ੀਆਂ ਦੇ ਪਾਸੋਂ ਨਾ ਤੇ ਸੁੱਖ ਮਿਲ ਸਕਦਾ ਹੈ, ਨਾ ਕੁਝ ਬਦਲ ਸਕਦੇ ਨੇ। ਤੇ ਜਿਵੇਂ ਰਾਮਚੰਦਰ ਜੀ ਦੇ ਵਿਆਹ ਦਾ ਜੋਤਿਸ਼ ਵਿਸ਼ਿਸ਼ਟ ਮੁਨੀ ਜੀ ਤੇ ਵਿਸ਼ਵਾਮਿੱਤਰ ਜੀ ਨੇ ਲਾਇਆ ਹੈ, ਜੇ ਏਡੇ ਵੱਡੇ ਮਹਾਤਮਾ ਦਾ ਜੋਤਿਸ਼ ਰਾਮਚੰਦਰ ਜੀ ਦੇ ਗੁਰੂਆਂ ਦਾ ਜੋਤਿਸ਼ ਗਲਤ ਹੋ ਸਕਦਾ ਹੈ, ਤੇ ਅੱਜ ਆ ਨਿੱਕੀਆਂ ਨਿੱਕੀਆਂ ਦੁਕਾਨਾਂ ਪਾ ਕੇ ਤੇ ਤਪੜੀਆਂ ਵਿਛਾ ਕੇ ਬੈਠੇ, ਇਹਨਾਂ ਦਾ ਜੋਤਿਸ਼ ਕਿੰਨਾ ਕੁ ਸੱਚਾ ਹੋ ਜਾਣਾ, ਇਹਨਾਂ ਨੂੰ ਕੀ ਪਤਾ। ਵਕਤ ਦੀ ਮੁੱਠ ਵਿੱਚ ਕੀ ਹੈ, ਵਕਤ ਦੇ ਗਰਭ ਵਿੱਚ ਕੀ ਹੈ, ਕੇਵਲ ਤਾਂ ਕੇਵਲ ਪ੍ਰਮਾਤਮਾ ਜੀ ਜਾਣਦੇ ਨੇ, ਕੋਈ ਪੱਤਰੀ ਖੋਲਣ ਵਾਲਾ ਨਹੀਂ ਜੇ ਜਾਣਦਾ। ਪਰ ਵੱਡਾ ਭਾਰੀ ਵਿਦਵਾਨ ਪੰਡਤ ਉਸਨੇ ਜੋ ਗਿਣਤੀ ਮਿਣਤੀ ਕਰਨੀ ਸੀ ਕਰਕੇ ਦੇਖਿਆ, ਕਹਿਣ ਲੱਗਾ ਮੇਰੇ ਪੁੱਤ ਦਾ ਸੰਬੰਧ ਮੇਰੇ ਨਾਲ 1000 ਰੁਪਏ ਦਾ ਹੈ, ਇੰਨੇ 1000 ਰੁਪਇਆ ਮੇਰਾ ਦੇਣਾ ਹੈ, ਤੇ ਉਹ ਲੈਣਾ ਦੇਣਾ ਪੂਰਾ ਕਰਨ ਆਇਆ, ਜਦੋਂ ਮੈਨੂੰ 1000 ਰੁਪਇਆ ਕਮਾ ਕੇ ਦੇਵੇਗਾ ਫਿਰ ਇਸਨੇ ਮਰ ਜਾਣਾ। ਮਨ ਚ ਸੋਚਿਆ ਜੇ ਤੇ ਵੱਡਾ ਹੋਊਗਾ ਫਿਰ ਜਾ ਕਰਕੇ ਕਮਾਈ ਕਰੂਗਾ ਤੇ ਫਿਰ ਦੇਵੇਗਾ, ਉਦੋਂ ਤੱਕ ਤੇ ਮੇਰੇ ਕੋਲ ਹੀ ਹੈ ਨਾ। ਬੜਾ ਪਿਆਰ ਕਰਨ ਲੱਗਾ, ਬੜੇ ਲਾਡ ਲਡਾਉਣ ਲੱਗਾ, ਬੜੀਆਂ ਖੇਡਾਂ ਖੇਡਣ ਲੱਗਾ। ਰਿਸ਼ਤੇਦਾਰ ਬੱਚੇ ਨੂੰ ਵੇਖਣ ਵਾਸਤੇ ਆਉਂਦੇ ਨੇ ਨਾ, ਜਦੋਂ ਨਵਾਂ ਬੱਚਾ ਜਨਮ ਲੈਂਦਾ, ਉਹ ਸੰਬੰਧੀਆਂ ਨੇ ਕਿਸੇ ਨੇ 2 ਰੁਪਏ ਦਿੱਤੇ, ਕਿਸੇ ਨੇ 4 ਦਿੱਤੇ, ਕਿਸੇ ਨੇ 10 ਦਿੱਤੇ, ਕਿਸੇ ਨੇ 50 ਦਿੱਤੇ, ਤੇ 1000 ਰੁਪਇਆ ਪੂਰਾ ਹੋ ਗਿਆ। ਹੁਣ ਲੈਣਾ ਦੇਣਾ 1000 ਦਾ ਹੀ ਸੀ, ਤੇ ਹੁਣ 1000 ਰੁਪਇਆ ਪੁੱਤ ਨੂੰ ਮਿਲਿਆ ਤੇ ਕਮਾਈ ਪੁੱਤ ਦੀ ਹੋਈ ਨਾ। 1000 ਰੁਪਇਆ ਪੂਰਾ ਹੋ ਗਿਆ ਤੇ ਪੁੱਤ ਮਰ ਗਿਆ। ਬੜਾ ਵਿਜੋਗ ਕਰਦਾ, ਪਰ ਗਿਣਤੀ ਕਰਕੇ ਦੇਖੀ, ਸੋਚਦਾ, ਕਹਿੰਦਾ 1000 ਦਾ ਹੀ ਲੈਣਾ ਦੇਣਾ ਸੀ, 1000 ਮਿਲ ਗਿਆ, ਲੈਣਾ ਦੇਣਾ ਦੇ ਕੇ ਤੁਰ ਗਿਆ। ਸਮਾਂ ਪਾ ਕਰਕੇ ਫਿਰ ਇਸ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ। ਉਹਦਾ ਜੋਤਿਸ਼ ਲਾ ਕਰਕੇ ਦੇਖਿਆ, ਜੋਤਿਸ਼ ਵਿੱਚ ਇਸਨੇ ਦੇਖਿਆ ਕਿ ਇਸ ਦਾ 1000 ਰੁਪਇਆ ਮੈਂ ਦੇਣਾ ਹੈ, ਜਦੋਂ ਮੈਂ ਇਸ ਦਾ 1000 ਰੁਪਇਆ ਦੇ ਦੇਵਾਂਗਾ ਉਦੋਂ ਇਹਨੇ ਵੀ ਮਰ ਜਾਣਾ। ਪਰ ਪੁੱਤਰ ਦੇ ਜਨਮ ਦੀ ਖੁਸ਼ੀ ਐਸੀ ਮੱਤ ਮਾਰੀ ਗਈ, ਬੜਾ ਖੁੱਲਾ ਖਰਚਾ ਕੀਤਾ, ਮਠਿਆਈਆਂ ਵੰਡੀਆਂ, ਪਾਰਟੀਆਂ ਦਿੱਤੀਆਂ, ਤਾਂ ਜਦੋਂ ਮਠਿਆਈਆਂ ਇਤਿਆਦਿਕ ਤੇ 1000 ਰੁਪਏ ਦਾ ਖਰਚਾ ਹੋ ਗਿਆ, ਪੁੱਤ ਫਿਰ ਮਰ ਗਿਆ, ਕਿਉਂਕਿ ਉਹਦੇ ਆਪਣਾ 1000 ਰੁਪਏ ਲੈਣ ਆਇਆ ਸੀ। 1000 ਰੁਪਇਆ ਖਰਚਾ ਹੋ ਗਿਆ ਤੇ ਉਹ ਵੀ ਪੂਰਾ ਹੋ ਗਿਆ। ਇਸ ਪ੍ਰਕਾਰ ਜਿਤਨਾ ਜਿਤਨਾ ਕਿਸੇ ਦੇ ਕਰਮਾਂ ਦਾ ਸੰਜੋਗ ਹੈ, ਜਿਤਨਾ ਜਿਤਨਾ ਕਿਸੇ ਦਾ ਲੈਣਾ ਦੇਣਾ, ਅਕਸਰ ਸੁਣਿਆ ਜਾਂਦਾ ਕੋਈ ਸਰੀਰ ਚੜਾਈ ਕਰ ਜਾਵੇ ਨਾ, ਤੇ ਸਾਧ ਸੰਗਤ ਜੀ ਫਿਰ ਸਿਆਣੇ ਬਜ਼ੁਰਗ ਕਹਿੰਦੇ ਨੇ ਇਹਦਾ ਦਾਣਾ ਪਾਣੀ ਇੰਨਾ ਸੀ, ਇਹਦਾ ਲੈਣਾ ਦੇਣਾ ਹੀ ਇੰਨਾ ਸੀ। ਕਿਸੇ ਹਸਪੀਟਲ ਦੇ ਅੰਦਰ ਵੱਡਾ ਭਾਰੀ ਖਰਚਾ ਹੋ ਜਾਵੇ ਤੇ ਬੰਦਾ ਚੜਾਈ ਕਰ ਜਾਵੇ, ਤੇ ਬਜ਼ੁਰਗ ਕਹਿੰਦੇ ਨੇ ਇਹਦਾ ਲੈਣਾ ਦੇਣਾ ਪੂਰਾ ਹੋ ਗਿਆ, ਇਹ ਹਸਪੀਟਲ ਡਾਕਟਰਾਂ ਨੂੰ ਜਿੰਨਾ ਲੈਣਾ ਦੇਣਾ ਸੀ ਉਹ ਪੂਰਾ ਹੋ ਗਿਆ, ਤਾਂ ਚੜਾਈ ਕਰ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਮੇਲ ਸੰਜੋਗ ਹੁਕਮ ਤੂੰ ਆਇਆ, ਹੇ ਸ਼ਾਹੂਕਾਰ ਤੇਰੇ ਵੀ ਕਰਮਾਂ ਦੇ ਸੰਜੋਗ ਦੇ ਮਿਲਾਪ ਕਰਕੇ, ਜੋ ਕਰਮਾਂ ਦੇ ਨਾਲ ਮਿਲਾਪ ਹੋਣਾ ਇਹ ਸੰਜੋਗ ਹੈ, ਸੰਬੰਧੀਆਂ ਦੇ ਨਾਲ ਮਿਲਾਪ ਹੋਣਾ ਇਹ ਸੰਜੋਗ ਹੈ। ਸੰਜੋਗਾਂ ਦੇ ਵਸ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਤੂੰ ਵੀ ਸਰੀਰ ਧਾਰਨ ਕਰਕੇ ਆਇਆ ਹੈ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਏਕਾ ਮਾਟੀ ਏਕਾ ਜੋਤ। ਮਹਾਰਾਜ ਮੇਰਾ ਪੁੱਤਰ ਸੀ, ਮੇਰਾ ਮੋਹ ਬੜਾ ਸੀ, ਮੈਂ ਗੋਦੀ ਵਿੱਚ ਖੜਾਇਆ, ਮੈਂ ਹੱਥਾਂ ਦੇ ਨਾਲ ਨਿਵਾਲੇ ਉਸਦੇ ਮੁਖ ਵਿੱਚ ਪਾਏ, ਗਰਾਹੀਆਂ ਮੁਖ ਵਿੱਚ ਪਾਈਆਂ, ਬੁਰਕੀਆਂ ਉਹਦੇ ਮੂੰਹ ਵਿੱਚ ਪਾਈਆਂ। ਮਹਾਰਾਜ ਉਹਦਾ ਮੁਖ ਮਸਤਕ ਮੈਂ ਚੁੰਮਦਾ ਰਿਹਾ, ਉਂਗਲੀ ਫੜ ਕੇ ਉਸਨੂੰ ਤੁਰਨਾ ਸਿਖਾਇਆ, ਬੜੇ ਖਰਚੇ ਕਰਕੇ ਉਸ ਦੀ ਪੜ੍ਹਾਈ ਕਰਾਈ ਮਹਾਰਾਜ, ਤੇ ਮੇਰੇ ਪਾਸੋਂ ਉਹ ਭੁੱਲਿਆ ਨਹੀਂ ਜਾਂਦਾ। ਹਜ਼ੂਰ ਫਰਮਾਨ ਕਰਦੇ ਨੇ, ਏਕਾ ਮਾਟੀ ਏਕਾ ਜੋਤ। ਸਭ ਤੋਂ ਪਹਿਲਾਂ ਤੇ ਇਹ ਸਮਝ ਕਿ ਤੂੰ ਮਰਿਆ ਕਿਸ ਨੂੰ ਸਮਝਦਾ ਹੈ। ਸਾਰੇ ਹੀ ਸਰੀਰਾਂ ਦੀ ਮਿੱਟੀ ਇੱਕੋ ਹੀ ਲੱਗੀ ਹੈ। ਮਿੱਟੀ ਇਤਿਆਦਿਕ ਜਿਹੜੇ 5 ਤੱਤ ਨੇ ਨਾ, ਇਹ ਸਾਰੇ ਸਰੀਰਾਂ ਦੇ ਬਰਾਬਰ ਨੇ, ਤੇ ਸਾਰੇ ਸਰੀਰਾਂ ਦੇ ਅੰਦਰ ਏਕਾ ਜੋਤ, ਜਿਹੜੀ ਜੋਤ ਆਤਮਾ ਹੈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੱਕ ਹੀ ਹੈ। ਇੱਕੋ ਜੋਤ ਸਭਨਾਂ ਦੇ ਅੰਦਰ, ਸਭ ਮਹਿ ਜੋਤ ਜੋਤ ਹੈ ਸੋਏ। ਤੇ ਸਾਰੇ ਸਰੀਰਾਂ ਨੂੰ 5 ਤੱਤ ਵੀ, ਆਕਾਸ਼, ਮਿੱਟੀ, ਹਵਾ, ਪਾਣੀ ਤੇ ਅੱਗ, ਬਰਾਬਰ ਹੀ ਪ੍ਰਮਾਤਮਾ ਜੀ ਨੇ ਮਿਲਾ ਕਰਕੇ 5 ਤੱਤਾਂ ਨੂੰ ਦੇਹਾਂ ਬਣਾਈਆਂ ਨੇ। ਹਜ਼ੂਰ ਦੀ ਗੁਰਬਾਣੀ ਦੇ ਬਚਨ ਨੇ ਨਾ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ, ਦਿਵਸ 4 ਕਉ ਪੇਖਣਾ ਅੰਤ ਖੇਹ ਕੀ ਖੇਹ। ਪੁਰੀਆ ਬਾਂਧੀ, ਪੁਰੀਆ ਦਾ ਭਾਵ ਪੁੜੀਆ, ਪੁੜੀ ਬੰਨੀ ਏ। ਪ੍ਰਮਾਤਮਾ ਜੀ ਨੇ ਇਹ ਜਿਹੜਾ ਸਰੀਰ ਹੈ ਮਿੱਟੀ ਦੀ ਪੁੜੀ ਬੰਨੀ ਏ, 4 ਕੁ ਦਿਨਾਂ ਨੂੰ ਫਿਰ ਮਿੱਟੀ ਦੀ ਮਿੱਟੀ ਹੋ ਜਾਣੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, 5 ਤੱਤ ਵੀ ਸਰੀਰਾਂ ਦੇ ਇੱਕੋ ਜਿਹੇ ਤੇ ਜੋਤ ਵੀ ਵਿੱਚ ਇੱਕੋ ਪਰਮਾਤਮਾ ਦੀ ਹੈ। ਏਕੋ ਪਵਨ ਕਹਾਂ ਕੌਣ ਰੋਤ। ਤੇ ਇਹ ਜਿਹੜਾ ਸਰੀਰ ਚੱਲ ਰਿਹਾ ਹੈ, ਸਭਨਾਂ ਦੇ ਅੰਦਰ ਏਕੋ ਪਵਨ, ਪਵਨ ਜੋ ਸਵਾਸ ਨੇ, ਜੋ ਪਾਉਣ ਹੈ,
ਜੋ ਹਵਾ ਹੈ, ਆਕਸੀਜਨ ਹੈ, ਇਹ ਵੀ ਸਾਰਿਆਂ ਨੂੰ ਇੱਕੋ ਹੀ ਮਿਲ ਰਹੀ ਹੈ। ਕਹਾ ਕੌਣ ਰੋਤ, ਕਹਾ ਕਿਹਨੂੰ ਕਹਿ ਕਰਕੇ, ਆਪਣਾ ਕਹਿ ਕਰਕੇ ਰੋਂਦਾ ਹੈ ਤੂੰ। ਜਿਸ ਵੇਲੇ ਸਰੀਰ ਅਭਾਵ ਹੁੰਦਾ ਨਾ, ਤੇ ਜਿਹੜੇ ਪੰਜ ਤੱਤ ਨੇ ਪੰਜਾਂ ਤੱਤਾਂ 'ਚ ਮਿਲ ਜਾਂਦੇ ਨੇ। ਸਰੀਰ ਦੇ ਅੰਦਰ ਜੋ ਹਵਾ ਦਾ ਭਾਗ ਹੈ, ਹਵਾ ਵਿੱਚ ਲੀਨ ਹੋ ਜਾਂਦਾ ਹੈ। ਆਕਾਸ਼ ਦਾ ਭਾਗ ਆਕਾਸ਼ ਵਿੱਚ ਲੀਨ ਹੋ ਜਾਂਦਾ ਹੈ। ਮਿੱਟੀ ਮਿੱਟੀ ਦੇ ਵਿੱਚ ਰਲ ਜਾਂਦੀ ਏ। ਅਗਨੀ ਅਗਨੀ ਦੇ ਵਿੱਚ ਮਿਲ ਜਾਂਦੀ ਏ। ਜਲ ਜਿਹੜਾ ਹੈ ਉਹ ਜਲ ਦੇ ਵਿੱਚ ਮਿਲ ਜਾਂਦਾ ਹੈ। ਜੇ ਸਾੜਿਆ ਜਾਵੇ ਤੇ ਭਾਫ ਬਣ ਕਰਕੇ ਉੱਡ ਜਾਂਦਾ ਹੈ। ਇਸੇ ਪ੍ਰਕਾਰ ਜੇ ਦੱਬਿਆ ਜਾਵੇ ਤੇ ਸੇਲੋ ਕਰਕੇ ਜ਼ਮੀਨ ਵਿੱਚ ਸਮਾ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਪੰਜ ਤੱਤ ਇਕੱਠੇ ਕਰਕੇ ਦੇਹੀ ਬਣਾਈ ਗਈ। ਤੇ ਜਦੋਂ ਸਰੀਰ ਦੀ ਪਰਾਲਬਧ ਸਮਾਪਤ ਹੋ ਗਈ, ਜਿੱਥੋਂ ਜਿੱਥੋਂ ਪਰਮਾਤਮਾ ਜੀ ਨੇ ਪੰਜ ਤੱਤ ਲਏ ਸੀ, ਵਾਪਸ ਆਪਣੇ ਮੂਲ ਰੂਪ ਦੇ ਵਿੱਚ, ਆਪਣੇ ਸਰੋਤ ਵਿੱਚ ਜਾ ਕੇ ਪੰਜੇ ਤੱਤ ਸਮਾ ਗਏ। ਜਿੱਥੋਂ ਜਿੱਥੋਂ ਲਏ ਗਏ ਸਨ, ਉੱਥੇ ਉੱਥੇ ਜਾ ਕੇ ਪੰਜੇ ਤੱਤ ਮਿਲ ਗਏ। ਇਸੇ ਪ੍ਰਕਾਰ ਜਿਹੜੀ ਜੋਤ ਸੀ ਵਾਹਿਗੁਰੂ ਜੀ ਦੀ, ਉਹ ਪਰਲੋਕ ਦੇ ਵਿੱਚ ਚਲੀ ਗਈ। ਏਕੋ ਪਵਨ, ਇੱਕ ਪੌਣ ਦੇ ਆਸਰੇ ਦੇ ਨਾਲ ਸਭਨਾ ਦਾ ਸਰੀਰ ਜਿਹੜਾ ਚੱਲਦਾ ਸੀ, ਉਹ ਜਿਹੜੀ ਪਵਨ ਸੀ, ਉਹ ਪਵਨ ਦੇ ਵਿੱਚ, ਹਵਾ ਦੇ ਵਿੱਚ ਮਿਲ ਗਈ। ਹੁਣ ਇਹਨਾਂ ਵਿੱਚ ਤੇਰਾ ਕੀ ਸੀ ਜਿਹਨੂੰ ਤੂੰ ਰੋਣਾ ਹੈ? ਤੇਰੀ ਮਿੱਟੀ ਸੀ, ਹਵਾ ਸੀ, ਅੱਗ ਸੀ, ਆਕਾਸ਼ ਸੀ, ਜਾਂ ਜਿਹੜੇ ਸਵਾਸ ਪਾਉਣ ਚੱਲ ਰਹੇ ਉਹ ਤੇਰੇ ਸੀ, ਜਾਂ ਜਿਹੜੀ ਜੋਤ ਉਸ ਦੇ ਅੰਦਰ ਆਤਮਾ ਸਾਖੀ ਚੇਤਨ, ਉਹ ਤੇ ਪ੍ਰਮਾਤਮਾ ਦੀ ਅੰਸ਼ ਸੀ, ਉਹ ਵੀ ਤੇਰਾ ਨਹੀਂ। ਤੇਰਾ ਕੀ ਸੀ ਉਸ ਦੇਹੀ ਦੇ ਅੰਦਰ ਜਿਸ ਨੂੰ ਤੂੰ ਆਪਣਾ ਕਹਿ ਕਰਕੇ ਰੋਂਦਾ ਹੈ? ਏਕੋ ਪਵਨ, ਇੱਕ ਪਵਨ ਦੇ ਸਹਾਰੇ ਪੰਜ ਤੱਤਾਂ ਦੀ ਦੇਹੀ ਚੱਲਦੀ ਸੀ। ਕਹਾ ਕੌਣ ਰੋਤ, ਸੋ ਕਹਿਣਾ ਕਰ ਖਾਂ, ਕਿਸ ਚੀਜ਼ ਨੂੰ ਤੂੰ ਆਪਣੀ ਕਹਿ ਕਰਕੇ ਰੋਂਦਾ ਹੈ? ਤੇਰਾ ਤੇ ਵਿੱਚ ਕੁਝ ਵੀ ਨਹੀਂ ਸੀ। ਸਾਰੇ ਤੱਤ ਪਰਮਾਤਮਾ ਜੀ ਨੇ ਹੀ ਮਿਲਾਏ ਸਨ। ਪਰਮਾਤਮਾ ਜੀ ਨੇ ਅਭਾਵ ਕਰਦੇ, ਪਰਮਾਤਮਾ ਜੀ ਨੇ ਅੰਦਰ ਜੋਤ ਟਿਕਾਈ ਸੀ, ਪਰਮਾਤਮਾ ਜੀ ਨੇ ਹੀ ਖਿੱਚ ਲੈਣਾ ਕੀਤੀ। ਮੇਰਾ ਮੇਰਾ ਕਰ ਬਿਲ ਲਾਹੀ, ਹੇ ਸ਼ਾਹੂਕਾਰ, ਦੱਸ ਇਹਨਾਂ ਸਾਰੀਆਂ ਵਸਤੂਆਂ ਦੇ ਵਿੱਚੋਂ ਤੇਰਾ ਤੱਤ ਕਿਹੜਾ ਸੀ ਜਿਸ ਨੂੰ ਤੂੰ ਮੇਰਾ ਮੇਰਾ ਕਰਕੇ ਬਿਲ ਲਾਹੀ ਬਿਰਲਾਪ ਕਰਦਾ ਹੈ, ਸੁਪਨੇ ਦੇ ਵਿੱਚ ਵੀ ਉੱਠ ਉੱਠ ਕਰਕੇ ਬਰੜਾਉਂਦਾ ਹੈ। ਇਸੇ ਪ੍ਰਕਾਰ ਸ਼ਾਹੂਕਾਰ, ਇਹ ਜਗਤ ਵੀ ਸੁਪਨਾ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਤੇ ਮੂਰਖ ਪ੍ਰਾਣੀਆਂ ਨੇ ਆਪਣਾ ਚਿੱਤ ਸੁਪਨੇ ਰੂਪੀ ਸੰਸਾਰ ਦੇ ਵਿੱਚ ਹੀ ਲਾ ਲਿਆ ਏ। ਸੁਪਨੇ ਜਿਉ ਸੰਸਾਰ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਸ਼੍ਰੀ ਮੁਖਵਾਕ ਨੇ। ਇਹ ਸੰਸਾਰ ਸੁਪਨੇ ਵਰਗਾ ਹੈ। ਜੀਵਨ ਸੁਪਨ ਸਮਾਨੰ, ਹੇ ਭਾਈ, ਜਿਹੜਾ ਤੇਰਾ ਜੀਵਨ ਹੈ ਨਾ, ਇਹ ਵੀ ਸੁਪਨੇ ਦੀ ਨਿਆਈ ਹੈ। ਮਹਾਰਾਜ, ਸੁਪਨਾ ਤੇ ਝੂਠਾ ਹੁੰਦਾ, ਫਿਰ ਜੀਵਨ ਸੱਚਾ ਕਿਉਂ ਲੱਗਦਾ ਹੈ? ਤੇ ਹਜ਼ੂਰ ਸਿੱਖਿਆ ਦਿੰਦੇ ਨੇ, ਜਿਸ ਵੇਲੇ ਇਨਸਾਨ ਸੁੱਤਾ ਹੁੰਦਾ ਤੇ ਸੁਪਨਾ ਦੇਖ ਰਿਹਾ ਹੁੰਦਾ ਨਾ, ਸੁਪਨੇ ਦੇ ਵਿੱਚ ਨਜ਼ਰ ਆਉਣ ਵਾਲੇ ਸਾਰੇ ਪਦਾਰਥ ਸੱਚੇ ਪ੍ਰਤੀਤ ਹੁੰਦੇ ਨੇ। ਪਰ ਜਿਸ ਵੇਲੇ ਨੀਂਦ ਦੇ ਵਿੱਚੋਂ ਜਾਗਦਾ, ਉੱਠ ਕੇ ਬੈਠਦਾ, ਫਿਰ ਕੋਈ ਵੀ ਪਦਾਰਥ ਸੁਪਨੇ ਵਾਲਾ ਨਜ਼ਰ ਨਹੀਂ ਆਉਂਦਾ। ਫਿਰ ਪਤਾ ਲੱਗਦਾ ਹੈ ਤੇ ਸਭ ਝੂਠ ਸੀ। ਇਸੇ ਪ੍ਰਕਾਰ ਇਹ ਜਿਹੜਾ ਜੀਵਨ ਹੈ ਸੁਪਨੇ ਵਰਗਾ ਹੈ, ਤੇ ਜਿਤਨੇ ਪਦਾਰਥਾਂ ਨੂੰ ਪ੍ਰਤੱਖ ਦੇਖਦਾ ਸੱਚੇ ਪ੍ਰਤੀਤ ਹੁੰਦੇ ਨੇ। ਜਿਸ ਵੇਲੇ ਕਾਲ ਰੂਪੀ ਦਿਨ ਚੜ੍ਹੇਗਾ, ਇਸੇ ਪ੍ਰਕਾਰ ਅਵਿਦਿਆ ਦੀ ਨੀਂਦ ਦੇ ਵਿੱਚੋਂ ਮਨੁੱਖ ਜਾਗੇਗਾ, ਸਾਰੀ ਸ੍ਰਿਸ਼ਟੀ ਅਭਾਵ ਹੋ ਜਾਣੀ, ਜਿਵੇਂ ਸੁਪਨੇ ਦਾ ਕੋਈ ਪਦਾਰਥ ਹੱਥ ਨਹੀਂ ਨਾ ਆਉਂਦਾ। ਇਸ ਲੋਕ ਦਾ ਕੋਈ ਵੀ ਪਦਾਰਥ ਹੱਥ ਨਹੀਂ ਆਉਣਾ, ਭਾਵ ਨਾਲ ਨਹੀਂ ਜਾਵੇਗਾ। ਫਿਰ ਪਤਾ ਲੱਗੇਗਾ ਇਹ ਜਿਹੜਾ ਜੀਵਨ, ਇਹ ਤੇ ਸੁਪਨ ਸਮਾਨੰ ਸੀ। ਇਹ ਤਾਂ ਜਗ ਸੁਪਨੇ ਜਿਉ ਜਾਨ, ਸਤਿਗੁਰੂ ਜੀ ਦੇ ਬਚਨ ਸੱਤ ਨੇ। ਇਹ ਉਦੋਂ ਪ੍ਰਤੀਤ ਆਉਂਦੀ ਹੈ। ਹੇ ਭਾਈ, ਮੇਰਾ ਮੇਰਾ ਕਰਕੇ ਬਿਰਲਾਪ ਕਰਦਾ ਹੈ, ਸੁਪਨੇ ਵਿੱਚ ਵੀ ਬਿਰਲਾਪ ਕਰਦਾ ਹੈ, ਤੇ ਜਗਤ ਸੁਪਨੇ ਵਿੱਚ ਸਰੀਰ ਕਰਕੇ ਜਾਗ ਕੇ ਵੀ ਬਿਰਲਾਪ ਕਰੀ ਜਾਂਦਾ ਹੈ। ਤੂੰ ਮਰਨ ਹਾਰ ਇਹੋ ਜੀਰਾ ਨਾਹੀ, ਤੇ ਮਨੁੱਖ ਦੇ ਵਿੱਚ ਤੇ ਜੀਵ ਆਤਮਾ ਸੀ, ਜਿਸ ਨੂੰ ਤੂੰ ਪੁੱਤਰ ਕਹਿੰਦਾ ਹੈ। ਸਰੀਰ ਨੂੰ, ਉਹ ਤੇ ਉਸ ਜੀਵ ਆਤਮਾ ਦਾ ਚੋਲਾ ਸੀ, ਤੇ ਜੀਵ ਆਤਮਾ ਥੋੜੀ ਮਰੀ ਹੈ। ਤੂੰ ਕਹਿੰਦਾ ਤੇਰਾ ਪੁੱਤਰ ਮਰਿਆ, ਪੰਜ ਤੱਤਾਂ ਦਾ ਸਰੀਰ ਸੀ, ਉਹ ਪੰਜੇ ਤੱਤਾਂ 'ਚ ਮਿਲ ਗਏ, ਉਹਨਾਂ 'ਚੋਂ ਕੋਈ ਨਹੀਂ ਮਰਿਆ। ਜਿਹੜਾ ਉਸ ਦੇ ਵਿੱਚ ਜੀਵ ਆਤਮਾ ਵਸਦਾ ਸੀ, ਉਹ ਪਰਲੋਕ ਵਿੱਚ ਚਲਿਆ ਗਿਆ। ਜੀਅਰਾ ਤੇ ਕਦੇ ਮਰਦਾ ਹੀ ਨਹੀਂ। ਮਰਨ ਹਾਰ ਇਹੋ ਜੀਅਰਾ ਨਾਹੀ। ਇਹ ਜਿਹੜਾ ਜੀਅਰਾ ਜੀਵ ਆਤਮਾ ਹੈ, ਇਸ ਨੂੰ ਤੇ ਕਦੇ ਮੌਤ ਨਹੀਂ ਆਉਂਦੀ। ਇਹ ਤੇ ਅਮਰ ਹੈ, ਅਨੰਤ ਕਾਲ ਤੱਕ ਰਹਿਣ ਵਾਲਾ ਹੈ। ਕਹੂ ਨਾਨਕ ਗੁਰ ਖੋਲੇ ਕਪਾਟ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਬਚਨ ਬੜੇ ਅਥਾਹ ਨੇ, ਬੜੇ ਡੂੰਘੇ ਨੇ, ਬੜੇ ਗਹਿਰ ਗੰਭੀਰ ਨੇ, ਬੜੀ ਸੂਖਸ਼ਮਤਾਈ ਵਾਲੇ ਨੇ। ਮਹਾਰਾਜ, ਮੇਰਾ ਤੇ
ਹਿਰਦੇ ਦਾ ਜਿਹੜਾ ਵਿਜੋਗ ਕਿਸੇ ਪ੍ਰਕਾਰ ਘੱਟ ਨਹੀਂ ਸੀ ਹੁੰਦਾ। ਆਪ ਜੀ ਨੇ ਕਿਰਪਾਲਤਾ ਕੀਤੀ, ਇਹ ਹਿਰਦੇ ਨੂੰ ਧੀਰਜ ਆ ਰਿਹਾ ਹੈ ਆਪ ਜੀ ਦੇ ਬਚਨ ਸਰਵਣ ਕਰਕੇ। ਸੰਬੰਧੀਆਂ ਨੇ ਹੌਸਲਾ ਦਿੱਤਾ ਪਰ ਹਿਰਦਾ ਧੀਰਜ ਨਹੀਂ ਸੀ ਧਾਰਦਾ। ਆਪ ਜੀ ਦੇ ਹੁਕਮ ਦੇ ਅਨੁਸਾਰ ਪੁੱਤਰ ਦੀ ਆਤਮਾ ਦਾ ਦਰਸ਼ਨ ਵੀ ਕਰ ਲਿਆ ਪਰ ਹਿਰਦਾ ਧੀਰਜ ਨਹੀਂ ਸੀ ਧਾਰਦਾ। ਪਰ ਆਪ ਜੀ ਦੇ ਬਚਨ ਇਤਨੇ ਬਲੀ ਨੇ ਨਾ, ਹਿਰਦੇ ਨੂੰ ਟਿਕਾਓ ਮਿਲ ਰਿਹਾ ਹੈ। ਜਿਉ ਮੰਦਰ ਕਉ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਮਹਾਰਾਜ ਆਪ ਜੀ ਦੇ ਜਿਹੜੇ ਸ਼ਬਦ ਨੇ, ਪ੍ਰਵਚਨ ਨੇ ਨਾ, ਹਿਰਦੇ ਨੂੰ ਥੰਮੀ ਵਾਂਗੂ, ਬੁਰਜ ਵਾਂਗੂ, ਪਿੱਲਰਾਂ ਵਾਂਗੂ ਸਹਾਰਾ ਦੇ ਕੇ ਖੜਾ ਕਰ ਰਹੇ ਨੇ। ਜਿਹੜਾ ਮਨ ਡਗਮਗ ਡੋਲਦਾ ਸੀ, ਟਿਕਾਓ ਚ ਆ ਰਿਹਾ ਹੈ। ਗਰੀਬ ਨਿਵਾਜ ਕਿਰਪਾਲਤਾ ਕਰਕੇ ਉਪਦੇਸ਼ ਬਖਸ਼ੋ, ਜਿਸ ਦੇ ਨਾਲ ਮੇਰਾ ਹਿਰਦਾ ਧੀਰਜ ਧਾਰਨ ਕਰੇ ਤੇ ਮੁੜ ਪੁੱਤਰ ਦਾ ਵਿਜੋਗੀ ਨਾ ਹੋਵੇ। ਤੇ ਹਜ਼ੂਰ ਫਰਮਾਉਂਦੇ ਹਨ, ਕਹੁ ਨਾਨਕ ਗੁਰ ਖੋਲੇ ਕਪਾਟ। ਹੇ ਭਾਈ, ਜਿਨ੍ਹਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੇ ਸਤਿਗੁਰੂ ਜੀ ਨੇ ਮਿਹਰ ਕਰ ਦਿੱਤੀ ਹੈ ਨਾ, ਉਹਨਾਂ ਦੇ ਕਪਾਟ ਖੋਲ ਦਿੱਤੇ ਨੇ। ਕਿਹੜੇ ਕਪਾਟ? ਭਰਮ ਕੇ ਪਰਦੇ ਸਤਿਗੁਰ ਖੋਲੇ। ਮਨੁੱਖ ਭਰਮ ਵਿੱਚ ਹੀ ਪਿਆ ਨਾ, ਸਰੀਰ ਮੇਰਾ, ਸਰੀਰ ਤੇ ਪੰਜ ਤੱਤਾਂ ਦਾ ਤੱਤਾਂ ਚ ਤੱਤ ਮਿਲ ਜਾਣੇ। ਸੰਬੰਧੀ ਮੇਰੇ ਕਿਸੇ ਨੇ ਨਾਲ ਨਹੀਂ ਜਾਣਾ। ਜੇ ਕਹੇ ਧਨ ਮੇਰਾ, ਉਹ ਵੀ ਨਾਲ ਨਹੀਂ ਜਾਣਾ। ਜੇ ਕਵੇ ਇਹ ਮਿਲਖ ਸਿਕਦਾਰੀਆਂ, ਜ਼ਗੀਰਾਂ, ਸਰਦਾਰੀਆਂ ਮੇਰੀਆਂ, ਉਹ ਵੀ ਨਾਲ ਨਹੀਂ ਜਾਣੀਆਂ। ਨਾਲ ਤੇ ਕੁਛ ਜਾਣਾ ਨਹੀਂ। ਇੱਕ ਭਰਮ ਪਿਆ ਹੋਇਆ ਕਿ ਇਹ ਸਭ ਕੁਛ ਮੇਰਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਵੇਂ ਆਸਾ ਅੰਦੇਸਾ ਦੋਏ ਪੱਟ ਜੜੇ, ਵੱਡੇ ਭਾਰੀ ਕਿਵਾੜ ਨੇ ਨਾ ਆਸਾ ਅੰਦੇਸਾ ਦੇ, ਇਸੇ ਪ੍ਰਕਾਰ ਤਿੰਨ ਦੇਹਾਂ ਦੇ ਅੰਦਰ ਪੰਜ ਕੋਸ਼ਾਂ ਰੂਪੀ ਪਰਦੇ ਅਥਵਾ ਤਖਤੇ ਨੇ ਨਾ। ਤੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਇਹ ਅਨਮੈ ਕੋਸ਼, ਮਨਮੈ ਕੋਸ਼, ਗਿਆਨਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਸਥੂਲ ਸਰੀਰ, ਸੂਖਸ਼ਮ ਸਰੀਰ, ਕਾਰਨ ਸਰੀਰ, ਤਿੰਨਾਂ ਦੇਹਾਂ ਦੇ ਅੰਦਰ ਹੁੰਦੇ ਨੇ। ਤੇ ਪੂਰੇ ਸਤਿਗੁਰੂ ਜੀ ਜਦੋਂ ਜਗਿਆਸੂ ਦੇ ਉੱਪਰ, ਜੀਵ ਦੇ ਉੱਪਰ ਕਿਰਪਾ ਕਰਦੇ ਨੇ ਨਾ, ਉਸ ਦੇ ਭਰਮ ਦੇ ਕਵਾੜ ਖੋਲ ਦਿੰਦੇ ਨੇ, ਆਸਾ ਅੰਦੇਸਾ ਦੇ ਤਖਤੇ ਖੋਲ ਦਿੰਦੇ ਨੇ, ਪੰਜ ਕੋਸ਼ਾਂ ਰੂਪੀ ਪਰਦੇ ਵੀ ਖੋਲ ਦਿੰਦੇ ਹਨ। ਮੁਕਤ ਭਏ ਬਿਨਸੇ ਭ੍ਰਮ ਠਾਟ। ਤੇ ਸਾਧ ਸੰਗਤ ਜੀ, ਫਿਰ ਉਹ ਜਿਹੜੇ ਜੀਵ ਨੇ ਨਾ, ਜਿਨ੍ਹਾਂ ਦੇ ਸਤਿਗੁਰੂ ਜੀ ਨੇ ਪਰਦੇ ਖੋਲ ਦਿੱਤੇ, ਉਹ ਮੁਕਤ ਭਏ, ਉਹ ਮੋਹ ਤੋਂ ਮੁਕਤ ਹੋ ਜਾਂਦੇ ਨੇ, ਵਿਕਾਰਾਂ ਤੋਂ ਜਿਹੜੇ ਮੁਕਤ ਹੋ ਜਾਂਦੇ ਨੇ। ਪੰਕਤੀ ਫਿਰ ਪੜ੍ਹ ਦਿਓ ਜੀ। ਮੁਕਤ ਭਏ ਬਿਨਸੇ ਭ੍ਰਮ ਠਾਟ। ਤੇ ਉਹਨਾਂ ਦੇ ਜਿਹੜੇ ਭ੍ਰਮ ਦੇ ਥਾਟ ਨੇ ਨਾ, ਤਖਤੇ ਨੇ, ਬਣਾਓ ਹੈ, ਬਨਾਵਟ ਹੈ, ਵਿਸਥਾਰ ਹੈ, ਉਹ ਫਿਰ ਬਿਨਸ ਜਾਂਦਾ ਹੈ। ਸਤਿਗੁਰੂ ਜੀ ਕਿਰਪਾਲਤਾ ਕਰਕੇ ਸਾਰੇ ਤਿੰਨਾਂ ਦੇ ਭਰਮ ਨਿਵਰਤ ਕਰ ਦਿੰਦੇ ਨੇ। ਕਿਸੇ ਪ੍ਰਕਾਰ ਦਾ ਕੋਈ ਪਰਦਾ ਰਹਿਣ ਨਹੀਂ ਦਿੰਦੇ, ਅਗਿਆਨਤਾ ਦਾ ਸਾਰੇ ਪਰਦੇ ਚੱਕ ਦਿੰਦੇ ਨੇ। ਤੇ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਪਰਦੇ ਚੱਕ ਕੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਕਰਦੇ ਨੇ, ਫਿਰ ਉਹ ਜੀਵ ਮੁਕਤ ਹੁੰਦੇ ਨੇ। ਇਸ ਕਰਕੇ ਪਿਆਰਿਓ, ਜੇ ਭਰਮ ਦੇ ਪਰਦੇ ਖੋਲਣੇ ਲੋੜਦੇ ਹੋ, ਮੋਹ ਤੋਂ ਬਚਣਾ ਚਾਹੁੰਦੇ ਹੋ, ਵਿਕਾਰਾਂ ਤੋਂ ਰਹਿਤ ਹੋ ਕਰਕੇ ਨਿਰਵਿਕਾਰ ਜੀਵਨ ਜਿਉਣਾ ਲੋੜਦੇ ਹੋ, ਤੇ ਸਤਿਗੁਰਾਂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਉਪਦੇਸ਼ ਨੂੰ ਸਰਵਣ ਕਰਕੇ, ਧਾਰਨ ਕਰਕੇ, ਉਸ ਨੂੰ ਸਰਵਣ ਮੰਨਣ ਨਿਧਿਆਸਨ ਕਰਨਾ ਕਰੋ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਨਾ ਕਰੋ। ਫਿਰ ਸਤਿਗੁਰੂ ਜੀ ਪ੍ਰਸੰਨ ਹੋ ਕਰਕੇ ਮੁਕਤ ਕਰ ਦਿੰਦੇ ਨੇ, ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਅੰਮ੍ਰਿਤ ਬਚਨਾਂ ਦੇ ਨਾਲ ਉਸ ਸ਼ਾਹੂਕਾਰ ਦੇ ਉੱਪਰ ਨਦਰ ਕਰ ਦਿੱਤੀ, ਮਿਹਰ ਦੀ। ਨਾਨਕ ਨਦਰੀ ਨਦਰ ਨਿਹਾਲ ਕੀਤਾ ਤੇ ਜਿਹੜੇ ਮੋਹ ਦੇ ਭਰਮ ਅਥਵਾ ਪਰਦੇ ਸਨ ਸਾਰੇ ਖੋਲ ਦਿੱਤੇ। ਧੀਰਜ ਧਾਰੀ ਸਤਿਗੁਰੂ ਜੀ ਨੇ ਹਿਰਦੇ ਨੂੰ ਧੀਰਜ ਦੇ ਕਰਕੇ ਆਪਣਾ ਬਣਾ ਕਰਕੇ ਤੇ ਇਸ ਨੂੰ ਬਖਸ਼ ਲੈਣਾ ਕੀਤਾ ਹੈ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਨ ਕਰਦੇ ਹਨ, ਵੱਡੇ ਵੱਡੇ ਜੋ ਦੀਸ ਹੈ ਲੋਕ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਹੇ ਮਹਾਰਾਜ ਜੀ, ਦੁਨੀਆ ਦੇ ਅੰਦਰ ਜਿਹੜੇ ਵੱਡੇ ਵੱਡੇ ਲੋਕ ਨਜ਼ਰ ਆਉਂਦੇ ਨੇ, ਇਹ ਤੇ ਬੜੇ ਸੁਖੀ ਹੋਣਗੇ। ਪੈਸੇ ਦੀ ਕਮੀ ਨਹੀਂ, ਦੌਲਤ ਦਾ ਘਾਟਾ ਨਹੀਂ, ਜਿੱਧਰ ਜਾਂਦੇ ਨੇ ਨਮਸਕਾਰਾਂ ਹੁੰਦੀਆਂ ਨੇ, ਮੱਥੇ ਇਹਨਾਂ ਨੂੰ ਟਿਕਦੇ ਨੇ, ਇਹ ਤੇ ਬੜੇ ਸੌਖੇ ਨਜ਼ਰ ਆਉਂਦੇ ਨੇ। ਇਹਨਾਂ ਨੂੰ ਤੇ ਕੋਈ ਦੁੱਖ ਨਹੀਂ ਹੋਵੇਗਾ, ਕਿਉਂਕਿ ਸਾਧ ਸੰਗਤ ਜੀ, ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੀ ਇੱਕ ਵਚਨ ਕਰਨਾ ਕੀਤਾ ਨਾ, ਦੁਨਿਆਵੀ ਲੋਕਾਂ ਦੀ ਸੋਚ ਨੂੰ ਸਤਿਗੁਰੂ ਜੀ ਪ੍ਰਗਟ ਕਰਦੇ ਨੇ। ਧਨ 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 ਕੋ ਭਾਖੀਐ, ਜਾ ਕਾ ਜਗਤ ਗੁਲਾਮ। ਹਜ਼ੂਰ ਫਰਮਾਉਂਦੇ ਨੇ, ਮਾਇਆ ਨੂੰ ਵੀ ਧਨ ਹੀ ਕਹਿਣਾ ਬਣਦਾ। ਕਿਉਂ? ਸਾਰਾ ਜਗਤ, ਸਾਰੀ ਦੁਨੀਆ ਮਾਇਆ ਦੀ ਗੁਲਾਮ ਹੋਈ ਫਿਰਦੀ ਹੈ।
ਪਤਾ ਸਾਨੂੰ ਬਖਸ਼ਣਾ ਵਾਹਿਗੁਰੂ ਨੇ ਹੈ, ਪਤਾ ਮੁਕਤੀ ਦਾਤਾ ਪਰਮੇਸ਼ਰ ਹੈ। ਮੁਕਤੀ ਦਾਤਾ ਨੂੰ ਛੱਡ ਕੇ ਫਿਰ ਦੁਨੀਆ ਦੌਲਤ ਦੀ ਗੁਲਾਮ, ਦੁਨੀਆ ਦੌਲਤ ਦੀ ਚਾਕਰੀ ਪਈ ਕਰਦੀ ਏ। ਕਹਿੰਦੇ ਦੌਲਤ ਤੂੰ ਵੀ ਧਾਨੀ ਹੈ, ਸਾਰਿਆਂ ਨੂੰ ਗੁਲਾਮ ਬਣਾ ਕੇ ਰੱਖਿਆ ਤੂੰ। ਨਿਤ ਨਿਰਖਤ ਜਾ ਕਉ ਫਿਰੈ, ਨਿਤ ਉੱਠ ਕਰਤ ਸਲਾਮ। ਜਿਸ ਦੌਲਤ ਨੂੰ, ਜਿੰਨਾ ਟਕਿਆਂ ਦਮੜਿਆਂ ਨੂੰ, ਜਿਸ ਮਾਇਆ ਨੂੰ ਸਾਰੀ ਦੁਨੀਆ ਨਿਰਖਤ ਫਿਰੈ, ਲੱਭਦੀ ਫਿਰਦੀ ਹੈ, ਤੇ ਜਿਹਦੇ ਕੋਲ 4 ਦਮੜੇ ਆ ਜਾਂਦੇ ਨੇ ਜਾ ਕੇ ਮੱਥੇ ਟੇਕਦੇ ਨੇ ਉਸ ਨੂੰ। ਸ਼ਾਹੂਕਾਰ ਜੀ ਨਮਸਕਾਰ, ਸ਼ਾਹੂਕਾਰ ਜੀ ਮੱਥਾ ਟੇਕਦੇ ਆ, ਪੈਰੀ ਲੱਗਦੇ ਆ। ਜਿਸ ਦੇ ਕੋਲ ਦਮੜੇ ਆ ਜਾਂਦੇ ਨੇ ਇਹ ਦੌਲਤ ਮੱਥੇ ਟਿਕਾਉਂਦੀ ਆ। ਤੇ ਸਤਿਗੁਰੂ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਨ੍ਹਾਂ ਦੇ ਕੋਲ ਮਾਇਆ ਬੜੇ ਸੁੱਖ ਲੈਂਦੇ ਹੋਣਗੇ ਉਹਨਾਂ ਨੂੰ ਤਾਂ ਕੋਈ ਦੁੱਖ ਨਹੀਂ ਹੁੰਦਾ ਹੋਣਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਵੱਡੇ ਵੱਡੇ ਜੋ ਦੀਸਹਿ ਲੋਕ, ਇਹ ਜਿਹੜੀ ਮਾਇਆ ਦੀ ਪ੍ਰਾਪਤੀ ਕਰਕੇ, ਮਾਇਆ ਦੀ ਪਦਵੀ ਕਰਕੇ ਵੱਡੇ ਵੱਡੇ ਲੋਕ ਦਿਸਦੇ ਨੇ। ਸਾਧ ਸੰਗਤ ਜੀ ਅਕਸਰ ਇੱਕ ਸ਼ਬਦ ਕਹਿਣ ਤੇ ਸਰਵਣ ਕਰਨ ਦੇ ਵਿੱਚ ਆਉਂਦਾ ਹੈ, ਜਦੋਂ ਕੋਈ ਕਮਾਈ ਵਾਲਾ ਮਹਾਤਮਾ ਚੜ੍ਹਾਈ ਕਰਦਾ ਹੈ ਤਾਂ ਵੀ ਉਸਦੇ ਨਾਮ ਦੇ ਨਾਲ ਸ਼੍ਰੀਮਾਨ ਲਿਖਿਆ ਜਾਂਦਾ ਹੈ। ਤੇ ਜਿਸ ਵੇਲੇ ਮਹਾਤਮਾ ਵਡਿਆਈ ਵਾਲੇ, ਕਮਾਈ ਵਾਲੇ, ਬੰਦਗੀ ਵਾਲੇ ਕਿਸੇ ਦਾ ਭਲਾ ਕਰਦੇ ਨੇ ਨਾ, ਸਮਾਗਮਾਂ ਦੇ ਵਿੱਚ ਵੀ ਅਕਸਰ ਸੁਣਿਆ ਜਾਂਦਾ ਕਿ ਮਹਾਂਪੁਰਖਾਂ ਦੇ ਨਾਮ ਦੇ ਨਾਲ ਬੋਲਿਆ ਜਾਂਦਾ, ਸ਼੍ਰੀਮਾਨ ਸੰਤ ਬਾਬਾ ਫਲਾਨਾ ਸਿੰਘ ਜੀ। ਹੁਣ ਸ਼੍ਰੀਮਾਨ ਦਾ ਮਤਲਬ ਕੀ ਹੈ, ਮਾਇਨਾ ਕੀ ਹੈ, ਅਰਥ ਕੀ ਹੈ? ਸ਼੍ਰੀ ਤੋਂ ਭਾਵ ਹੈ ਲక్ష్ਮੀ, ਲక్ష్ਮੀ ਤੋਂ ਭਾਵ ਹੈ ਮਾਇਆ, ਤੇ ਮਾਨ ਤੋਂ ਭਾਵ ਹੈ ਮਾਣ, ਵਡਿਆਈ। ਮਾਇਆ ਨੇ ਵੀ ਜਿਸ ਨੂੰ ਮਾਣ ਦਿੱਤਾ ਹੋਵੇ, ਮਾਇਆ ਨੇ ਵੀ ਜਿਸ ਦੀ ਵਡਿਆਈ ਨੂੰ ਵਧਾਇਆ ਹੋਵੇ, ਕਿਵੇਂ? ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਜਿੰਨਾ ਸੰਤਾਂ ਭਗਤਾਂ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦੀ ਚਰਨਾਂ ਦੀ ਦਾਸੀ ਹੋ ਜਾਵੇ ਨਾ ਮਾਇਆ, ਫਿਰ ਉਹਨਾਂ ਨੂੰ ਕਿਹਾ ਜਾਂਦਾ ਸ਼੍ਰੀਮਾਨ, ਮਾਇਆ ਦੀ ਵਡਿਆਈ ਵਾਲੇ। ਉਹਨਾਂ ਦੇ ਤੇ ਚਰਨੀ ਆ ਕੇ ਲੱਗੀ ਤੇ ਉਹਨਾਂ ਨੇ ਪਰਉਪਕਾਰ ਵਾਸਤੇ ਖਰਚ ਕੀਤੀ, ਸਫਲੀ ਹੋ ਗਈ। ਉਹ ਤੇ ਮਾਇਆ ਦੇ ਗੁਲਾਮ ਨਹੀਂ, ਮਾਇਆ ਉਹਨਾਂ ਦੇ ਚਰਨਾਂ ਦੀ ਦਾਸੀ ਹੈ। ਚਰਨੀ ਲਾਗੈ ਤਾਂ ਮਹਿਲ ਪਾਵੈ। ਪਰ ਜਿਹੜੀ ਦੁਨੀਆ ਤੇ ਦੁਨੀਆਦਾਰੀ ਦੇ ਲੋਕ ਨੇ, ਇਹ ਮਾਇਆ ਦੇ ਚਰਨੀ ਲੱਗ ਕੇ ਉਸ ਦੀ ਬੰਦਗੀ ਕਰਦੇ ਨੇ। ਵਾਹਿਗੁਰੂ ਜੀ ਨੂੰ ਛੱਡ ਕੇ, ਵਾਹਿਗੁਰੂ ਜੀ ਦੀ ਚਾਕਰੀ ਛੱਡ ਕੇ ਕੇਵਲ ਮਾਇਆ ਦੀ ਚਾਕਰੀ। ਇਹ ਵੀ ਨਾਲ ਬੇਨਤੀ ਕਰਦੇ ਆ, ਮਾਇਆ ਕਮਾਉਣੀ ਮਾੜੀ ਨਹੀਂ, 10 ਨੌਹਾਂ ਦੀ ਕਿਰਤ ਗੁਰਸਿੱਖ ਨੂੰ ਪਹਿਲਾਂ ਦੱਸੀ ਹੈ। ਪਰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਿਆਂ ਜਦੋਂ ਕਿਰਤ ਕੀਤੀ ਜਾਂਦੀ ਤੇ ਉਹ ਜਿਹੜੀ ਕਿਰਤ ਹੈ ਅੰਮ੍ਰਿਤ ਰੂਪ ਹੋ ਜਾਂਦੀ ਹੈ। ਤੇ ਜਦੋਂ ਵਾਹਿਗੁਰੂ ਜੀ ਦਾ ਨਾਮ ਵਿਸਾਰ ਕੇ ਕਿਰਤ ਕੀਤੀ ਜਾਂਦੀ ਤਾਂ ਉਹ ਜੰਜਾਲ ਰੂਪੀ ਜ਼ਹਿਰ ਹੋ ਜਾਂਦਾ ਹੈ। ਕਿਰਤ ਉਦੋਂ ਤੱਕ ਅੰਮ੍ਰਿਤ ਰੂਪ ਹੈ ਜਦੋਂ ਵਾਹਿਗੁਰੂ ਜੀ ਦਾ ਅੰਦਰ ਨਾਮ ਸ਼ਾਮਲ ਹੈ। ਜਦੋਂ ਵਾਹਿਗੁਰੂ ਜੀ ਦਾ ਨਾਮ ਵਿਸਰ ਗਿਆ, ਨਾਨਕ ਵਖਾਣਾ ਬੇਨਤੀ ਤੁਧ ਬਾਝ ਕੂੜੋ ਕੂੜ, ਫਿਰ ਉਹ ਕੂੜ ਹੀ ਕੂੜ ਹੋ ਗਿਆ, ਫਿਰ ਉਹ ਝੂਠ ਹੀ ਝੂਠ ਹੋ ਗਿਆ, ਫਿਰ ਉਹ ਜੰਜਾਲ ਹੀ ਜੰਜਾਲ ਹੋ ਗਿਆ, ਫਿਰ ਉਹ ਨਾਗਣੀ ਹੋ ਗਈ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਤੇ ਸਾਧ ਸੰਗਤ ਜੀ, ਜਿਵੇਂ ਗਾਰੜੂ ਮੰਤਰ ਹੁੰਦਾ ਹੈ, ਨਾਗ ਕਿੰਨਾ ਵੀ ਜ਼ਹਿਰੀਲਾ ਹੋਵੇ, ਜਿਸ ਦੇ ਮੁਖ ਵਿੱਚ ਗਾਰੜੂ ਮੰਤਰ ਹੋਵੇ, ਨਾਗ ਉਹਦੇ ਸੱਪ ਉਹਦੇ ਵਸ ਵਿੱਚ ਆ ਜਾਂਦਾ ਹੈ। ਇਵੇਂ ਸਤਿਗੁਰੂ ਜੀ ਦਾ ਗੁਰ ਮੰਤਰ ਤੇ ਮੂਲ ਮੰਤਰ ਸਾਧ ਸੰਗਤ ਜੀ ਮਾਇਆ ਰੂਪੀ ਨਾਗਣੀ ਨੂੰ ਵਸ ਵਿੱਚ ਕਰਨ ਵਾਸਤੇ ਗਾਰੜੂ ਮੰਤਰ ਹੈ। ਜਿਹੜੇ ਗੁਰਸਿੱਖ ਹਮੇਸ਼ਾ ਮੂਲ ਮੰਤਰ, ਗੁਰ ਮੰਤਰ ਅਥਵਾ ਜਪਜੀ ਸਾਹਿਬ ਗੁਰ ਸ਼ਬਦ ਦਾ ਅਭਿਆਸੀ ਨੇ ਨਾ, ਅਭਿਆਸ ਕਰਦੇ ਨੇ, ਫਿਰ ਮਾਇਆ ਉਹਨਾਂ ਵਾਸਤੇ ਨਾਗਣੀ ਨਹੀਂ, ਉਹਨਾਂ ਵਾਸਤੇ ਚਰਨ ਦਾਸੀ ਏ ਤੇ ਸੇਵਾ ਕਰਕੇ ਸਫਲੀ ਹੋਣ ਵਾਸਤੇ ਆਉਂਦੀ ਏ। ਇਸ ਕਰਕੇ ਇਤਨਾ ਕੁ ਫਰਕ ਜ਼ਰੂਰ ਸਮਝਣਾ, ਮਾਇਆ ਬੁਰੀ ਉਦੋਂ ਹੈ ਜਦੋਂ ਨਾਮ ਵਿਸਰ ਗਿਆ, ਤੇ ਉਦੋਂ ਸੱਚੀ ਸੁੱਚੀ ਕਿਰਤ 10 ਨੌਹਾਂ ਦੀ ਅੰਮ੍ਰਿਤ ਰੂਪ ਹੈ। ਜਦੋਂ ਨਾਮ ਜਪਦਿਆਂ ਕਿਰਤ ਕੀਤੀ ਜਾਵੇ, ਫਿਰ ਉਸ ਦੇ ਵਿੱਚੋਂ ਦਸਵੰਧ ਕੱਢਿਆ ਜਾਵੇ। ਇਹ ਭੇਦ ਜ਼ਰੂਰ ਯਾਦ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਿਆਰਿਓ, ਇਹ ਮਾਇਆ ਦੀ ਪ੍ਰਾਪਤੀ ਵਾਲੇ ਵੱਡੇ ਵੱਡੇ ਅਮੀਰ, ਵੱਡੇ ਵੱਡੇ ਧਨਾੜ, ਵੱਡੇ ਵੱਡੇ ਸ਼ਾਹੂਕਾਰ, ਦੀਸਹਿ ਲੋਕ, ਜਿਤਨੇ ਵੀ ਲੋਕ ਨਜ਼ਰ ਆਉਂਦੇ ਹਨ, ਤਿਨ ਕਉ ਵਿਆਪੈ ਚਿੰਤਾ ਰੋਗ, ਇਹਨਾਂ ਦੇ ਹਿਰਦੇ ਨੂੰ ਵੀ ਸਦਾ ਚਿੰਤਾ ਰੂਪੀ ਰੋਗ ਲੱਗਿਆ ਰਹਿੰਦਾ ਹੈ। ਚਿੰਤਾ ਮਨ ਦੀ ਬਿਹਬਲਤਾ ਦੀ ਅਵਸਥਾ ਦਾ ਨਾਮ ਹੈ। ਜਿਸ ਵੇਲੇ ਹਿਰਦਾ ਵਿਆਕੁਲ ਹੋ ਜਾਂਦਾ ਨਾ, ਬਿਹਬਲ ਹੋ ਜਾਂਦਾ ਹੈ, ਉਸ ਨੂੰ ਚਿੰਤਾ ਕਿਹਾ ਜਾਂਦਾ ਹੈ। ਤੇ ਜਦੋਂ ਰਾਜਾ ਇਹਨਾਂ ਤੋਂ ਟੈਕਸ ਲੈਂਦਾ ਹੈ, ਧਨ ਮੰਗਦਾ ਹੈ, ਉਸ ਵੇਲੇ ਹਿਰਦਾ ਵਿਆਕੁਲ ਹੋ ਜਾਂਦਾ, ਬਿਹਬਲ ਹੋ ਜਾਂਦਾ ਹੈ। ਪਿੰਡ ਦੇ ਵਿੱਚ ਥੋੜਾ ਜਿਹਾ ਖੜਾਕ ਹੋਵੇ ਤੇ ਹਿਰਦਾ ਸੁੰਗੜ ਜਾਂਦਾ, ਕਲੇਜੇ 'ਚ ਰੁੱਗ ਭਰਿਆ ਜਾਂਦਾ, ਚੋਰ ਮੇਰੇ ਘਰ ਤੇ ਨਹੀਂ ਆ ਗਏ, ਇਹ ਦਰਵਾਜ਼ਾ ਮੇਰਾ ਤੇ ਨਹੀਂ ਖੜਕਦਾ। ਇਸ ਪ੍ਰਕਾਰ ਚੋਰਾਂ ਦਾ ਵੀ ਡਰ, ਤੁਰੇ ਜਾਂਦੇ ਤੇ ਜਾਨ ਦਾ ਵੀ ਡਰ, ਖਤਰਾ ਡਾਕੂਆਂ ਦਾ ਵੀ, ਰਾਜੇ ਦਾ ਵੀ ਡਰ, ਟੈਕਸ ਦਾ ਵੀ ਡਰ। ਇਸ ਪ੍ਰਕਾਰ ਮਾਇਆ ਹੋਰ ਕਿਵੇਂ ਵਧੇ, ਹੋਰ ਕਿਵੇਂ ਵਧੇ।
ਫਲਾਨਾ ਬੰਦਾ ਮੇਰੇ ਤੋਂ ਜ਼ਿਆਦਾ ਅਮੀਰ ਹੋ ਗਿਆ, ਮੈਂ ਉਸ ਤੋਂ ਜ਼ਿਆਦਾ ਅਮੀਰ ਹੋਣਾ, ਮੈਂ ਟੌਪਰ ਬਣ ਕੇ ਰਹਿਣਾ, ਮੈਂ ਨੰਬਰ 1 ਤੇ ਰਹਿਣਾ, ਦੇਸ਼ ਵਿੱਚ ਸਭ ਤੋਂ ਅਮੀਰ ਮੈਂ ਹੋਵਾਂ। ਤੇ ਜਿਹੜਾ ਦੇਸ਼ ਵਿੱਚ ਅਮੀਰ ਹੈ ਕਹਿੰਦਾ ਸੰਸਾਰ ਭਰ ਦੇ ਵਿੱਚ ਸਭ ਤੋਂ ਅਮੀਰ ਮੈਂ ਹੋਵਾਂ। ਦੌੜ ਲੱਗੀ ਹੈ ਨਾ, ਚਿੰਤਾ ਲੱਗੀ ਹੈ, ਮੈਂ ਕਿਵੇਂ ਮਾਇਆ ਨੂੰ ਪ੍ਰਾਪਤ ਕਰ ਲਵਾਂ, ਮਾਇਆ ਇਕੱਠੀ ਕਿਵੇਂ ਕਰਨੀ ਏ, ਤੇ ਜੇ ਇਕੱਠੀ ਕਰ ਲਈ ਤਾਂ ਹੁਣ ਸਾਂਭ ਕੇ ਕਿਵੇਂ ਰੱਖਣੀ, ਮੇਰੇ ਕੋਲੋਂ ਖਰਚੀ ਨਾ ਜਾਵੇ। ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਕੋਈ ਤ੍ਰਿਪਤੀ ਥੋੜੀ ਆ ਗਈ ਹਿਰਦੇ ਨੂੰ, ਮਹਾਰਾਜ ਤ੍ਰਿਪਤੀ ਕਿਉਂ ਨਹੀਂ ਆਉਂਦੀ? ਤੇ ਹਜ਼ੂਰ ਫਰਮਾਉਂਦੇ ਹਿਰਦੇ ਵਿੱਚ ਸੰਤੋਖ ਨਹੀਂ ਹੈਗਾ ਨਾ। ਸੰਤੋਖ ਤੋਂ ਬਿਨਾਂ ਥੋੜਾ ਕੋਈ ਰੱਜਦਾ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਸਾਧ ਸੰਗਤ ਜੀ ਸਿੱਖ ਇਤਿਹਾਸ ਪੜ੍ਹ ਕੇ ਦੇਖੀਏ, ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ, ਹਕੂਮਤਾਂ ਨੇ ਸਿਰਾਂ ਦੇ ਮੁੱਲ ਰੱਖ ਦਿੱਤੇ, ਸਿੱਖ ਜਿੱਥੇ ਵੀ ਜਿਹੜਾ ਵੀ ਮਿਲਦਾ ਕਤਲ ਕਰ ਦਿਓ, ਇਨਾਮ ਮਿਲੇਗਾ। ਤੇ ਇਨਾਮ ਦੇ ਲਾਲਚੀ ਲੋਕਾਂ ਨੇ ਬੀਬੀਆਂ ਦੇ ਬੱਚੀਆਂ ਦੇ ਵੀ ਸਿਰ ਵੱਢ ਵੱਢ ਕੇ ਹਕੂਮਤਾਂ ਦੇ ਅੱਗੇ ਵੇਚ ਦਿੱਤੇ ਜੀ, ਇਹ ਅਣਦਾੜੀਆ ਸਿੱਖਿਆ। ਤੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ, ਸਿੱਖਾਂ ਨੇ ਲੰਗਰ ਵਾਸਤੇ ਰਸਤਾ ਬਾਜ਼ਾਰਾਂ ਦੇ ਵਿੱਚੋਂ ਪਿੰਡਾਂ ਚੋਂ ਆ ਕੇ ਖਰੀਦਣੀਆਂ ਦੁੱਗਣਾ ਮੁੱਲ ਦੇ ਕੇ, ਉਹਦਾ ਵੇਚਦੇ ਨਹੀਂ ਸਨ ਸਿੰਘਾਂ ਨੂੰ। ਤੇ ਹਕੂਮਤ ਨੇ ਐਲਾਨ ਕਰ ਦਿੱਤਾ, ਜ਼ਕਰੀਆ ਖਾਨ ਨੇ ਵੀ ਐਲਾਨ ਕਰ ਦਿੱਤਾ, ਜੇ ਕਿਸੇ ਨੇ ਸਿੱਖਾਂ ਨੂੰ ਰਸਦਾਂ ਵੇਚੀਆਂ, ਅੰਨ ਵੇਚਿਆ ਨਾ, ਉਸ ਦਾ ਘਾਣ ਬੱਚਾ ਪੀੜ ਦਿੱਤਾ ਜਾਵੇਗਾ। ਕਹਿਣ ਤੋਂ ਭਾਵ ਉਹਦਾ ਬਾਲ ਬੱਚਾ, ਪੁੱਤ ਪੋਤਰੇ, ਧੀਆਂ ਪੁੱਤ, ਮਾਂ ਪਿਓ, ਜਿਤਨਾ ਪਰਿਵਾਰ, ਸਾਰੇ ਨੂੰ ਕੋਲੂ ਵਿੱਚ ਪੀੜ ਦੇਣਾ ਸਰੋਂ ਵਾਂਗੂ, ਜੇ ਕਿਸੇ ਨੇ ਸਿੱਖਾਂ ਨੂੰ ਅੰਨ ਮੁੱਲ ਵੀ ਵੇਚਿਆ। ਤੇ ਅੰਨ ਮੁੱਲ ਵਿਕਣਾ ਵੀ ਬੰਦ ਹੋ ਗਿਆ। ਤੇ ਫਿਰ ਸਾਧ ਸੰਗਤ ਜੀ ਜਿਵੇਂ ਬਚਨ ਨਾ, ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ। ਦੰਗਾ ਤੋਂ ਭਾਵ ਹੈ ਧਰਮ ਯੁੱਧ। ਤੇ ਇਹ ਵੀ ਬੇਨਤੀ ਕਰਦੇ ਆ, ਸਿੰਘਾਂ ਦੀ ਕੋਈ ਜਾਤ ਜਾਂ ਗੋਤ ਨਹੀਂ ਹੁੰਦੀ। ਤੇ ਸਾਡਾ ਇਤਿਹਾਸ ਇਹ ਬਚਨ ਕਹਿੰਦਾ ਹੈ, ਸਿੰਘਾਂ ਦੀ ਜਾਤ ਵੀ ਧਰਮ ਯੁੱਧ ਤੇ ਸਿੰਘਾਂ ਦੀ ਗੋਤ ਵੀ ਧਰਮ ਯੁੱਧ। ਇਸੇ ਪ੍ਰਕਾਰ ਕਲਗੀਧਰ ਸਾਹਿਬ ਜੀ ਦੇ ਬਚਨ ਨੇ, ਖਾਲਸਾ ਹਮਾਰੀ ਜਾਤ, ਖਾਲਸਾ ਹਮਾਰੀ ਬਾਤ, ਸ੍ਰੀ ਗੁਰੂ ਗੋਬਿੰਦ ਸਿੰਘ ਬਾਣੀ ਯੋਂ ਬਖਾਨੀ ਹੈ। ਹਜ਼ੂਰ ਨੇ ਤੇ ਆਪ ਸ੍ਰੀ ਮੁਖਵਾਕ ਚੋਂ, ਸ੍ਰੀ ਕੰਠ ਚੋਂ, ਸ੍ਰੀ ਮੁਖ ਚੋਂ ਬਚਨ ਫਰਮਾਏ ਨੇ, ਖਾਲਸਾ ਹੀ ਸਾਡੀ ਜਾਤ ਹੈ ਤੇ ਖਾਲਸਾ ਹੀ ਸਾਡੀ ਗੋਤ ਹੈ, ਹੋਰ ਸਾਡੀ ਕੋਈ ਜਾਤ ਗੋਤ ਨਹੀਂ। ਧਰਮ ਯੁੱਧ ਦੇ ਪਿਆਰੇ ਸਤਿਗੁਰੂ ਜੀ ਨੇ ਧਰਮ ਯੁੱਧ ਦੇ ਆਸ਼ਿਕ ਸੂਰਮੇ ਪੈਦਾ ਕੀਤੇ ਨੇ। ਹੁਣ ਧਰਮ ਯੁੱਧ ਲੜਨ ਵਾਸਤੇ ਪ੍ਰਾਣਾਂ ਦਾ ਜਿਉਂਦਾ ਰਹਿਣਾ ਜ਼ਰੂਰੀ ਹੈ। ਤੇ ਸਿੰਘ ਫਿਰ ਹੱਲਾ ਕਰਕੇ ਨਗਰਾਂ ਤੇ ਆਉਂਦੇ ਨੇ, ਤੇ ਨਗਰਾਂ ਵਾਲਿਆਂ ਨੇ ਦਰਵਾਜ਼ੇ ਖੋਲ ਦੇਣੇ, ਆ ਗਏ ਨਿਹੰਗ ਬੂਹੇ ਖੋਲ ਦਿਓ ਨਿਸੰਗ। ਜਦੋਂ ਹਕੂਮਤਾਂ ਵੈਰੀ ਨੇ ਅੰਨ ਮੁੱਲ ਵੀ ਨਹੀਂ ਮਿਲਦਾ, ਤੇ ਗੁਰੂ ਕੇ ਸਿੱਖਾਂ ਵਾਸਤੇ ਤਾਂ ਵੀ ਦਰਵਾਜ਼ੇ ਖੋਲ ਦਿੱਤੇ ਜਾਣੇ, ਤੇ ਗੁਰੂ ਕੇ ਸਿੱਖਾਂ ਨੇ ਉਨੀਆਂ ਹੀ ਰਸਦਾਂ ਚੱਕਣੀਆਂ ਜਿੰਨੀਆਂ ਦੇ ਨਾਲ ਇੱਕ ਟਾਈਮ ਦਾ ਲੰਗਰ ਪੱਕਣਾ ਹੈ। ਜਾਨ ਖਤਰੇ ਚ ਪਾ ਕੇ ਜੰਗਲਾਂ ਚੋਂ ਨਿਕਲ ਕੇ ਸ਼ਹਿਰ ਚ ਆਉਣਾ, ਜਾਨ ਜੋਖੋਂ ਚ ਪਾਉਣ ਸੀ। ਹਕੂਮਤ ਦੀਆਂ ਫੌਜਾਂ ਜਗ੍ਹਾ ਜਗ੍ਹਾ ਗਸ਼ਤ ਕਰਦੀਆਂ ਨੇ, ਜਿੱਥੇ ਸਿੱਖ ਮਿਲੇ ਕਤਲ ਕਰ ਦਿੱਤੇ ਜਾਣੇ, ਸ਼ਹੀਦ ਕਰ ਦਿੱਤੇ ਜਾਣੇ ਨੇ। ਸ਼ਹੀਦੀ ਖਫਨ ਸਿਰ ਤੇ ਬੰਨ ਕੇ ਆਉਂਦੇ ਨੇ ਤੇ ਰਸਤਾ ਓਨੀਆਂ ਹੀ ਚੁੱਕਦੇ ਨੇ ਜਿੰਨੀਆਂ ਇੱਕ ਟਾਈਮ ਵਿੱਚ ਲੰਗਰ ਪੱਕ ਜਾਣਾ ਹੈ। ਕਿਉਂ? ਹਿਰਦੇ ਦੇ ਅੰਦਰ ਸੰਤੋਖ ਹੈ। ਜਿਸ ਪਰਮੇਸ਼ਰ ਨੇ ਅੱਜ ਦਿੱਤਾ ਕੱਲ ਵੀ ਦੇਵੇਗਾ, ਇਕੱਠਾ ਕਰਨ ਦੀ ਲੋੜ ਨਹੀਂ, ਪ੍ਰਮਾਤਮਾ ਨੇ ਦੇ ਹੀ ਦੇਣਾ ਹੈ। ਜੇ ਤੇ ਹਿਰਦੇ ਦੇ ਅੰਦਰ ਸੰਤੋਖ ਹੈ ਤੇ ਇੱਕ ਟਾਈਮ ਦਾ ਪ੍ਰਸ਼ਾਦਾ ਮਿਲ ਗਿਆ ਤੇ ਵਾਹਿਗੁਰੂ ਜੀ ਦੇ ਭਾਣੇ ਅੰਦਰ ਖੁਸ਼ੀ ਦੇ ਨਾਲ ਆਨੰਦ ਵਿੱਚ ਜੁੜ ਜਾਂਦਾ ਹੈ। ਵਾਹਿਗੁਰੂ ਧੰਨਵਾਦ, ਆਪ ਜੀ ਨੇ ਭੋਜਨ ਬਖਸ਼ ਦਿੱਤਾ। ਤੇ ਜੇ ਹਿਰਦੇ ਵਿੱਚ ਸੰਤੋਖ ਨਹੀਂ ਤੇ ਫਿਰ ਬਿਨਾਂ ਸੰਤੋਖ ਨਹੀਂ ਕੋਊ ਰਾਜੈ। ਨਾ ਸੇਠ ਕਰੋੜੀ ਮਲ ਰਚਿਆ, ਨਾ ਕਾਰੂ ਬਾਦਸ਼ਾਹ ਰਚਿਆ, ਨਾ ਅੱਜ ਦੇ ਲੀਡਰ ਰਚੇ ਨੇ, ਸਵਿਸ ਬੈਂਕ ਭਰ ਲਏ, ਨਾ ਕੋਈ ਰਚਿਆ ਤੇ ਨਾ ਰਚੇਗਾ ਬਿਨਾਂ ਸੰਤੋਖ ਤੋਂ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਇਹਨਾਂ ਨੂੰ ਸੰਤੋਖ ਥੋੜਾ ਹੈ, ਇਹ ਤੇ ਹਿਰਦੇ ਦੇ ਅੰਦਰ ਚਿੰਤਾ ਦਾ ਰੋਗ, ਮੈਂ ਨੰਬਰ 1 ਤੇ ਜਾਣਾ ਹੈ। ਤੇ ਜੇ ਨੰਬਰ 1 ਪੋਜੀਸ਼ਨ ਹਾਸਲ ਕਰ ਲਈ, ਦੁਨੀਆ ਦਾ ਅਮੀਰ ਬੰਦਾ ਬਣ ਗਿਆ, ਤੇ ਹੁਣ ਚਿੰਤਾ ਲੱਗੀ ਹੈ ਮੇਰੀ ਪਦਵੀ ਗਿਰ ਨਾ ਜਾਵੇ, ਮੈਂ ਇੱਥੇ ਟਿਕਿਆ ਕਿਵੇਂ ਰਵਾਂ, ਸਭ ਤੋਂ ਅਮੀਰ ਮੈਂ ਹੀ ਕਿਵੇਂ ਬਣਿਆ ਰਵਾਂ। ਇਸ ਪ੍ਰਕਾਰ ਹਿਰਦੇ ਦੀ ਬੇਬਲਤਾ ਦੇ, ਵਿਆਕੁਲਤਾ ਦੇ, ਮਾਇਆ ਇਕੱਠੀ ਕਰਨੇ ਦੇ, ਕਰ ਤੋਂ ਬਾਅਦ ਸਾਂਭ ਕੇ ਰੱਖਣ ਦੇ, ਚੋਰੀ ਹੋ ਜਾਣ, ਲੁੱਟੇ ਜਾਣ ਦੇ ਡਰ ਤੋਂ, ਟੈਕਸ ਦੇ ਡਰ ਤੋਂ, ਸਰਕਾਰ ਦੇ ਡਰ ਤੋਂ ਮਨ 'ਚ ਸਹਿਮ ਹੀ ਬਣਿਆ ਰਹਿੰਦਾ ਹੈ। ਚਿੰਤਾ ਦਾ ਰੋਗ ਸਦਾ ਹੀ ਇਹਨਾਂ ਨੂੰ ਲੱਗਾ ਰਹਿੰਦਾ ਹੈ। ਕੌਣ ਵੱਡਾ ਮਾਇਆ ਵਡਿਆਈ। ਤੇ ਜਿਸ ਵੇਲੇ ਫਿਰ ਸਰੀਰ ਛੱਡ ਕੇ ਜਾਂਦੇ ਨੇ, ਉਦੋਂ ਬੜੀ ਚਿੰਤਾ ਹੁੰਦੀ ਏ, ਇੰਨਾ ਔਖਾ ਧਨ ਕਮਾਇਆ ਸੀ, ਸਾਰਾ ਹੀ ਇੱਥੇ ਰਹਿ ਜਾਏਗਾ, ਕਿ ਨਾਲ ਕੁਝ ਵੀ ਨਹੀਂ ਜਾਏਗਾ। ਤੇ ਸਾਧ ਸੰਗਤ ਜੀ, ਨਾਲ ਤੇ ਸੂਈ ਦੇ ਨੱਕੇ ਜਿੰਨੀ ਵਸਤੂ ਵੀ ਨਹੀਂ ਜਾਣੀ,
चिंता च ही मर जाते ने। एडा औखा कमाया सी सारा इत्थे ही रह गया। हजूर फरमावना करते ने प्यारिओ, कौन वड्डा है माया करके? जितनी वड्याई वो माया दी हो रही है, माया करके कोई इंसान वड्डा नहीं। साध संगत जी, कांसीपुरी दे विच एक भंगी सी ते भंगी दे कोले एक पल्ली ते एक रंबी होया करदी सी। उस दे नाल रंबी दे नाल जा करके उसने घाह खोतना, पल्ली दे विच पंड बजनी बन्ननी, चुक के बाजार विच लै जानी, जाके घाह वेच के अपना गुजारा करना। एक दिन घाह खोतदिया रंबी दे नाल कुछ खड़का होया। वेख्या खड़का किहदा हो रहा, पुट के देखिया तो थल्लियों धन दा घड़ा निकल आया, दौलतमंद हो गया। हुण मोहरां दा घड़ा मिल गया, बड़ी तगड़ी हवेली बना ली, चुबारे बना ले, असवारी करने वास्ते घोड़ी लैन दी, घोड़ी ते चढ़ के फरने वाली तुरने वाली पग बन करके ते बाजारां च हुण गेड़ियां दिंदा। ते जदों शहर बाजार च घुमदा ना, ते जिवें बचन आउंदा है, माया तेरे तीन नाम, परसू परसा परसराम। गरीब सी कोई तो कहनो परसू किवें आ, समा पा करके थोड़ी जी माया आ गई, फिर कहन भाई परसिया की हाल है तेरा। समा पा करके माया होर वध गई, फिर कहंदे हे सेठ परसराम जी साडे सिर ते भी हथ रख दो, सानू भी आशीर्वाद दे दो। ते विद्वाना ने कहा ये तिन्ने नाम माया दे ने, नहीं सी कोल ते परसा परसू सी, थोड़ी जी आ गई ते परसा भाई परसा हो गया, ते ज्यादा आ गई ते सेठ परसराम जी हो गया। माया तेरे तीन नाम, परसू परसा परसराम। एवें ही हुण ये जिहड़ा भंगी है चढ़िया घोड़ी ते, तुरने वाली पग बधी है, ते लोकी कहंदे सेठ जी नमस्कार, सेठ जी नमस्ते। ते भंगी अगों जवाब दिंदा, कहंदा कह देंगा घरे जाके कह देंगा। दूजे दिन फिर सेठ जी नमस्ते, सेठ जी नमस्कार। ते भंगी फिर कहंदा कह देंगा घरे जाके कह देंगा। लोकी बड़े हैरान, असीं नमस्कार करदे हैं, नमस्ते करदे, जवाब की दिंदा है। एक दिन रोक लिया, सेठ जी रुको साडे मन दा भरम कड्डो। दसो भाई की भरम है? कहंदे असीं तुहानूं मत्थे टेकदे हां, असीं तुहानूं नमस्कारां करदे हां, ते तुसीं अगों कहंदे हो मैं घर जाके कह देंगा। ਇਹਦਾ मतलब की है, मायना की है? ते भंगी ने कहा नमस्कारां तुसीं मैनूं थोड़ियां करदे हो, मैं ते ओह भंगी आ। देखो घोड़ी ते भी मैं पल्ली ते रंबी अपनी नाल ही रखी है, मैं अपने असले नूं नहीं भुल्लिया। आ मेरी पल्ली है, आ मेरी रंबी है, मैं ते भंगी अज भी उही होई आ। भुखा मरदा सी, घाह खोतदा सी, तुसीं ते मैनूं रोटी भी नहीं सी दिंदे। ते ਜਿਹੜੀਆਂ ਤੁਸੀਂ ਨਮਸਕਾਰਾਂ ਕਰਦੇ ਹੋ ਮੈਨੂੰ ਨਹੀਂ ਕਰਦੇ, ਮੇਰੀ ਦੌਲਤ ਨੂੰ ਕਰਦੇ ਹੋ। ਇਸ ਕਰਕੇ ਮੈਂ ਕਿਹਾ ਏ ਕਹਿ ਦਿਆਂਗਾ ਘਰੇ ਜਿਹੜੀ ਦੌਲਤ ਪਈ ਹੈ ਨਾ, ਉਸ ਦੌਲਤ ਨੂੰ ਜਾ ਕੇ ਤੁਹਾਡੇ ਵੱਲੋਂ ਮੈਂ ਨਮਸਕਾਰ ਕਹਿ ਦਿਆਂਗਾ, ਤੁਹਾਡੇ ਵੱਲੋਂ ਨਮਸਤੇ ਕਹਿ ਦਿਆਂਗਾ। ਇਹ ਨਮਸਕਾਰਾਂ ਮੈਨੂੰ ਨਹੀਂ ਦੌਲਤ ਨੂੰ ਹੋ ਰਹੀਆਂ ਨੇ। ਹਜ਼ੂਰ ਫਰਮਾਵਣਾ ਕਰਦੇ ਨੇ ਮਾਇਆ ਦੇ ਕਰਕੇ ਕੌਣ ਵੱਡਾ ਹੋਇਆ ਹੈ? ਮਾਇਆ ਦੀ ਵਡਿਆਈ ਦੇ ਨਾਲ ਕਦੇ ਕੋਈ ਵੱਡਾ ਨਹੀਂ ਹੋਇਆ ਹੈ। ਵੱਡਾ ਜਿਨ ਰਾਮ ਲਿਵ ਲਾਈ। ਤੇ ਸੱਚੇ ਪਾਤਸ਼ਾਹ ਜੀ ਫਿਰ ਦੁਨੀਆ ਦੇ ਅੰਦਰ ਵੱਡਾ ਕੌਣ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਓ, ਦੁਨੀਆ ਦੇ ਅੰਦਰ ਸਭ ਤੋਂ ਵੱਡਾ ਉਹ ਹੈ ਜਿਸ ਨੇ ਰਾਮ ਰਮੇ ਹੋਏ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਆਪਣੇ ਮਨ ਦੀ ਲਿਵ ਲਾਈ ਹੈ, ਤਾਰ ਜੋੜੀ ਹੈ, ਬਿਰਤੀ ਜੋੜੀ ਹੈ, ਸੁਰਤ ਇਕਾਗਰ ਕੀਤੀ ਹੈ, ਨਿਰਮਲ ਸੁਰਤ ਦੇ ਨਾਲ ਵਾਹਿਗੁਰੂ ਜੀ ਨੂੰ ਜਪਿਆ ਨਾ, ਦੁਨੀਆ ਦੇ ਵਿੱਚ ਉਹੀ ਹੋਈ ਸਭ ਤੋਂ ਵੱਡਾ ਹੈ, ਉਸ ਤੋਂ ਵੱਡਾ ਕੋਈ ਨਹੀਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਉੱਚਾ। ਪ੍ਰਭੂ ਜੀ ਦਾ ਸਿਮਰਨ ਸਾਰਿਆਂ ਤੋਂ ਉੱਚਾ ਹੈ, ਉਸ ਦਾ ਦਰਬਾਰ ਵੀ ਉੱਚਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ। ਉਹਦਾ ਦਰਬਾਰ ਵੀ ਵੱਡਾ ਹੈ, ਉਹ ਵਾਹਿਗੁਰੂ ਜੀ ਆਪ ਵੀ ਵੱਡੇ ਨੇ। ਇਸੇ ਪ੍ਰਕਾਰ ਉਹਨਾਂ ਦਾ ਤਖਤ ਵੀ ਵੱਡਾ ਹੈ, ਉਹਨਾਂ ਦਾ ਨਾਮ ਵੀ ਵੱਡਾ ਹੈ, ਤੇ ਜਿਹੜਾ ਵੱਡੇ ਦੇ ਨਾਲ ਜੁੜ ਜਾਂਦਾ ਹੈ ਉਹ ਵੱਡਾ ਹੋ ਜਾਂਦਾ ਹੈ। ਮਾਇਆ ਦੀ ਵਡਿਆਈ ਦੇ ਨਾਲ ਕਦੇ ਕੋਈ ਵੱਡਾ ਨਹੀਂ ਹੋਇਆ। ਭਗਤ ਕਬੀਰ ਸਾਹਿਬ ਜੀ ਨੂੰ ਕਿਹੜੇ ਰਾਜੇ ਨੇ ਜੰਜੀਰਾਂ ਦੇ ਨਾਲ ਬੰਨ ਕੇ ਗੰਗਾ ਨਦੀ ਵਿੱਚ ਸੁੱਟਿਆ? ਕਿਸੇ ਨੂੰ ਰਾਜੇ ਦਾ ਨਾਮ ਪਤਾ ਹੈ? ਕਿਸੇ ਨੂੰ ਨਹੀਂ ਪਤਾ। ਕਿਉਂ? ਮਾਇਆ ਧਾਰੀ ਤੇ ਸੀ, ਪਰ ਉਹ ਮਾਇਆ ਦੀ ਵਡਿਆਈ 4 ਕੁ ਦਿਨਾਂ ਦੀ ਸੀ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ, ਝੂਠੇ ਡੰਬਰ, ਝੂਠੇ ਰਾਜ, ਝੂਠੇ ਹੁਕਮ। 4 ਕੁ ਦਿਨਾਂ ਦੀ ਨੌਬਤ ਵਜਾ ਕੇ ਤੁਰ ਗਏ। ਅੱਜ ਕੋਈ ਨਹੀਂ ਜਾਣਦਾ। ਉਹਦੇ ਕੋਲ ਮਾਇਆ ਦੀ ਵਡਿਆਈ ਸੀ, ਅੱਜ ਜਾਣਦਾ ਕੋਈ ਨਹੀਂ।
ਤੇ ਭਗਤ ਕਬੀਰ ਜੀ ਉਹ ਸਤਪੁਰਸ਼ ਨੇ, ਉਹ ਮਹਾਪੁਰਖ ਮਹਾਤਮਾ ਬ੍ਰਹਮ ਗਿਆਨੀ ਸੰਤ ਨੇ ਜਿਨ ਰਾਮ ਲਿਵ ਲਾਈ, ਰਾਮ ਦੇ ਵਿੱਚ ਲਿਵ ਲਾਈ ਤੇ ਸਭ ਤੋਂ ਵੱਡੇ ਹੋ ਗਏ। ਅੱਜ ਕੁੱਲ ਦੁਨੀਆ ਦੇ ਅੰਦਰ ਆਪ ਜੀ ਦੀ ਬਾਣੀ ਬੜੀ ਸਤਿਕਾਰੀ ਮੰਨੀ ਤੇ ਪੂਜੀ ਜਾਂਦੀ ਏ। ਅੱਜ ਵੀ ਆਪ ਜੀ ਨੂੰ ਮੱਥੇ ਟਿਕਦੇ ਸਦੀਵ ਕਾਲ ਟਿਕਦੇ ਹੀ ਰਹਿਣਗੇ। ਕਿਉਂ? ਜਿਨ ਰਾਮ ਲਿਵ ਲਾਈ। ਵੱਡਾ ਉਹ ਹੈ ਪਿਆਰਿਓ ਜਿਸ ਨੇ ਵਾਹਿਗੁਰੂ ਜੀ ਦੀ ਬੰਦਗੀ ਹਿਰਦੇ ਦੇ ਪਿਆਰ ਦੇ ਨਾਲ ਕਰਨਾ ਕੀਤੀ ਹੈ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਭੂਮੀਆਂ ਭੂਮ ਉਪਰ ਨਿਤ ਲੁੱਛੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੱਡੇ ਵੱਡੇ ਜ਼ਗੀਰਦਾਰ, ਇਹ ਮੁਰੱਬਿਆਂ ਦੇ ਮਾਲਕ, ਇਹ ਤੇ ਬੜੇ ਸੌਖੇ ਨਜ਼ਰ ਆਉਂਦੇ ਨੇ, ਇਹਨਾਂ ਨੂੰ ਤੇ ਬੜਾ ਸੁੱਖ ਹੋਵੇਗਾ। ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭੂਮੀਆਂ ਭਾਵ ਜਿਹੜਾ ਭੂਮੀ ਦਾ ਮਾਲਕ ਹੈ, ਭੂਮੀ ਪ੍ਰਾਪਤ ਕਰਕੇ, ਜ਼ਗੀਰਾਂ ਪ੍ਰਾਪਤ ਕਰਕੇ, ਮੁਰੱਬੇ ਖਰੀਦ ਕੇ ਜਾਂ ਖੋਹ ਕੇ ਬੜਾ ਮਾਣ ਪ੍ਰਾਪਤ ਕਰਦਾ ਹੈ, ਹਿਰਦੇ ਦੇ ਅੰਦਰ ਹੰਕਾਰ ਪ੍ਰਾਪਤ ਕਰਦਾ ਹੈ। ਲੁੱਝੈ ਦੂਜਿਆਂ ਦੀ ਜ਼ਮੀਨ ਹੜਪਣ ਵਾਸਤੇ ਕਿਸੇ ਤੇ ਕੇਸ ਕਰਦਾ, ਕਿਸੇ ਦੇ ਕਤਲ ਕਰਦਾ, ਲੁੱਝੈ ਝਗੜਾ ਕਰਦਾ, ਝਗੜੇ ਕਰਕੇ ਵਾਦ ਵਿਵਾਦ ਕਰਕੇ ਵੀ ਦੂਸਰਿਆਂ ਦੀ ਭੂਮੀ ਖੋਹ ਲੈਂਦਾ ਹੈ। ਪੁਰਾਤਨ ਸਮੇਂ ਜਿਤਨੀਆਂ ਰਾਜਿਆਂ ਦੀਆਂ ਜੰਗਾਂ ਹੋਈਆਂ, ਜੰਗ ਦਾ ਕਾਰਨ ਕੀ ਸੀ? ਇਹਦੀ ਵੀ ਜਿਤਨੀ ਭੂਮੀ ਹੈ, ਜਿਤਨਾ ਰਾਜ ਮੈਂ ਆਪਣੇ ਰਾਜ ਵਿੱਚ ਮਿਲਾ ਲਵਾਂ। ਆ ਥੋੜੇ ਦਿਨ ਪਹਿਲਾਂ ਚੀਨ ਦੇ ਬਾਰਡਰ ਤੇ ਝੜਪ ਹੋਈ ਹੈ, ਜਿੱਥੇ ਸਿੱਖ ਨੌਜਵਾਨ ਨੇ ਆਪਣੀ ਗਾਤਰੇ ਵਾਲੀ ਸ੍ਰੀ ਸਾਹਿਬ ਦੇ ਨਾਲ 12 ਦੁਸ਼ਮਣ ਢੇਰ ਕਰਕੇ ਰੱਖ ਦਿੱਤੇ। ਲੜਾਈ ਕਾਹਦੀ ਸੀ? ਉਹ ਚੀਨ ਵਾਲੀ ਫੌਜ ਬਾਰਡਰ ਟੱਪ ਕੇ ਆ ਕਿਉਂ ਰਹੀ ਹੈ? ਅਸੀਂ ਭਾਰਤ ਦੀ ਜ਼ਮੀਨ ਤੇ ਕਬਜ਼ਾ ਕਰ ਲਈਏ। ਲੜਾਈ ਕਾਹਦੀ ਹੈ ਜੀ? ਜ਼ਮੀਨ ਦੀ। ਚਾਹੇ ਜ਼ਿਮੀਦਾਰ, ਚਾਹੇ ਮੁਰੱਬਿਆਂ ਦਾ ਮਾਲਕ, ਚਾਹੇ ਦੇਸ਼ਾਂ ਦਾ ਮਾਲਕ, ਲੜਾਈ ਜ਼ਮੀਨ ਦੀ ਹੀ ਹੈ। ਆਦ ਸਮੇਂ ਤੋਂ ਸਾਧ ਸੰਗਤ ਜੀ ਇਤਿਹਾਸ ਪੜ੍ਹ ਕੇ ਦੇਖ ਲਓ, ਜਿਤਨੀਆਂ ਦੁਨੀਆ ਦੇ ਅੰਦਰ ਵੱਡੀਆਂ ਜੰਗਾਂ ਹੋਈਆਂ ਨੇ, ਕਾਰਨ 3 ਹੀ ਹੋਏ ਨੇ। ਜ਼ਰ, ਜੋਰੂ, ਜ਼ਮੀਨ। ਜ਼ਰ ਤੋਂ ਭਾਵ ਹੈ ਦੌਲਤ ਖਜ਼ਾਨੇ, ਤਾਂ ਜ਼ਮੀਨ ਭੂਮੀ ਧਰਤੀ, ਤੇ ਜ਼ੋਰੂ ਤੋਂ ਭਾਵ ਹੈ ਇਸਤਰੀ। ਦੁਨੀਆ ਦੇ ਅੰਦਰ ਜਿਹੜੀਆਂ ਸਭ ਤੋਂ ਵੱਡੀਆਂ 2 ਲੜਾਈਆਂ ਅੱਜ ਤੱਕ ਦੇ ਇਤਿਹਾਸ ਵਿੱਚ ਮੰਨੀਆਂ ਗਈਆਂ ਨਾ, ਉਹ ਦੋਵੇਂ ਹੀ ਇਸਤਰੀ ਕਰਕੇ ਹੋਈਆਂ। ਮਹਾਭਾਰਤ ਦੀ ਜੰਗ ਹੋਈ ਹੈ ਤੇ ਦ੍ਰੌਪਦੀ ਕਰਕੇ, ਤੇ ਜੇ ਰਾਮਾਇਣ ਦੀ ਜੰਗ ਹੋਈ ਹੈ ਤੇ ਸੀਤਾ ਜੀ ਦੇ ਕਰਕੇ। ਇਹ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਨੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਨੇ। ਜਿੰਨੀਆਂ ਜੰਗਾਂ ਹੋਈਆਂ ਸਾਧ ਸੰਗਤ ਜੀ ਧਰਮ ਦੀ ਰਖਵਾਲੀ ਤੇ ਪਰਉਪਕਾਰ ਦੇ ਹਿੱਤ ਹੋਈਆਂ ਨੇ। ਇੱਕ ਵੀ ਜੰਗ ਜ਼ਰ, ਜ਼ੋਰੂ ਜਾਂ ਜ਼ਮੀਨ ਵਾਸਤੇ ਨਹੀਂ। ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲੋਕਾਂ ਦੀਆਂ ਬਹੂ ਬੇਟੀਆਂ ਨੂੰ ਬਚਾਉਣ ਵਾਸਤੇ ਜੰਗ ਕੀਤੀ, ਤੇ ਉਹ ਵੀ ਧਰਮ ਤੇ ਪਰਉਪਕਾਰ ਦੇ ਹਿੱਤ। ਉਹ ਕੋਈ ਸੌਦੇਬਾਜ਼ੀ ਥੋੜੀ ਸੀ। ਉਹ ਤੇ ਜਾਨਾਂ ਵਾਰ ਕੇ ਦੂਸਰਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ ਧਰਮ ਦੀ ਖਾਤਰ। ਧਰਮ ਜੋਧੀ ਸਤਿਗੁਰੂ ਜੀ ਨੇ ਖਾਲਸੇ ਨੂੰ ਸਿਖਾਇਆ ਹੈ। ਇਹ ਸੀਤਾ ਜੀ ਵਾਂਗੂ ਜਾਂ ਦ੍ਰੌਪਦਾ ਵਾਂਗੂ ਲੜਾਈਆਂ ਗੁਰੂ ਕੇ ਖਾਲਸੇ ਨੇ ਨਹੀਂ ਲੜੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸਾਰੀਆਂ ਜੰਗਾਂ ਪਰਉਪਕਾਰ ਦੇ ਹਿੱਤ। ਪਰ ਦੁਨੀਆ ਦੇ ਧਨਹਾੜ, ਦੁਨੀਆ ਦੇ ਸ਼ਾਹੂਕਾਰ, ਇਹ ਭੂਮੀਆਂ ਦੇ ਮਾਲਕ, ਇਹ ਰਾਜੇ, ਇਹ ਛਤਰਪਤੀ ਬਾਦਸ਼ਾਹ, ਸਾਰੀਆਂ ਜੰਗਾਂ ਜ਼ਰ, ਜ਼ੋਰੂ ਤੇ ਜ਼ਮੀਨ ਵਾਸਤੇ ਹੀ ਹੋਈਆਂ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜਾ ਭੂਮੀਆਂ ਹੈ ਨਾ, ਇਹ ਭੂਮੀ ਦੇ ਕਾਰਨ ਜ਼ਮੀਨ ਨੂੰ ਪ੍ਰਾਪਤ ਕਰਨ ਵਾਸਤੇ, ਰਾਜ ਦੀਆਂ ਹੱਦਾਂ ਵਧਾਉਣ ਵਾਸਤੇ, ਬਾਰਡਰਾਂ ਤੋਂ ਅੱਗੇ ਵੱਧ ਜਾਣ ਵਾਸਤੇ ਭੂਮੀ ਦੇ ਕਾਰਨ ਬੜਾ ਲੁੱਝਦੇ ਨੇ, ਬੜਾ ਲੜਦੇ ਨੇ, ਬੜੀਆਂ ਜੰਗਾਂ ਕਰਦੇ ਨੇ, ਝਗੜੇ ਕਰਦੇ ਨੇ। ਚਾਹੇ ਜ਼ਗੀਰਦਾਰ ਹੈ, ਚਾਹੇ ਦੇਸ਼ਾਂ ਦੇ ਰਾਜੇ ਨੇ, ਭੂਮੀ ਦੀ ਖਾਤਰ ਸਾਰੇ ਲੜਦੇ ਮਰਦੇ ਨੇ। ਛੋੜ ਚਲੈ ਤ੍ਰਿਸ਼ਨਾ ਨਹੀਂ ਬੁਝੈ। ਤੇ ਜਿਤਨੀ ਵੀ ਚਾਹੇ ਭੂਮੀ ਪ੍ਰਾਪਤ ਕਰ ਲੈਣ, ਕੋਈ ਤ੍ਰਿਸ਼ਨਾ ਥੋੜੀ ਬੁਝ ਜਾਂਦੀ ਹੈ। ਤ੍ਰਿਸ਼ਨਾ ਬੁਝਦੀ ਨਹੀਂ ਤੇ ਅੰਤਮ ਸਮੇਂ ਨਾਲ ਜਾਂਦੀ ਨਹੀਂ, ਫਿਰ ਇੱਥੇ ਹੀ ਛੱਡ ਜਾਂਦੇ ਨੇ। ਭਗਵਾਨ ਕ੍ਰਿਸ਼ਨ ਜੀ ਸ਼ਾਂਤੀ ਦੂਤ ਬਣ ਕੇ ਤੇ ਦੁਰਯੋਧਨ ਦੇ ਕੋਲ ਗਏ। ਦੁਰਯੋਧਨ ਨੂੰ ਕਹਿਣ ਲੱਗੇ, ਹੇ ਦੁਰਯੋਧਨ, ਜਿਹੜਾ ਕਿ ਇੰਦਰਪ੍ਰਸਥ ਦਾ ਰਾਜ ਸੀ ਉਹ ਪਾਂਡਵਾਂ ਦਾ ਸੀ, ਤੂੰ ਇੰਦਰਪ੍ਰਸਥ ਦਾ ਰਾਜ ਫਿਰ ਤੋਂ ਪਾਂਡਵਾਂ ਨੂੰ ਦੇ ਦੇ। ਮਨਾ ਕਰ ਦਿੱਤਾ, ਜੀ ਨਹੀਂ ਦੇਵਾਂਗਾ। ਕ੍ਰਿਸ਼ਨ ਕਹਿਣ ਲੱਗਾ, ਮੈਂ ਸ਼ਾਂਤੀ ਦੂਤ ਬਣ ਕੇ ਆਇਆ, ਪਾਂਡਵ ਮੇਰੇ ਹੁਕਮ ਦੇ ਅੰਦਰ ਨੇ, ਮੇਰੇ ਕਹਿਣੇ ਚ ਨੇ। ਤੂੰ ਇੰਦਰਪ੍ਰਸਥ ਦਾ ਰਾਜ ਨਹੀਂ ਦੇਣਾ, ਕੇਵਲ ਤਾਂ ਕੇਵਲ 5 ਪਿੰਡਾਂ ਦੀ ਜਾਗੀਰ ਦੇ ਦੇ। 5 ਪਾਂਡਵ 5 ਪਿੰਡਾਂ ਦੀ ਜਾਗੀਰ ਤੇ ਗੁਜ਼ਾਰਾ ਕਰ ਲੈਣਗੇ, ਮੇਰੀ ਆਗਿਆ ਮੰਨ ਕੇ। ਵਾਦ ਵਿਵਾਦ ਨਹੀਂ ਹੋਏਗਾ, ਲੜਾਈ ਨਹੀਂ ਹੋਵੇਗੀ, ਯੁੱਧ ਟਲ ਜਾਵੇਗਾ। ਤੇ ਦੁਰਯੋਧਨ ਕਹਿਣ ਲੱਗਾ, ਕਹਿੰਦਾ ਕ੍ਰਿਸ਼ਨ ਜੀ ਤੁਸੀਂ ਤੇ 5 ਪਿੰਡਾਂ ਦੀ ਗੱਲ ਕਰਦੇ ਹੋ ਨਾ, ਮੈਂ ਇਹਨਾਂ 5 ਪਾਂਡਵਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਨਹੀਂ ਦੇਣੀ, ਸੂਈ ਦੇ ਨੱਕੇ ਜਿੰਨੀ ਵੀ ਨਹੀਂ ਦੇਣੀ।
ਤੁਸੀਂ ਤੇ 5 ਪਿੰਡ ਮੰਗ ਲਏ, ਨਹੀਂ ਦੇਣੇ ਮੈਂ। ਭੂਮੀਆਂ, ਜਿਹੜਾ ਭੂਮੀ ਦਾ ਮਾਲਕ ਹੈ, ਭੂਮੀ ਦੇ ਕਾਰਨ ਹਜ਼ੂਰ ਕਹਿੰਦੇ ਲੁੱਝਾ, ਬੜਾ ਝਗੜਾ ਕਰਦਾ। ਫਿਰ ਉਹਨਾਂ ਨੇ ਆਪਣੇ ਰਾਜ ਦੀ ਪ੍ਰਾਪਤੀ ਵਾਸਤੇ ਵੱਡਾ ਭਾਰੀ ਜੰਗ ਕੀਤਾ, ਲੜਾਈ ਕੀਤੀ। ਤੇ ਹਜ਼ੂਰ ਜਿਵੇਂ ਫਰਮਾ ਰਹੇ ਨੇ, ਅੰਤ ਕਾਲ ਇੱਥੇ ਛੱਡ ਕੇ ਚਲਿਆ ਜਾਂਦਾ, ਫਿਰ ਨਾਲ ਥੋੜੀ ਜ਼ਮੀਨ ਜਾਂਦੀ ਹੈ। ਪੰਕਤੀ ਦੁਬਾਰਾ ਪੜ੍ਹ ਦਿਓ ਜੀ। ਛੋੜ ਚਲੈ ਤ੍ਰਿਸ਼ਨਾ ਨਹੀਂ ਬੁਝੈ। ਤੇ ਜਿਸ ਵੇਲੇ ਫਿਰ ਦੁਰਯੋਧਨ ਭੀਮ ਸੈਨ ਦੇ ਹੱਥੋਂ ਮਾਰਿਆ ਗਿਆ, ਛੋੜ ਚੱਲਿਆ, ਛੱਡ ਕਰਕੇ ਚਲਿਆ ਗਿਆ ਨਾ, ਤ੍ਰਿਸ਼ਨਾ ਨਹੀਂ ਬੁਝਿਆ, ਹਿਰਦੇ ਚੋਂ ਤ੍ਰਿਸ਼ਨਾ ਨਹੀਂ ਬੁਝੀ। ਤ੍ਰਿਸ਼ਨਾ ਦਾ ਮਾਰਿਆ ਮੇਰਾ ਰਾਜ ਕਰਦਾ ਹੀ ਮਰ ਗਿਆ। ਨਾ ਰਾਜ ਰਿਹਾ, ਨਾ ਭੂਮੀ ਰਹੀ, ਨਾ 100 ਭਰਾ ਰਹੇ, ਨਾ ਆਪਣੀ ਜਿੰਦ ਰਹੀ, ਨਾ ਸੈਨਾ ਰਹੀ, ਕੁਛ ਵੀ ਨਹੀਂ ਬਚਿਆ। ਐਸੀ ਹਾਲਤ ਹੁੰਦੀ ਹੈ। ਭੂਮੀ ਦਾ ਮਾਲਕ, ਸਕੇ ਭਰਾਵਾਂ ਦੇ ਕਤਲ, ਪਿਓਵਾਂ ਦੇ ਕਤਲ, ਸਾਧ ਸੰਗਤ ਜੀ ਬੜੀਆਂ ਐਸੀਆਂ ਮੰਦਭਾਗੀਆਂ ਘਟਨਾ ਅੱਜ ਵੀ ਹੋ ਰਹੀਆਂ ਨੇ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਹਿਰਦੇ ਦੇ ਅੰਦਰ ਤ੍ਰਿਸ਼ਨਾ ਐਸੀ ਲੱਗੀ ਏ, ਇਹ ਤ੍ਰਿਸ਼ਨਾ ਦੀ ਮੱਚਦੀ ਭਾਂਬੜ, ਮੱਚਦੀ ਹੋਈ ਅੱਗ, ਮੱਚਦੇ ਭਾਂਬੜ ਨਾਮ ਤੋਂ ਬਿਨਾਂ ਬੁਝਦੇ ਨਹੀਂ। ਤੇ ਜਿਹੜੀ ਭੂਮੀ ਦੇ ਉੱਪਰ ਹੰਕਾਰ ਕਰਦੇ ਨੇ, ਆਖਰਕਾਰ ਇੱਥੇ ਸਰੀਰ ਦੇ ਸਮੇਤ ਛੱਡ ਕੇ ਤੁਰ ਜਾਂਦੇ ਨੇ। ਕਹੋ ਨਾਨਕ ਇਹੋ ਤਤ ਵਿਚਾਰਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਇਸ ਤ੍ਰਿਸ਼ਨਾ ਤੋਂ ਤੇ ਵਿਕਾਰਾਂ ਤੋਂ ਛੁਟਕਾਰਾ ਕਿਵੇਂ ਹੁੰਦਾ ਹੈ? ਤੇ ਹਜ਼ੂਰ ਜੀ ਫਰਮਾਵਣਾ ਕਰਦੇ ਨੇ, ਭਾਈ ਅਸੀਂ ਤਤ ਸਿਧਾਂਤ ਦੀ, ਸਿਰੇ ਦੀ ਗੱਲ, ਨਿਰਣੇ ਦੀ ਗੱਲ, ਸੱਤ ਦੀ ਗੱਲ, ਸਾਰ ਦੀ ਗੱਲ, ਇਹ ਵਿਚਾਰ ਕੇ ਨਿਚੋੜ ਕੱਢਿਆ ਹੈ, ਸਿੱਟਾ ਕੱਢਿਆ ਹੈ ਜੋ ਸਿਧਾਂਤ ਹੈ। ਬਿਨ ਹਰ ਭਜਨ ਨਾਹੀ ਛੁਟਕਾਰਾ। ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਕਿਸੇ ਦਾ ਵੀ ਛੁਟਕਾਰਾ ਨਹੀਂ। ਨਾ ਮੋਹ ਤੋਂ, ਨਾ ਤ੍ਰਿਸ਼ਨਾ ਤੋਂ, ਨਾ ਵਿਕਾਰਾਂ ਤੋਂ, ਨਾ ਜੰਮਣ ਮਰਨ ਤੋਂ, ਨਾ ਨਰਕਾਂ ਦੇ ਦੁੱਖ ਤੋਂ, ਨਾ ਗਰਭ ਜੂਨੀਆਂ ਤੋਂ। ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਇਲਾਜ ਹੈ, ਇੱਕੋ ਹੀ ਦਾਰੂ, ਇੱਕੋ ਹੀ ਦਵਾਈ ਹੈ। ਸਰਬ ਰੋਗ ਕਾ ਔਖਦ ਨਾਮ। ਚਾਹੇ ਉਹ ਰੋਗ ਚਿੰਤਾ ਦਾ ਹੈ, ਚਾਹੇ ਉਹ ਰੋਗ ਤ੍ਰਿਸ਼ਨਾ ਦਾ ਹੈ, ਚਾਹੇ ਰੋਗ ਮੋਹ ਦਾ ਹੈ, ਸਾਰਿਆਂ ਦਾ ਇੱਕੋ ਇਲਾਜ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ, ਬੰਦਗੀ ਤੋਂ ਬਿਨਾਂ ਸੁੱਖ ਨਹੀਂ। ਇਸ ਕਰਕੇ ਜਿਸ ਨੇ ਵੀ ਹਿਰਦੇ ਦੇ ਪਿਆਰ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਹੈ, ਪਿਆਰਿਓ, ਜੀਵਨ ਨਿਰਵਿਕਾਰ ਤੇ ਜੀਵਨ ਮੁਕਤ ਅਵਸਥਾ ਦੇ ਆਨੰਦ ਨੂੰ ਤਿਸ ਨੇ ਮਾਨਣਾ ਕੀਤਾ ਹੈ। ਜਿਸ ਨੇ ਸਤਿਗੁਰੂ ਜੀ ਦੇ ਭਾਣੇ ਵਿੱਚ ਆ ਕਰਕੇ, ਉਪਦੇਸ਼ ਦੀ ਕਮਾਈ ਕਰਕੇ ਨਾਮ ਦਾ ਸਿਮਰਨ ਕੀਤਾ ਹੈ। ਗੌੜੀ ਮਹੱਲਾ ਪੰਜਵਾ। ਗੁਰਦੇਵ ਪਿਤਾ ਪੰਚਮ ਪਾਤਸ਼ਾਹ ਜੀ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾ ਰਹੇ ਨੇ। ਪੂਰਾ ਮਾਰਗ ਪੂਰਾ ਇਸਨਾਨ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇੱਕ ਤੀਰਥ ਯਾਤਰੀ ਨੇ ਜਿਹੜੇ ਲੰਬੇ ਲੰਬੇ ਮਾਰਗ ਤੇ ਪੈਦਲ ਤਾਂ ਚੱਲ ਕੇ ਜਾਂਦੇ ਨੇ। ਕੋਈ ਪ੍ਰਾਗਰਾਗ ਜਾਂਦਾ ਹੈ, ਕੋਈ ਹਰੀਦਵਾਰ ਜਾਂਦਾ ਹੈ, ਗੰਗਾ ਜਮਨਾ ਗੋਦਾਵਰੀ ਤੇ ਜਾਂਦੇ ਨੇ। ਮਾਰਗ ਤੇ ਨੰਗੇ ਪੈਰੀ ਕਈ ਮਹੀਨਿਆਂ ਦੀ ਯਾਤਰਾ ਸਫ਼ਰ ਕਰਦੇ ਨੇ। ਫਿਰ ਜਾ ਕਰਕੇ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਦਰਸ਼ਨ ਕਰਦੇ ਨੇ, ਪੁੰਨ ਦਾਨ ਕਰਦੇ ਨੇ। ਤੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ, ਕਿ ਇਹਨਾਂ ਨੂੰ ਵੀ ਮਾਰਗ ਤੇ ਚੱਲ ਕੇ ਤੀਰਥਾਂ ਤੇ ਜਾਣ ਦੀ ਲੋੜ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਫਰਮਾਉਂਦੇ ਹਨ ਜੀ, ਜਿਹੜੇ ਨਾਮ ਦੇ ਰਸੀਏ ਨੇ ਤਿੰਨਾਂ ਦੀ ਵਡਿਆਈ ਪ੍ਰਥਾਏ। ਪੂਰਾ ਮਾਰਗ ਪੂਰਾ ਇਸਨਾਨ। ਪਿਆਰਿਓ, ਜਿਹੜੇ ਵਾਹਿਗੁਰੂ ਜੀ ਦੇ ਭਗਤੀ ਰੂਪੀ ਮਾਰਗ ਤੇ ਚੱਲਦੇ ਨੇ ਨਾ, ਉਹਨਾਂ ਨੂੰ ਕਹਿਣ ਮਾਤਰ ਵਾਲੇ ਅਖੌਤੀ ਤੀਰਥਾਂ ਦੇ ਮਾਰਗ ਤੇ ਚੱਲਣ ਦੀ ਲੋੜ ਨਹੀਂ ਪੈਂਦੀ। ਨਾਮ ਜਪਣ ਮਾਤਰ ਦੇ ਨਾਲ ਹੀ ਪੂਰਾ ਮਾਰਗ, ਜਿਵੇਂ ਤੀਰਥ ਯਾਤਰੀ ਮਾਰਗ ਤੇ ਚੱਲਦੇ ਨੇ ਤੇ ਮਾਰਗ ਤੇ ਚੱਲਣ ਦਾ ਮਹਾਤਮ ਹੈ, ਤੇ ਜਦੋਂ ਤੀਰਥ ਤੇ ਪਹੁੰਚਦੇ ਨੇ ਤੇ ਜਾ ਕਰਕੇ ਤੀਰਥ ਦਾ ਇਸ਼ਨਾਨ ਕਰਦੇ ਨੇ ਤੇ ਉਸ ਇਸ਼ਨਾਨ ਦਾ ਮਹਾਤਮ ਹੈ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਬੈਠੇ ਬੰਦਗੀ ਕਰਦੇ ਨੇ ਨਾ, ਭਗਤੀ ਰੂਪੀ ਮਾਰਗ ਤੇ ਚੱਲਦੇ ਨੇ, ਉਹਨਾਂ ਨੂੰ ਬੰਦਗੀ ਕਰਨੇ ਦੇ ਨਾਲ ਹੀ ਮਾਰਗ ਤੇ ਚੱਲਣ ਦਾ ਫਲ ਵੀ ਪ੍ਰਾਪਤ ਹੋ ਜਾਂਦਾ ਹੈ, ਤੇ ਤੀਰਥ ਦੇ ਇਸ਼ਨਾਨ ਦਾ ਫਲ ਵੀ ਉਹਨਾਂ ਨੂੰ ਘਰੇ ਬੈਠੇ ਹੀ ਪ੍ਰਾਪਤ ਹੋ ਜਾਂਦਾ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਨਾਮ ਦੇ ਅੰਦਰ ਇਤਨੀ ਵੱਡੀ ਭਾਰੀ ਸ਼ਕਤੀ ਹੈ। ਬਾਬਾ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਨਾ, ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਕਹਿੰਦੇ ਮੈਂ ਸੋਚ ਕੇ ਵਿਚਾਰ ਕਰਕੇ ਨਿਰਣਾ ਕਰਨਾ ਚਾਹੁੰਦਾ ਹੈ ਕਿ ਵੱਡਾ ਕੌਣ ਹੈ, ਤੀਰਥ ਹੈ ਕਿ ਵਾਹਿਗੁਰੂ ਜੀ ਦਾ ਪਿਆਰਾ। ਤੇ ਫਿਰ ਨਿਰਣਾ ਇਹ ਕੀਤਾ, ਤੀਰਥ ਵੱਡਾ ਨਹੀਂ, ਵਾਹਿਗੁਰੂ ਜੀ ਦਾ ਪਿਆਰਾ ਵੱਡਾ ਹੈ। ਵਾਹਿਗੁਰੂ ਜੀ ਦਾ ਪਿਆਰਾ ਕਿਉਂ ਵੱਡਾ ਹੈ? ਕਿਉਂਕਿ ਜਿੱਥੇ ਪਿਆਰੇ ਨੇ ਬੰਦਗੀ ਕੀਤੀ, ਉੱਥੇ ਹੀ ਤੇ ਤੀਰਥ ਬਣਿਆ ਨਾ। ਜੇ ਬੰਦਗੀ ਨਾ ਕੀਤੀ ਹੁੰਦੀ ਤੇ ਤੀਰਥ ਪ੍ਰਗਟ ਕਿਵੇਂ ਹੋਣਾ ਸੀ? ਇਸ ਕਰਕੇ ਬੰਦਗੀ ਵੱਡੀ ਹੈ।
ਸਾਧ ਸੰਗਤ ਜੀ 5 ਪ੍ਰਕਾਰ ਦੇ ਇਸ਼ਨਾਨ ਵਿਦਵਾਨ ਜਨਾਂ ਨੇ ਮੰਨੇ ਨੇ। ਇੱਕ ਇਸ਼ਨਾਨ ਜਿਹੜੇ ਸਰਬਤ ਮਾਈ ਭਾਈ ਰੋਜ਼ਮਰਾ ਦੀ ਜ਼ਿੰਦਗੀ 'ਚ ਸਧਾਰਨ ਇਸ਼ਨਾਨ ਕਰਦੇ ਨੇ, ਗਲੇ ਤੱਕ ਇਸ਼ਨਾਨ ਤੇ ਮੂੰਹ ਧੋ ਲੈਣਾ, ਪਰ ਕੇਸੀ ਇਸ਼ਨਾਨ ਨਹੀਂ ਕਰਨਾ, ਕੇਸਾਂ 'ਚ ਜਲ ਨਹੀਂ ਪਾਉਣਾ। ਇਹ ਸਧਾਰਨ ਇਸ਼ਨਾਨ ਹੈ ਜਿਸ ਨੂੰ ਅਕਸਰ ਪਿੰਡੇ ਇਸ਼ਨਾਨ ਕਿਹਾ ਜਾਂਦਾ ਹੈ। ਇਹ ਪਹਿਲਾ ਇਸ਼ਨਾਨ ਹੈ। ਤੇ ਦੂਸਰਾ ਇਸ਼ਨਾਨ ਹੈ ਜਿਸ ਨੂੰ ਕੇਸੀ ਇਸ਼ਨਾਨ ਕਿਹਾ ਜਾਂਦਾ ਹੈ। ਕੇਸਾਂ ਦੇ ਸਮੇਤ ਪਿੰਡੇ ਵੀ ਇਸ਼ਨਾਨ ਕਰਨਾ, ਸਾਰੇ ਸਰੀਰ ਦਾ ਇਸ਼ਨਾਨ। ਤੇ ਸਾਧ ਸੰਗਤ ਜੀ ਤੀਸਰਾ ਜਿਹੜਾ ਇਸ਼ਨਾਨ ਹੈ ਉਹ ਸਣ ਕੱਪੜੀ ਇਸ਼ਨਾਨ ਕਿਹਾ ਜਾਂਦਾ ਹੈ। ਪੁਰਾਤਨ ਸਮੇਂ ਦੇ ਵਿੱਚ ਸੂਤਕ ਪਾਤਕ ਬੜੀ ਮੰਨੀ ਜਾਂਦੀ ਸੀ। ਸੂਤਕ ਤੇ ਪਾਤਕ ਦੋਵਾਂ ਦਾ ਅਰਥ ਝੂਠ ਹੈ। ਜਦੋਂ ਕਿਸੇ ਘਰ ਦੇ ਵਿੱਚ ਕੋਈ ਬੱਚਾ ਜਨਮ ਲਵੇ ਤੇ ਬਾਹਮਣ ਲੋਕਾਂ ਨੇ ਭਰਮ ਫੈਲਾਇਆ, ਕਹਿੰਦੇ ਜੀ ਘਰ ਵਿੱਚ ਸੂਤਕ ਆ ਗਿਆ, ਝੂਠ ਆ ਗਈ ਹੈ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬ੍ਰਾਹਮਣਾਂ ਦੇ ਮੱਕੜ ਜਾਲ ਨੂੰ, ਭਰਮ ਜਾਲ ਨੂੰ ਫਿਰ ਤੋੜਿਆ ਤੇ ਬਚਨ ਕਰਨਾ ਕੀਤਾ, ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ। ਪੰਡਤ ਜੀ ਜੇ ਤੇ ਤੁਸੀਂ ਸੂਤਕ ਮੰਨਦੇ ਹੋ ਫਿਰ ਹਰ ਇੱਕ ਵਸਤੂ ਤੋਂ ਸੂਤਕ ਹੁੰਦਾ ਹੈ। ਕਹਿਣ ਲੱਗਾ ਜੀ ਮੈਂ ਤਾਂ ਬੜੀ ਸੁਚਮਤਾ ਰੱਖਦਾ, ਜਿੱਥੇ ਮੈਂ ਪ੍ਰਸ਼ਾਦਾ ਪਕਾਉਣਾ, ਦੇਖੋ ਪਹਿਲਾਂ ਮੈਂ ਗਾਂ ਦਾ ਗੋਬਰ ਲੈ ਕੇ ਪੋਚਾ ਫੇਰਿਆ, ਫਿਰ ਮੈਂ 4 ਸਫੇਰੇ ਲਕੀਰ ਕੱਢੀ ਹੈ, ਫਿਰ ਮੈਂ ਪਾਣੀ ਦਾ ਛੱਟਾ ਦਿੱਤਾ ਹੈ, ਫਿਰ ਮੈਂ ਆਪ ਨਹਾ ਕੇ ਆਇਆ ਹਾਂ, ਫਿਰ ਸੁਚਮਤਾ ਦੇ ਨਾਲ ਲੰਗਰ ਪਕਾਉਣ ਲੱਗਾ। ਮੇਰੀ ਰਸੋਈ ਵਿੱਚ ਕਿੱਦਾਂ ਸੂਤਕ ਝੂਠ ਕਿੱਦਾਂ ਆ ਜਾਏਗੀ? ਤੇ ਮਹਾਰਾਜ ਜੀ ਕਹਿੰਦੇ ਜਿਹੜੀ ਲੱਕੜੀ ਕਾਠੀ ਧੋਏ ਜਲਾਵ ਹੈ, ਕਹਿੰਦਾ ਮਹਾਰਾਜ ਮੈਂ ਤੇ ਲੱਕੜਾਂ ਵੀ ਧੋ ਕੇ ਬਾਲਦਾ ਕਿ ਲੱਕੜਾਂ ਵੀ ਸੁੱਚੀਆਂ ਹੋਣ, ਲੱਕੜ ਝੂਠੀ ਨਾ ਹੋਵੇ। ਤੇ ਹਜ਼ੂਰ ਫਰਮਾਉਂਦੇ ਹੈ ਪੰਡਤ, ਜਿਸ ਲੱਕੜ ਨੂੰ ਸੁੱਚੀ ਕਹਿੰਦਾ ਮਾਰ ਜ਼ਮੀਨ ਤੇ ਤੋੜ ਇਸ ਨੂੰ। ਜਦੋਂ ਜ਼ਮੀਨ ਤੇ ਮਾਰਿਆ, ਤੋੜਿਆ ਤੇ ਅੰਦਰ ਸਿਉਂਕ ਸੀ ਤੇ ਸਿਉਂਕ ਦੇ ਕਿੰਨੇ ਜੀਵ ਅੰਦਰ ਜਿਹੜੇ ਅੱਗੇ ਸੀ ਪੈਦਾਵਾਰ ਹੋਈ ਸਿਉਂਕ ਨੇ ਬੱਚੇ ਦਿੱਤੇ। ਸਿਉਂਕ ਹੀ ਸਿਉਂਕ ਲੱਕੜੀ 'ਚ ਭਰੀ ਏ। ਕਹਿੰਦੇ ਹੁਣ ਗੋਹੇ ਦੀ ਪਾਥੀ ਨੂੰ ਤੋੜ ਜਿਹੜੀ ਬਾਲਣ ਲੱਗਾ। ਜਦੋਂ ਉਸ ਨੂੰ ਤੋੜਿਆ ਤੇ ਉਸ ਦੇ ਵਿੱਚੋਂ ਵੀ ਕੀੜੇ ਨਿਕਲੇ। ਤੇ ਹਜ਼ੂਰ ਨੇ ਫਰਮਾਵਣਾ ਕੀਤਾ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਤੂੰ ਕਹਿੰਦਾ ਇੱਕ ਬੱਚੇ ਨੇ ਜਨਮ ਲਿਆ ਤੇ ਸੂਤਕ ਹੋ ਗਿਆ, ਤੇ ਤੇਰੀ ਪਾਥੀ ਦੇ ਵਿੱਚ, ਤੇਰੀ ਲੱਕੜ ਦੇ ਵਿੱਚ ਸੈਂਕੜੇ ਜੀਵਾਂ ਨੇ ਜਨਮ ਲਿਆ, ਫਿਰ ਇਹ ਸੂਤਕ ਨਹੀਂ। ਹਜ਼ੂਰ ਨੇ ਫਰਮਾਵਣਾ ਕੀਤਾ, ਪਿਆਰਿਓ ਸੁੱਚਾ ਕੇਵਲ ਤਾਂ ਕੇਵਲ ਪ੍ਰਮਾਤਮਾ ਦਾ ਨਾਮ ਹੈ। ਜਿਸ ਨੇ ਨਾਮ ਜਪਿਆ ਸੁਚਮਤਾ ਉੱਥੇ ਹੀ ਹੈ। ਉਸ ਤੋਂ ਬਿਨਾਂ ਭਾਵੇਂ ਪੋਚੇ ਫੇਰ ਲੋ, ਭਾਵੇਂ ਲੱਕੜਾਂ ਧੋ ਲੋ, ਬਾਹਰੀ ਸੁਚਮਤਾ ਦੇ ਨਾਲ ਹਿਰਦੇ ਦੀ ਸੁਚਮਤਾ ਨਹੀਂ ਜੇ ਹੋ ਜਾਣੀ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਜਿਹੜਾ ਭਰਮਾਂ ਦਾ ਹੈ ਨਾ ਉਹ ਖੰਡਨ ਕਰਨਾ ਕੀਤਾ ਹੈ। ਗੁਰੂ ਘਰ ਦੇ ਵਿੱਚ ਐਸੀਆਂ ਜਿਹੜੀਆਂ ਵਿਚਾਰਾਂ ਨੇ ਉਹ ਪ੍ਰਵਾਨ ਨਹੀਂ ਕਰਨੀਆਂ ਕੀਤੀਆਂ। ਗਰੀਬ ਨਿਵਾਜ ਸੱਚ ਦੇ ਨਾਲ ਜੋੜਦੇ ਨੇ। ਪੰਕਤੀ ਫਿਰ ਪੜ੍ਹ ਦਿਓ ਜੀ। ਪੂਰਾ ਮਾਰਗ ਪੂਰਾ ਇਸ਼ਨਾਨ। ਇਸ ਕਰਕੇ ਸੁਚਮਤਾ ਦੇ ਵਾਸਤੇ ਤੀਸਰਾ ਇਸ਼ਨਾਨ ਕੀਤਾ ਜਾਂਦਾ ਸੀ, ਸਨ ਕੱਪੜੀ ਇਸ਼ਨਾਨ। ਤੇ ਬ੍ਰਾਹਮਣਾਂ ਨੇ ਕਿਹਾ ਜੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਤੇ ਸਨ ਕੱਪੜੀ ਇਸ਼ਨਾਨ ਕਰਨਾ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਆਪ ਜੀ ਸਰਵਣ ਕਰਦੇ ਹੋ। ਸ੍ਰੀ ਨਾਨਕ ਪ੍ਰਕਾਸ਼ ਦੀ ਗ੍ਰੰਥ ਦੀ ਕਥਾ ਚੱਲ ਰਹੀ ਹੈ। ਇਹ ਰੀਤੀ ਸਾਰੇ ਸੰਸਾਰ ਦੇ ਅੰਦਰ ਪ੍ਰਚਲਿਤ ਸੀ। ਤੇ ਜਿਸ ਵੇਲੇ ਦੌਲਤਾਂ ਦਾਈ ਨੇ ਬਾਬਾ ਕਲਿਆਣ ਚੰਦ ਸਾਹਿਬ ਜੀ ਨੂੰ ਆ ਕਰਕੇ ਦੱਸਣਾ ਕੀਤਾ ਨਾ, ਆਪ ਜੀ ਦੇ ਘਰ ਵਿੱਚ ਸਪੁੱਤਰ ਨੇ ਜਨਮ ਲਿਆ, ਤੇ ਇਤਿਹਾਸ ਵਿੱਚ ਲਿਖਿਆ ਬਾਬਾ ਕਲਿਆਣ ਚੰਦ ਸਾਹਿਬ ਜੀ ਨੇ ਉਸੇ ਵੇਲੇ ਸਣ ਕੱਪੜੀ ਇਸ਼ਨਾਨ ਕੀਤਾ, ਕਿਉਂਕਿ ਮਰਿਆਦਾ ਹੀ ਉਦੋਂ ਏਦਾਂ ਚੱਲਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਅਦ ਵਿੱਚ ਇਸ ਨੂੰ ਭਰਮ ਕਹਿ ਕਰਕੇ ਮਿਟਾਵਣਾ ਕੀਤਾ ਹੈ। ਤੇ ਜੇ ਕਿਸੇ ਦੇ ਜਨਾਜ਼ੇ ਦੇ ਵਿੱਚ ਅਰਥੀ ਦੇ ਨਾਲ ਜਾਣਾ ਸ਼ਮਸ਼ਾਨ ਭੂਮਿਕਾ ਤੱਕ, ਤਾਂ ਵੀ ਆ ਕਰਕੇ ਸਨ ਕੱਪੜੀ ਇਸ਼ਨਾਨ ਕਰਦੇ ਸਨ ਕਿ ਲਾਸ਼ ਦੇ ਨਾਲ ਗਏ, ਮੁਰਦੇ ਦੇ ਨਾਲ ਗਏ ਆ, ਪੱਤਕ ਹੋ ਗਿਆ, ਝੂਠ ਹੋ ਗਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ, ਪਿਆਰਿਓ ਸੁੱਚਾ ਤੇ ਨਾਮ ਹੀ ਹੈ, ਹੋਰ ਕੁਝ ਸੁੱਚਾ ਨਹੀਂ। ਪਹਿਲਾ ਇਸ਼ਨਾਨ ਪਿੰਡੇ ਇਸ਼ਨਾਨ, ਦੂਜਾ ਇਸ਼ਨਾਨ ਸਨ ਕੇਸੀ ਇਸ਼ਨਾਨ, ਤੀਜਾ ਇਸ਼ਨਾਨ ਸਨ ਕੱਪੜੀ ਇਸ਼ਨਾਨ। ਤੇ ਸਾਧ ਸੰਗਤ ਜੀ ਚੌਥਾ ਇਸ਼ਨਾਨ ਹੈ ਧੂੜੀ ਮੱਜਨ ਸਾਧ ਕੇ ਸਾਈਂ ਥੀਏ ਕਿਰਪਾਲ। ਸਾਧ ਸੰਗਤ ਦੀ ਚਰਨ ਧੂੜੀ ਦਾ ਇਸ਼ਨਾਨ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਤੇ ਸਾਧ ਸੰਗਤ ਜੀ ਪੰਜਵਾਂ ਇਸ਼ਨਾਨ ਹੈ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸ਼ਰਵਣ ਮੰਨਣ ਨਿਧਿਆਸਨ ਕਰਨਾ, ਹਿਰਦੇ ਵਿੱਚ ਟਿਕਾ ਕਰਕੇ ਉਸ ਦੀ ਕਮਾਈ ਕਰਨੀ। ਤੇ ਫਿਰ ਜੀਵ ਦਾ ਜਿਹੜਾ ਹਿਰਦਾ ਹੈ ਆਤਮ ਸਰੂਪ ਸਰੋਵਰ ਨਾਮ ਦਾ ਪ੍ਰਗਟ ਹੋ ਜਾਂਦਾ ਹੈ, ਜਿਸ ਨੂੰ ਹਜ਼ੂਰ ਫਰਮਾਉਂਦੇ ਨੇ ਅੰਤਰਗਤ ਤੀਰਥ ਮਲ ਨਹਾਓ। ਅੰਤਰ ਆਤਮੇ ਜਿਹੜਾ ਨਾਮ ਦਾ ਤੀਰਥ ਹੈ ਪਿਆਰਿਓ, ਉਸ ਦੇ ਵਿੱਚ ਮਲ ਮਲ ਕੇ ਨਹਾਓ। ਇਹ ਪੰਜਵਾਂ ਇਸ਼ਨਾਨ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਓ, ਜਿਹੜੇ ਨਾਮ ਦੇ ਰਸੀਏ ਨਾਮ ਦਾ ਸਿਮਰਨ ਕਰਦੇ ਨੇ ਨਾ, ਉਹਨਾਂ ਨੂੰ ਇਕੱਲਾ ਤੀਰਥ ਦੇ ਮਾਰਗ ਤੇ ਚੱਲਣ ਦਾ ਹੀ ਨਹੀਂ, ਤੀਰਥ ਤੇ ਜਾ ਕੇ ਨਹਾਉਣ ਦਾ ਹੀ ਨਹੀਂ, ਬਲਕਿ ਪੰਜਾਂ ਹੀ ਇਸ਼ਨਾਨਾਂ ਦਾ ਜਿਹੜਾ ਮਹਾਤਮ ਹੈ ਉਹ ਪ੍ਰਾਪਤ ਹੋ ਜਾਂਦਾ ਹੈ।
ਜਿਸ ਨੇ ਨਾਮ ਜਲ ਦੇ ਵਿੱਚ ਇਸ਼ਨਾਨ ਕਰ ਲਿਆ, ਨਾਮ ਤੀਰਥ ਦੇ ਵਿੱਚ ਇਸ਼ਨਾਨ ਕਰ ਲਿਆ, ਸਾਰੇ ਹੀ ਤੀਰਥ ਨਾਮ ਤੀਰਥ ਦੇ ਅੰਦਰ ਹੀ ਸਮਾਏ ਹੋਏ ਨੇ। ਉਸਨੇ ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ। ਭਾਈ ਜੈਤ ਸੇਠ ਪਟਨਾ ਸਾਹਿਬ ਰਿਹਾ ਕਰਦੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਸਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਦੋਂ ਪਟਨਾ ਸਾਹਿਬ ਗਏ ਨਾ, ਤੇ ਸਿੱਖਾਂ ਨੇ ਆ ਕਰਕੇ ਦਰਸ਼ਨ ਕੀਤੇ ਤੇ ਨਾਲ ਹੀ ਭਾਈ ਜੈਤ ਜੀ ਦੀ ਸ਼ਿਕਾਇਤ ਕਰ ਦਿੱਤੀ। ਮਹਾਰਾਜ ਇਹ ਭਾਈ ਜੈਤ ਜੀ ਤੁਹਾਡੇ ਸਿੱਖ ਨੇ ਤੇ ਆ ਪਵਿੱਤਰ ਤੀਰਥ ਕੋਲ ਹੈ, ਨਦੀ ਵਗ ਰਹੀ ਹੈ ਗੰਗਾ, ਤੇ ਇਸ਼ਨਾਨ ਕਰਨ ਤੇ ਜਾਂਦੇ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਇਹ ਅੰਤਰ ਆਤਮੇ ਇਸ਼ਨਾਨ ਕਰਨ ਵਾਲਾ ਸਾਧੂ ਹੈ, ਇਹ ਪਿਆਰਾ ਗੁਰਸਿੱਖ ਹੈ। ਕਹਿਣ ਲੱਗੇ ਭਾਈ ਜੇ ਤੁਸੀਂ ਇਸ ਦਾ ਇਸ਼ਨਾਨ ਦੇਖਣਾ ਨਾ ਤੇ ਅੱਜ ਰਾਤ ਇਸ ਦੇ ਕੋਲ ਹੀ ਠਹਿਰੋ ਤੇ ਪਹਿਲਾਂ ਦੇਖੋ ਇਸ਼ਨਾਨ ਕਰਦਾ ਕਿੱਥੇ ਹੈ। ਕਹਿੰਦੇ ਮਹਾਰਾਜ ਚੜਾ ਬਣਾਇਆ ਇਸਨੇ ਘਰ 'ਚ ਛੋਟਾ ਜਿਹਾ, ਇਹਦੇ 'ਚ ਹੀ ਸਵੇਰੇ ਉੱਠ ਕੇ ਨਹਾ ਲੈਂਦਾ। ਤੇ ਮਹਾਰਾਜ ਜੀ ਪ੍ਰਵਚਨ ਫਰਮਾਉਂਦੇ ਸਿੱਖੋ ਕੋਲ ਰਹਿ ਕੇ ਤੇ ਵੇਖੋ ਚਲੇ 'ਚ ਜਲ ਕਿੱਥੋਂ ਆਉਂਦਾ। ਕੁਝ ਸਿੱਖ ਦੇ ਘਰਾਂ ਨੂੰ ਚਲੇ ਗਏ ਜੀ, ਘਰ ਦੀਆਂ ਜ਼ਿੰਮੇਵਾਰੀਆਂ ਨੇ, ਤੇ ਅੱਧੇ ਕੋ ਸਿੱਖ ਉੱਥੇ ਰਹਿ ਪਏ ਜੀ ਦੇਖਦੇ ਆ ਜਲ ਕਿੱਥੋਂ ਆਉਂਦਾ। ਤੇ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਨਾ, ਇੱਕ ਗਊ ਆਈ ਹੈ, ਚਲੇ ਦੇ ਕੋਲ ਖੜੀ ਹੋਈ ਹੈ, ਉਸਨੇ ਮੂੰਹ ਖੋਲਿਆ ਹੈ, ਮੂੰਹ ਚੋਂ ਜਲ ਨਿਕਲਿਆ ਹੈ, ਚੜਾ ਜਲ ਦੇ ਨਾਲ ਭਰ ਗਿਆ ਹੈ ਤੇ ਗਾਂ ਵਾਪਸ ਜਾਣ ਲੱਗੀ ਹੈ। ਸਤਿਗੁਰੂ ਜੀ ਦਾ ਇਸ਼ਾਰਾ ਪਾ ਕਰਕੇ ਸਿੱਖਾਂ ਨੇ ਪੁੱਛਿਆ, ਹੇ ਗਊ ਆਪ ਜੀ ਕੌਣ ਹੋ? ਤੇ ਦੱਸਣਾ ਕੀਤਾ ਜੀ ਮੈਂ ਗੰਗਾ ਹਾਂ। ਤੁਸੀਂ ਇੱਥੇ ਕਿਵੇਂ ਆਏ? ਕਹਿਣ ਲੱਗੀ ਮੈਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਸਿੱਖ ਦਾ ਰੋਜ਼ ਇਸ਼ਨਾਨ ਕਰਵਾਉਣ ਵਾਸਤੇ ਆਉਂਦੀ ਆ। ਬਾਕੀ ਸਾਰੇ ਤੇ ਮੇਰੇ ਕੋਲ ਇਸ਼ਨਾਨ ਕਰਨ ਜਾਂਦੇ ਨੇ, ਪਰ ਇਹ ਨਾਮ ਦਾ ਰਸੀਆ ਹੈ, ਇਹ ਗੁਰੂ ਕਾ ਪਿਆਰਾ ਹੈ। ਤੇ ਜਿਹੜਾ ਗੁਰੂ ਕਾ ਪਿਆਰਾ ਨਾਮ ਦਾ ਰਸੀਆ ਹੁੰਦਾ, ਤੀਰਥ ਉਸਦੇ ਦਾਸ ਹੁੰਦੇ ਨੇ, ਆਪ ਇਸ਼ਨਾਨ ਕਰਵਾਉਣ ਆਉਂਦੇ ਨੇ। ਮੈਂ ਤੇ ਇਹਨਾਂ ਦਾ ਇਸ਼ਨਾਨ ਕਰਵਾਉਣ ਰੋਜ਼ ਆਉਂਦੀ ਆ, ਮੈਂ ਆਪ ਚਲਾ ਜਲ ਦੇ ਨਾਲ ਭਰ ਕੇ ਜਾਂਦੀ ਆ ਇਹਨਾਂ ਦੀ ਸੇਵਾ ਕਮਾਉਣ ਵਾਸਤੇ। ਸੋ ਇਸ ਪ੍ਰਕਾਰ ਹਜ਼ੂਰ ਫਰਮਾਨ ਕਰਦੇ ਨੇ ਜਿਸ ਨੇ ਬੰਦਗੀ ਕਰ ਲਈ ਨਾ, ਤੀਰਥ ਤੇ ਚੱਲ ਕੇ ਆਉਂਦੇ ਨੇ ਉਹਨਾਂ ਦਾ ਇਸ਼ਨਾਨ ਕਰਵਾਉਣ ਵਾਸਤੇ। ਐਸੀਆਂ ਬਖਸ਼ਿਸ਼ਾਂ ਐਸੀਆਂ ਬਰਕਤਾਂ ਨਾਮ ਦੀਆਂ ਨੇ। ਤੇ ਹਜ਼ੂਰ ਤੇ ਨਾਮ ਨੂੰ ਸਰਵਣ ਕਰਨ ਦਾ ਮਹਾਤਮ ਵੀ ਇਹ ਦੱਸਦੇ ਨੇ। ਸੁਣਿਆ 860 ਕਾ ਇਸ਼ਨਾਨ, 8 ਤੇ 60 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ ਨਾਮ ਨੂੰ ਸਰਵਣ ਕਰਨੇ ਦੇ ਨਾਲ। ਨਾਮ ਦੀ ਵਡਿਆਈ ਕਥਾ ਕੀਰਤਨ ਸਰਵਣ ਕਰਨੇ ਦੇ ਨਾਲ। ਸਭ ਕਿਛ ਪੂਰਾ ਹਿਰਦੈ ਨਾਮ, ਜਿਸ ਦੇ ਹਿਰਦੇ ਦੇ ਅੰਦਰ ਨਾਮ ਵਸ ਗਿਆ ਨਾ, ਉਸ ਦਾ ਸਭ ਕੁਛ ਹੀ ਪੂਰਾ ਹੋ ਗਿਆ ਹੈ। ਉਸ ਦਾ ਜਪ ਵੀ ਪੂਰਾ, ਉਸ ਦਾ ਤਪ ਵੀ ਪੂਰਾ, ਉਸ ਦੀ ਬੰਦਗੀ ਵੀ ਪੂਰੀ, ਉਸ ਦਾ ਸਹਿਜ ਵੀ ਪੂਰਾ, ਉਸ ਦਾ ਗਿਆਨ ਵੀ ਪੂਰਾ, ਉਸ ਦਾ ਸੰਤੋਖ ਵੀ ਪੂਰਾ, ਉਸ ਦੀ ਅਵਸਥਾ ਵੀ ਪੂਰੀ, ਉਸ ਦੀ ਤੀਰਥ ਯਾਤਰਾ ਵੀ ਪੂਰੀ, ਉਹਦਾ ਮਾਰਗ ਤੇ ਚੱਲਣਾ ਵੀ ਪੂਰਾ, ਤੇ ਉਹਦਾ ਜੀਵਨ ਵੀ ਪੂਰਾ। ਉਹਦਾ ਸਭ ਕੁਝ ਪੂਰਾ ਹੀ ਪੂਰਾ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਕੇ ਉਹਨਾਂ ਪੂਰੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਾ ਪਿਆਰਿਓ। ਉਹਨਾਂ ਦਾ ਸਭ ਕੁਝ ਪੂਰਾ ਭਾਵ ਸਫਲਾ ਹੋ ਗਿਆ। ਪੂਰੀ ਰਹੀ ਜਾਂ ਪੂਰੇ ਰਾਖੀ, ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪੂਰੇ ਨਿਰੰਕਾਰ ਜੀ ਨੇ ਉਹਨਾਂ ਦੀ ਪੂਰੀ ਪੈਜ ਰੱਖ ਲਈਏ। ਇਸ ਕਰਕੇ ਉਹਨਾਂ ਦੀ ਪੂਰੀ ਵਡਿਆਈ, ਪੂਰੀ ਇੱਜ਼ਤ ਦੁਨੀਆ ਸੰਸਾਰ ਅਤੇ ਪਰਲੋਕ ਦੇ ਅੰਦਰ ਰਹਿ ਆਈ ਹੈ। ਪੂਰੇ ਦਾ ਨਾਮ ਜਪ ਕਰਕੇ ਪੂਰੇ ਹੋ ਗਏ ਤੇ ਵਡਿਆਈ ਉਹਨਾਂ ਦੀ ਪੂਰੀ। ਜਿਸ ਭਗਤ ਰਵਿਦਾਸ ਜੀ ਨੂੰ ਸ਼ੂਦਰ ਸ਼ੂਦਰ ਕਿਹਾ ਕਰਦੇ, ਇਸੇ ਪ੍ਰਕਾਰ ਸੂਦ ਸੂਦ ਕਰ ਮਾਰ ਉਠਾਇਓ। ਬਾਬਾ ਨਾਮਦੇਵ ਜੀ ਨੂੰ ਪੰਡਤ ਨੇੜੇ ਨਹੀਂ ਬੈਠਣ ਦਿੰਦੇ, ਇਹ ਤੇ ਸ਼ੂਦਰ ਹੈ। ਤੇ ਜਿਹੜੇ ਪੰਡਤਾਂ ਨੇ ਮੰਦਰ ਅੱਗੋਂ ਧੱਕੇ ਮਾਰ ਕੇ ਕੱਢ ਦਿੱਤਾ, ਅੱਜ ਕੋਈ ਉਹਨਾਂ ਪੰਡਤਾਂ ਦੇ ਨਾਮ ਜਾਣਦਾ? ਜਿਹੜੇ ਸ਼ੂਦਰ ਕਹਿ ਕਰਕੇ ਭਗਤ ਕਬੀਰ ਜੀ ਨੂੰ ਚੜਾਉਣ ਦਾ ਯਤਨ ਕਰਦੇ ਸੀ, ਅੱਜ ਉਹਨਾਂ ਪੰਡਤਾਂ ਦਾ ਨਾਮ ਕੌਣ ਜਾਣਦਾ ਹੈ? ਪਰ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਨੇ ਪੂਰੇ ਨਿਰੰਕਾਰ ਜੀ ਦੀ ਪੂਰੀ ਬੰਦਗੀ ਕੀਤੀ, ਪੂਰੇ ਪੈ ਗਏ, ਅਵਸਥਾ ਪੂਰੀ ਹੋ ਗਈ, ਪੂਰੇ ਨਿਭ ਗਏ। ਅੱਜ ਵੀ ਪੂਰੇ ਸੰਸਾਰ ਦੇ ਅੰਦਰ ਪੂਰੀ ਵਡਿਆਈ ਹੈ ਤੇ ਸਦਾ ਪੂਰੀ ਹੀ ਰਹੇਗੀ, ਕਿਉਂਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਦੀ ਪੈਜ ਰੱਖ ਲਈ ਹੈ। ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ, ਪਿਆਰਿਓ ਜਿਨ੍ਹਾਂ ਨੇ ਵੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਚਰਨਾਂ ਦੀ, ਅਧਿਸ਼ਠਾਨ ਰੂਪੀ ਚਰਨਾਂ ਦੀ, ਨਾਮ ਬਾਣੀ ਚਰਨਾਂ ਦੀ ਅਥਵਾ ਉਪਦੇਸ਼ ਰੂਪੀ ਚਰਨਾਂ ਦੀ ਸ਼ਰਨ ਤੱਕੀ ਹੈ, ਚਰਨਾਂ ਦੀ ਸ਼ਰਨ ਦੇ ਆਸਰੇ ਦੇ ਵਿੱਚ ਆ ਕਰਕੇ ਮਨ ਨੂੰ ਡੁਲਾਇਆ ਨਹੀਂ ਹੈ, ਨਿਸ਼ਚਾ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਤੇ ਅਥਵਾ ਗੁਰੂ ਚਰਨਾਂ ਤੇ ਭਰੋਸਾ ਰੱਖਿਆ,
ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਨੇ, ਪਿਆਰਿਓ ਇਹ ਦਾਤਾਂ ਉਹਨਾਂ ਨੂੰ ਮਿਲੀਆਂ ਨੇ, ਪੂਰੀ ਪੈਜ ਵਾਹਿਗੁਰੂ ਜੀ ਨੇ ਉਹਨਾਂ ਦੀ ਰੱਖੀ ਹੈ। ਪੂਰਾ ਸੁਖ ਪੂਰਾ ਸੰਤੋਖ, ਉਹਨਾਂ ਦੇ ਹਿਰਦੇ ਦੇ ਅੰਦਰ ਪੂਰਾ ਪੂਰਾ ਸੁਖ ਮਿਲਿਆ, ਅਧੂਰਾ ਨਹੀਂ, ਕੁਝ ਘੜੀਆਂ ਪਲਾਂ ਦਾ ਨਹੀਂ, ਪੂਰਾ ਸੁਖ, ਆਤਮ ਸੁਖ, ਸਰੂਪ ਰੂਪ ਦੀ ਪ੍ਰਾਪਤੀ ਦਾ ਸੁਖ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਦਤਾ ਦਾ ਸੁਖ। ਐਸਾ ਸੁਖ ਅਬ ਤਉ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਪੂਰੇ ਵਾਹਿਗੁਰੂ ਜੀ ਦੇ ਮਿਲਾਪ ਦਾ ਪੂਰਾ ਸੁਖ, ਵਾਹਿਗੁਰੂ ਜੀ ਦੀ ਭੇਦਤਾ ਦਾ ਪੂਰਾ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਫਿਰ ਪੜ੍ਹਦੇ ਹੋ ਜੀ, ਪੂਰਾ ਸੁਖ ਪੂਰਾ ਸੰਤੋਖ, ਤੇ ਹਿਰਦੇ ਦੇ ਅੰਦਰ ਮੁਕੰਮਲ ਰੂਪ ਦੇ ਵਿੱਚ, ਸੰਪੂਰਨ ਰੂਪ ਦੇ ਵਿੱਚ ਉਹਨਾਂ ਨੂੰ ਸੰਤੋਖ ਪ੍ਰਾਪਤ ਹੋਇਆ ਹੈ। ਉਹ ਤਾਂ ਬ੍ਰਹਮ ਲੋਕ ਦੇ ਭੋਗ ਜੋ ਕਾਕ ਬਿਸ਼ਟ ਸਮਝਾਨ। ਦੁਨੀਆ ਦੇ ਪਦਾਰਥਾਂ ਦੇ ਤੇ ਗੱਲ ਹੀ ਕੀ ਕਰਨੀ ਹੈ, ਬ੍ਰਹਮ ਲੋਕ ਦੇ ਪਦਾਰਥਾਂ ਨੂੰ ਵੀ ਕਾਂ ਦੀ ਵਿਸ਼ਟਾ ਵਾਂਗੂ ਨਿਕੰਮਾ ਤੇ ਮੈਲਾ ਜਾਣ ਕੇ ਛੱਡ ਦਿੰਦੇ ਨੇ। ਕੀ ਕਰਨੇ ਬ੍ਰਹਮ ਲੋਕ ਦੇ ਪਦਾਰਥ, ਜਿਸ ਨੂੰ ਸਾਰੀਆਂ ਪੁਰੀਆਂ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਭੇਦਤਾ ਮਿਲ ਜਾਵੇ, ਉਹਨੇ ਤੁਛ ਪਦਾਰਥਾਂ ਨੂੰ ਕੀ ਕਰਨਾ ਹੈ। ਕਾਂ ਗੰਦਗੀ ਖਾਂਦਾ ਹੈ ਤੇ ਗੰਦਗੀ ਖਾ ਕੇ ਜਿਹੜੀ ਗੰਦਗੀ ਕਰਦਾ ਉਸ ਨੂੰ ਵਿਠ ਕਿਹਾ ਜਾਂਦਾ। ਕਾਂ ਦੀ ਵਿਠ ਗੰਦਗੀ ਦੀ ਵੀ ਗੰਦਗੀ ਹੈ। ਤੇ ਜਿਨ੍ਹਾਂ ਦੇ ਹਿਰਦੇ ਨੂੰ ਵਾਹਿਗੁਰੂ ਜੀ ਨੇ ਆਤਮ ਸੁਖ ਤੇ ਸੰਤੋਖ ਦੇ ਦਿੱਤਾ, ਤੇ ਬ੍ਰਹਮ ਲੋਕ ਦੇ ਰਾਜ ਨੂੰ ਵੀ ਕਾਂ ਦੀ ਵਿਠ ਵਰਗੇ ਜਾਣ ਕੇ ਛੱਡ ਦਿੰਦੇ ਨੇ। ਭਾਈ ਮਹਾ ਸਿੰਘ ਸਾਹਿਬ ਜੀ ਨੂੰ ਬਚਨ ਕੀਤਾ ਨਾ ਕਲਗੀਧਰ ਸਾਹਿਬ ਜੀ ਨੇ, ਮਹਾ ਸਿੰਘਾ ਧਰਤੀ ਦਾ ਰਾਜ ਦੇ ਦਈਏ, ਸਵਰਗਪੁਰੀ ਦਾ ਰਾਜ, ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ ਦਾ ਰਾਜ ਦੇ ਦਈਏ। ਮਹਾਰਾਜ ਇਹ ਤੁਛ ਚੀਜ਼ਾਂ ਨੇ, ਨਹੀਂ ਚਾਹੀਦੀਆਂ। ਜਿਹੜਾ ਵੀ ਰਾਜ ਮਿਲ ਗਿਆ ਇੱਕ ਦਿਨ ਮਰਨਾ ਤੇ ਜ਼ਰੂਰੀ ਹੈ। ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ। ਫਿਰ ਕਿਹੜਾ ਸਦਾ ਰਹਿਣਾ, ਪਰ ਫਿਰ ਜਦੋਂ ਮਰਾਂਗਾ ਨਾ ਉਦੋਂ ਮੇਰਾ ਸੀਸ ਤੁਹਾਡੀ ਗੋਦ ਵਿੱਚ ਨਹੀਂ ਹੋਣਾ। ਇਸ ਤੋਂ ਵੱਡਾ ਅਵਸਰ ਕਦੇ ਮਿਲ ਹੀ ਨਹੀਂ ਸਕਦਾ। ਇਸ ਕਰਕੇ ਹਜ਼ੂਰ ਸ਼ਿਵਪੁਰੀ, ਬ੍ਰਹਮ, ਇੰਦਰਪੁਰੀ ਦਾ ਰਾਜ ਨਹੀਂ ਚਾਹੀਦਾ। ਕਿਰਪਾਲਤਾ ਕਰਕੇ ਬੇਦਾਵੇ ਦਾ ਕਾਗਜ਼ ਪਾੜ ਲਓ, ਟੁੱਟੀ ਗੰਢ ਲਓ। ਹਿਰਦੇ 'ਚ ਸੰਤੋਖ ਹੈ, ਸਾਹਿਬ ਜੀ ਦੀ ਮਿਲਾਪ ਦਾ ਸੁਖ ਹੈ, ਆਨੰਦ ਹੈ। ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਹਿਰਦੇ ਦੇ ਅੰਦਰ ਪੂਰਨ ਸੁਖ ਬਖਸ਼ਦੇ ਨੇ, ਤੇ ਸਾਹਿਬ ਜੀ ਕਿਰਪਾਲਤਾ ਕਰਕੇ ਹਿਰਦੇ ਨੂੰ ਪੂਰਾ ਹੀ ਸੰਤੋਖ ਬਖਸ਼ਦੇ ਹਨ ਜੀ। ਪੂਰਾ ਤਪ ਪੂਰਨ ਰਾਜ ਜੋਗ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਆਗਿਆ ਦੇ ਅੰਦਰ ਰਹਿ ਕਰਕੇ ਬੰਦਗੀ ਕਰ ਲਈ ਨਾ, ਉਹਨਾਂ ਦਾ ਤਪ ਵੀ ਪੂਰਾ ਹੋ ਗਿਆ, ਉਹਨਾਂ ਦੀਆਂ ਸਾਰੀਆਂ ਤਪੱਸਿਆ ਦਾ ਮਹਾਤਮ ਮਿਲ ਗਿਆ। ਪੂਰਨ ਰਾਜ ਜੋਗ, ਇੱਕ ਹੱਠ ਜੋਗ ਹੁੰਦਾ ਹੈ, ਇੱਕ ਰਾਜ ਜੋਗ ਹੁੰਦਾ ਹੈ। ਹੱਠ ਜੋਗ ਅਤਿਅੰਤ ਕਠਨ ਹੈ, ਕਰਦਿਆਂ ਬਿਮਾਰੀਆਂ ਲੱਗ ਜਾਂਦੀਆਂ ਤੇ ਬਹੁਤ ਜ਼ਿਆਦਾ ਹੱਠ ਜੋਗੀ ਮਰ ਜਾਂਦੇ ਬਿਮਾਰ ਹੋ ਕੇ। ਜਿਹੜਾ ਰਾਜ ਜੋਗ ਹੈ ਉਸ ਤੋਂ ਕਰਨਾ ਕੁਝ ਸੁਖੈਨ ਹੈ ਤੇ ਪ੍ਰਾਪਤੀ ਸਹਿਜ ਹੈ। ਪਤੰਜਲ ਇਤਿਆਦਿਕ ਗ੍ਰੰਥਾਂ ਦੇ ਵਿੱਚ ਇਹ ਰਾਜ ਜੋਗ ਲਿਖਿਆ ਹੈ। ਤੇ ਗੁਰੂ ਘਰ ਦੇ ਵਿੱਚ ਇਸ ਦੇ ਮਾਇਨੇ ਨੇ ਜੋਗ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਤੇ ਅੰਤਰੀਵ ਹਿਰਦੇ ਦਾ ਅੰਤਰ ਆਤਮੇ ਦਾ ਰਾਜ ਭਾਵ ਸੁਖ ਪ੍ਰਾਪਤ ਕਰਨਾ, ਰਾਜ ਜੋਗ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਰੂਪੀ ਰਾਜ, ਕਿਉਂਕਿ ਜਦੋਂ ਵਾਹਿਗੁਰੂ ਜੀ ਪ੍ਰਾਪਤ ਹੋ ਗਏ, ਭੇਦਤਾ ਹੋ ਗਈ, ਵਾਹਿਗੁਰੂ ਜੀ ਨਾਲ ਏਕਮਿਕ ਹੋ ਗਏ, ਤੇ ਵਾਹਿਗੁਰੂ ਜੀ ਦਾ ਰਾਜ ਕਰੋੜਾਂ ਬ੍ਰਹਿਮੰਡਾਂ ਤੇ ਚੱਲਦਾ ਹੈ। ਤੇ ਜਿਹੜਾ ਵਾਹਿਗੁਰੂ ਜੀ ਦੇ ਵਿੱਚ ਸਮਾਇਆ, ਜਿੰਨਾ ਰਾਜ ਵਾਹਿਗੁਰੂ ਜੀ ਦਾ ਉਨਾ ਹੀ ਉਹਦਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿਤਨੇ ਬ੍ਰਹਮੰਡ ਵਾਹਿਗੁਰੂ ਜੀ ਦੇ, ਉਤਨੇ ਵਾਹਿਗੁਰੂ ਜੀ ਦੇ ਪਿਆਰੇ ਦੇ। ਜਿਤਨਾ ਹੁਕਮ ਵਾਹਿਗੁਰੂ ਜੀ ਦਾ ਚੱਲਦਾ, ਉਤਨਾ ਪਿਆਰੇ ਦਾ ਚੱਲਦਾ। ਇਸ ਪ੍ਰਕਾਰ ਰਾਜ ਕਰੋੜਾਂ ਬ੍ਰਹਮੰਡਾਂ ਦਾ, ਜਿਵੇਂ 10 ਗੁਰੂ ਸਾਹਿਬਾਨਾਂ ਜੀ ਦਾ ਰਾਜ ਕਰੋੜਾਂ ਬ੍ਰਹਮੰਡਾਂ ਤੇ ਚੱਲਦਾ ਨਾ, ਸਤਿਗੁਰੂ ਜੀ ਦੇ ਪਿਆਰਿਆਂ ਦਾ ਰਾਜ ਧਰਤੀ ਲੋਕਾਂ ਦੇ ਦਿਲਾਂ ਤੇ ਚੱਲਦਾ ਨਾ, ਜੋਗ ਜੁੜੇ ਹੋਏ ਨੇ। ਇਸੇ ਪ੍ਰਕਾਰ ਰਾਜ ਜੋਗ, ਭਗਤੀ ਜੋਗ ਦਾ ਮਾਇਨਾ ਵੀ ਗੁਰੂ ਘਰ ਦੇ ਅੰਦਰ ਹੈ। ਰਾਜ ਜੋਗ ਤੇ ਭਗਤੀ ਜੋਗ ਦੋਵੇਂ ਚੱਲਦੇ ਨੇ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਗਤੀ ਜੋਗ ਅੰਦਰ ਰਹਿਣਾ ਕੀਤਾ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਰਾਜ ਜੋਗ ਹੈ। ਰਾਜੇ ਵੀ ਨੇ, ਤੁਮ ਹੋ ਸਭ ਰਾਜਨ ਕੇ ਰਾਜਾ, ਤੇ ਜੋਗੀ ਨੇ ਕਿਉਂਕਿ ਅੰਦਰੋਂ ਜੁੜੇ ਹੋਏ ਨੇ। ਜਿਨ੍ਹਾਂ ਨੇ ਬੰਦਗੀ ਕੀਤੀ ਪਿਆਰਿਓ, ਉਹਨਾਂ ਦਾ ਰਾਜ ਜੋਗ ਵੀ ਪੂਰਾ ਹੋ ਗਿਆ, ਉਹਨਾਂ ਦੀ ਤਪੱਸਿਆ ਵੀ ਪੂਰੀ ਹੋ ਗਈ ਬੰਦਗੀ ਕਰਨੇ ਦੇ ਨਾਲ, ਸਿਮਰਨ ਦੁਆਰਾ ਹੀ। ਹਰ ਕੈ ਮਾਰਗ ਪਤਿਤ ਪੁਨੀਤ, ਵਾਹਿਗੁਰੂ ਜੀ ਦਾ ਮਾਰਗ ਤੇ ਪਿਆਰਿਓ ਐਸਾ ਹੈ, ਇੱਥੇ ਸੰਤ ਤੇ ਤਰਦੇ ਨੇ, ਭਗਤ ਤੇ ਤਰਦੇ ਨੇ, ਸ਼ਰਧਾ ਵਾਲੇ ਤੇ ਤਰਦੇ ਨੇ, ਭਾਵਨਾ ਵਾਲੇ ਤੇ ਤਰਦੇ ਨੇ। ਜੇ ਪਾਪੀ ਆ ਜਾਂਦੇ ਨਾ, ਪਾਪੀ ਤੇ ਪਤਿਤ ਵੀ ਪੁਨੀਤ ਹੋ ਜਾਂਦੇ ਨੇ। ਅਜਾਮਲ ਪਾਪੀ ਜਗ ਜਾਣਾ ਹੈ, ਪੂਰੀ ਦੁਨੀਆ ਜਾਣਦੀ ਸੀ ਅਜਾਮਲ ਪਾਪੀ ਹੈ, ਪਰ ਨਿਮਖ ਮਾਹਿਰ ਨਿਸਤਾਰਾ
ਨਾਮ ਨੇ ਇੱਕ ਵਾਰ ਕਹਿਣ ਦੇ ਨਾਲ ਹੀ ਤਰ ਦਿੱਤਾ ਹੈ। ਅਜਾਮਲ ਪ੍ਰੀਤ ਪੁੱਤਰ ਭਰਤ ਕੀਨੀ, ਕਰ ਨਾਰਾਇਣ ਬੋਲਾਰੇ, ਮੇਰਾ ਠਾकुर ਕੈ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਿਦਾਰੇ। ਸਾਧ ਸੰਗਤ ਜੀ, ਇਹ ਭਗਤੀ ਦਾ ਮਾਰਗ ਤੇ ਐਸਾ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਚੋਰੀਆਂ ਕਰਦੇ ਸਨ ਤੇ ਬ੍ਰਹਮ ਗਿਆਨੀ ਬਣ ਗਏ ਭਗਤੀ ਮਾਰਗ ਤੇ ਚੱਲ ਕੇ। ਸਦਨਾ ਜੀ ਕਸਾਈ ਸਨ, ਪਰ ਜਿਸ ਵੇਲੇ ਭਗਤੀ ਮਾਰਗ ਤੇ ਚੱਲੇ ਤੇ ਬ੍ਰਹਮ ਗਿਆਨੀ ਬਣ ਗਏ। ਉਹਨਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੁਭਾਇਮਾਨ ਹੈ। ਇੱਥੇ ਜਾਮਲ ਵੀ ਤਰ ਜਾਂਦਾ, ਇੱਥੇ ਕੁਬਜਾ ਵੀ ਤਰ ਜਾਂਦੀ ਹੈ, ਇੱਥੇ ਵੇਸਵਾ ਵੀ ਤਰ ਜਾਂਦੀ ਹੈ, ਇੱਥੇ ਸਦਨਾ ਵੀ ਤਰ ਜਾਂਦਾ ਹੈ, ਇੱਥੇ ਜਿਹੜਾ ਵੀ ਬੰਦਗੀ ਕਰਨ ਵਾਸਤੇ ਆ ਜਾਂਦਾ, ਪਾਪੀ ਤੋਂ ਪਾਪੀ ਵੀ ਬੰਦਗੀ ਕਰਨੇ ਦੇ ਨਾਲ ਤਰ ਜਾਂਦਾ ਹੈ। ਭਗਤੀ ਦਾ ਮਾਰਗ ਐਸਾ ਹੈ, ਭਗਤ ਤੇ ਤਰਦੇ ਹੀ ਨੇ, ਪਤਤ ਵੀ ਪੁਨੀਤ ਹੋ ਜਾਂਦੇ ਹਨ। ਪਵਿੱਤਰ 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 ਪੁਨੀਤ ਐਸੀ ਅਵਸਥਾ ਮਿਲਦੀ ਹੈ। ਪੂਰੀ ਸੋਭਾ ਪੂਰਾ ਲੋਕੀਕ, ਸੋ ਉਹਨਾਂ ਦੀ ਪੂਰੀ ਸੋਭਾ ਹੁੰਦੀ ਹੈ, ਅਥਵਾ ਪੂਰੀ ਸੋਭਾ ਪੂਰੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋਭਾ ਬੰਦਗੀ ਕਰਦੇ ਨੇ, ਵਡਿਆਈ ਕਰਦੇ ਨੇ। ਲੋਕੀਕ ਪੂਰੀ ਲੋਕਾਂ ਦੁਨੀਆ ਦੇ ਅੰਦਰ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ। ਨਾਮ ਦੀ ਵਡਿਆਈ ਦੇ ਸਦਕਾ ਦੁਨੀਆ ਦੇ ਅੰਦਰ ਉਹਨਾਂ ਦਾ ਜਸ ਹੁੰਦਾ ਹੈ। ਕਰਨਹਾਰ ਸਦ ਵਸੈ ਹਦੂਰਾ, ਕਰਨਹਾਰ ਪਰਮੇਸ਼ਰ ਨੂੰ ਸਦਾ ਹੀ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਵਸਦਾ ਜਾਣਦੇ ਹਨ। ਕਹੁ ਨਾਨਕ ਮੇਰਾ ਸਤਿਗੁਰ ਪੂਰਾ। ਸੋ ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਹਜ਼ੂਰ ਫਰਮਾਵਣਾ ਕਰਦੇ ਨੇ ਜਿਨ੍ਹਾਂ ਨੂੰ ਮੇਰਾ ਪੂਰਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਸਵਰੂਪ ਦੇ ਅੰਦਰ ਮਿਲੇ ਨੇ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਗੁਰੂ ਸਵਰੂਪ ਦੇ ਅੰਦਰ ਮਿਲੇ ਨੇ ਪਿਆਰਿਓ, ਇਹ ਦਾਤਾਂ ਇਹ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਪਤਤ ਵੀ ਪੁਨੀਤ ਹੋ ਜਾਂਦੇ ਨੇ। ਲੋਕ ਦੇ ਅੰਦਰ ਵਡਿਆਈ, ਪਰਲੋਕ ਦੇ ਅੰਦਰ ਸੁਖ, ਆਤਮ ਸਰੂਪ ਦੀ ਪ੍ਰਾਪਤੀ, ਵਾਹਿਗੁਰੂ ਜੀ ਦੀ ਭੇਦਤਾ ਤੇ ਸਾਰੇ ਸਾਧਨਾਂ ਦੀ ਸਫਲਤਾ ਉਹਨਾਂ ਦੀ ਹੁੰਦੀ ਹੈ ਜੀ। ਇਹ ਬਰਕਤਾਂ ਨਾਮ ਦੀਆਂ ਨੇ। ਗਰੀਬ ਨਿਵਾਜ ਪਰਉਪਕਾਰੀ ਧੀਰਜ ਧਾਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਇਹ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ। ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਗਰੀਬ ਨਿਵਾਜ ਸਤਿਗੁਰੂ ਤਖਤਾਂ ਤੇ ਸੁਭਾਇਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਮੁੱਚੀ ਸੰਗਤ ਬਖਸ਼ਣ ਦੇ ਯੋਗ ਹੈ। ਕਿਰਪਾਲਤਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਕਰਨਹਾਰ ਸਦ ਵਸੈ ਹਦੂਰਾ, ਕਹੁ ਨਾਨਕ ਮੇਰਾ ਸਤਿਗੁਰ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे है पी होवन हार, हे संतह कै सदा संग निधारा आधार, हे ठाकुर हो दसरो मैं निर्गुण गुण नहीं कोई, नानक दीजै नाम दान राखो हियै परोई, आई प्रभ शरणागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़े सो उतरै पार, जो सरदा कर सेव दे गुर पार उतारन हार, कथा निता प्रत होत है सुनो सो सिंह सुजान, नानक गुरु गोबिंद सिंह जी सदा कर कल्याण, नानक गुरु गोबिंद सिंह जी सदा कर कल्याण। वाहिगुरु जी का खालसा, वाहिगुरु जी की फतेह। गाज के जयकार अग जावे सो निहाल हो जावे, सत श्री अकाल। गुरबर अकाल बेग तेग फतेह गुरु पंथ खालसे दी चढ़दी कला रखनी सच्चे पातशाह जी महाराज।